ਸਾਡਾ ਅੱਜ ਦਾ ਵਿਸ਼ਾ ਰਹੇਗਾ ਮਿਲਟਸ ਦੀ ਖੇਤੀ। ਮਿਲਟਸ ਦੀ ਖੇਤੀ ਕਿਸ ਤਰੀਕੇ ਨਾਲ ਕੀਤੀ ਜਾਂਦੀ ਹੈ, ਕਿਹੜੇ ਕਿਹੜੇ ਮਿਲਟਸ ਨੇ, ਇਹਨਾਂ ਨੂੰ ਉਗਾਉਣ ਵਾਸਤੇ ਕਿਸ ਕਿਸ ਤਰ੍ਹਾਂ ਦੇ এনवायरमेंट ਦੀ, ਕਿਸ ਕਿਸ ਤਰ੍ਹਾਂ ਦੇ ਵਾਤਾਵਰਣ ਦੀ ਲੋੜ ਹੈ, ਕਿਸ ਤਰ੍ਹਾਂ ਦੀ ਭੂਮੀ ਦੀ ਲੋੜ ਹੈ, ਇਹ ਇਸ ਖੁਰਾਕ ਦੀ, ਇਸ ਅਨਾਜ ਦੀ ਬੈਕਗ੍ਰਾਉਂਡ ਕੀ ਹੈ, ਇਸ ਸਾਰੇ ਕਾਸੇ ਤੇ ਗੱਲ ਕਰਨ ਲਈ, ਜਾਣਕਾਰੀ ਦੇਣ ਲਈ ਸਾਡੇ ਨਾਲ ਜੁੜ ਚੁੱਕੇ ਨੇ ਸਰਦਾਰ ਗੁਰਮੁਖ ਸਿੰਘ ਰੰਗੀਨਪੁਰ। ਸਵਾਗਤ ਹੈ ਜੀ ਤੁਹਾਡਾ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਦੱਸ ਦਿਆਂ ਸਾਰੇ ਦਰਸ਼ਕਾਂ ਨੂੰ ਕਿ ਇਹ ਉਹ ਸ਼ਖਸੀਅਤ ਨੇ ਜਿਹੜੇ ਪਿਛਲੇ 3 ਸਾਲ ਦੇ ਸਮੇਂ ਤੋਂ ਮਿਲਟਸ ਦੀ ਖੇਤੀ ਕਰ ਰਹੇ ਨੇ, ਜਿਹਦੇ 'ਚ 5 ਮਿਲਟਸ ਜਿਹੜੇ ਡਾਕਟਰ ਖਾਦਰਵਲੀ ਜੀ ਨੇ ਰਿਕਮੈਂਡ ਕੀਤੇ ਆ, ਜਿਨ੍ਹਾਂ ਨੂੰ ਜਿਹੜਾ ਸਿਹਤਮੰਦ ਸ਼ਬਦ ਸ਼ਾਇਦ ਸੂਟੇਬਲ ਹੋਏਗਾ ਜੀ। ਜੀ ਜੀ ਜੀ। ਇਹ ਸਿਹਤਮੰਦ ਮਿਲਟਸ ਦੇ ਨਾਲ ਜਾਣਿਆ ਜਾਂਦਾ। ਵੈਸੇ ਇਹਨਾਂ ਦੇ ਬਾਰੇ ਦੱਸਦੇ ਆ ਕਿ ਇਹ 7 ਤਰ੍ਹਾਂ ਦੇ ਮਿਲਟਸ ਦੀ ਖੇਤੀ ਕਰਦੇ ਨੇ ਤੇ ਪਿਛਲੇ ਕਰੀਬ 3 ਸਾਲ ਤੋਂ ਜਿਹੜੇ ਨੇ ਇਹ ਮਿਲਟਸ ਦੀ ਖੇਤੀ ਕਰ ਰਹੇ ਤੇ ਪਿਛਲੇ 7 ਸਾਲ ਤੋਂ ਕੁਦਰਤੀ ਖੇਤੀ ਕਰ ਰਹੇ ਨੇ। ਸੋ ਉਹ ਵੀਰ, ਉਹ ਸ਼ਖਸੀਅਤਾਂ ਜਿਹੜੀਆਂ ਇਹ ਕਹਿੰਦੀਆਂ ਨੇ ਕਿ ਬਿਨਾਂ ਰੇਹ ਤੇ ਬਿਨਾਂ ਸਪਰੇਅ ਦੇ ਖੇਤੀ ਨਹੀਂ ਕੀਤੀ ਜਾ ਸਕਦੀ, ਖੇਤੀ ਚੋਂ ਮੁਨਾਫਾ ਨਹੀਂ ਕਮਾਇਆ ਜਾ ਸਕਦਾ, ਉਹਨਾਂ ਲਈ ਇਹ ਪ੍ਰੇਰਨਾ ਸਰੋਤ ਬਣ ਕੇ ਸਾਹਮਣੇ ਆਏ ਨੇ, ਸਾਡੇ ਨਾਲ ਅੱਜ ਜੁੜੇ ਨੇ। ਮਿਲਟਸ ਦੇ ਬੀਜ ਜਿਹੜੇ ਨੇ ਉਹਨਾਂ ਨੂੰ ਇਸ ਵਾਰ ਵੰਡਣ ਦਾ ਉਪਰਾਲਾ ਜਿਹੜਾ ਉਹ ਵੀ ਇਹ ਕਰ ਰਹੇ ਨੇ। ਦੁਹਰਾਇਆ ਗਿਆ, ਇਹਨਾਂ ਨੇ ਦੱਸਿਆ ਕਿ ਵੱਡੀ ਗਿਣਤੀ 'ਚ ਇਹਨਾਂ ਨੂੰ ਕਰੀਬ ਹਜ਼ਾਰਾਂ ਦੀ ਗਿਣਤੀ 'ਚ ਲੋਕ ਜਿਹੜੇ ਨੇ ਸੰਪਰਕ ਕਰ ਰਹੇ ਨੇ। ਇਹ ਸਾਡੇ ਵਾਸਤੇ ਇੱਕ ਹੌਸਲਾ ਅਫਜ਼ਾਊ ਗੱਲ ਹੈ। ਜਦੋਂ ਅਸੀਂ ਇਹ ਸੋਚਦੇ ਸੀ, ਸਾਨੂੰ ਇੰਝ ਲੱਗਦਾ ਸੀ ਕਿ ਕੁਦਰਤੀ ਖੇਤੀ ਵਾਲੇ ਪਾਸੇ ਤੋਂ ਲੋਕ ਭੱਜ ਰਹੇ ਨੇ, ਕਿਉਂਕਿ ਇਹਦੇ 'ਚ ਆਮ ਲੋਕਾਂ ਵੱਲੋਂ ਕਿਹਾ ਜਾਂਦਾ ਹੈ ਕਿ ਅਨਾਜ ਦੀ ਜਿਹੜੀ ਉਤਪਤੀ ਹੈ ਉਹਦੇ ਝਾੜ ਤੇ ਬਹੁਤ ਫਰਕ ਪੈਂਦਾ ਤੇ ਆਮਦਨ ਤੇ ਫਰਕ ਪੈਂਦਾ ਹੈ। ਸੋ ਉਹ ਝਾੜ ਤੇ ਆਮਦਨ ਲੈਣ ਵਾਸਤੇ ਕਿਸਾਨ ਜਿਹੜਾ ਉਹ ਰਸਾਇਣਕ ਖਾਦਾਂ ਤੇ ਕੀਟਨਾਸ਼ਕਾਂ ਵਾਲੇ ਪਾਸੇ ਨੂੰ ਜਾਂਦਾ ਹੈ। ਸੋ ਅੱਜ ਅਸੀਂ ਗੱਲ ਕਰਦੇ ਹਾਂ ਇਸ ਵਿਸ਼ੇ ਤੇ ਕਿ ਕਿੰਨੀ ਆਮਦਨ ਲੈ ਰਹੇ ਨੇ, ਮਿਲਟਸ ਦਾ ਜਿਹੜਾ ਉਤਪਾਦਨ ਹੈ ਉਹ ਕਿਸ ਤਰੀਕੇ ਨਾਲ ਕਰ ਰਹੇ ਨੇ, ਮਿਲਟਸ ਦਾ ਸਾਡੇ ਸਰੀਰ ਵਾਸਤੇ ਉਹਦੀ ਕਿੰਨੀ ਉਪਯੋਗਤਾ ਹੈ ਤੇ ਇਹਦਾ ਕੀ ਇਤਿਹਾਸ ਹੈ, ਇਹਦੇ ਬਾਰੇ 'ਚ ਅਸੀਂ ਚੱਲਦੇ ਹਾਂ। ਸਰਦਾਰ ਗੁਰਮੁਖ ਸਿੰਘ ਰੰਗੀਨਪੁਰ ਜਿਹੜੇ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਬਟਾਲਾ ਦੇ ਨੇੜੇ ਰਹਿੰਦੇ ਨੇ। ਜੀ ਆਇਆਂ ਨੂੰ ਗੁਰਮੁਖ ਸਿੰਘ ਜੀ, ਤੁਹਾਡੇ ਵਾਸਤੇ ਤੁਹਾਡਾ ਧੰਨਵਾਦ ਹੈ, ਤੁਸੀਂ ਸਾਨੂੰ ਆਪਣਾ ਸਮਾਂ ਦਿੱਤਾ ਹੈ। ਸੋ ਹੁਣ ਮੈਂ ਬੇਨਤੀ ਕਰੂੰਗਾ ਕਿ ਇਸ ਵਿਸ਼ੇ ਤੇ ਤੁਸੀਂ ਸੰਖੇਪ ਨਹੀਂ, ਵਿਸਥਾਰ ਦੇ ਵਿੱਚ ਸਾਡੇ ਨਾਲ ਸਾਰੀ ਜਿਹੜੀ ਗੱਲਬਾਤ ਸਾਂਝੀ ਕਰੋਗੇ। ਸਰਦਾਰ ਗੁਰਮੁਖ ਸਿੰਘ ਰੰਗੀਨਪੁਰ। ਬਹੁਤ ਹੀ ਸਤਿਕਾਰਤ ਸ਼ਖਸੀਅਤਾਂ ਡਾਕਟਰ ਅਮਰ ਸਿੰਘ ਜੀ ਆਜ਼ਾਦ ਜੀ, ਹੋਰ ਮੇਰੇ ਪਿਆਰੇ ਮਿੱਤਰੋ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਦਰਬਾਰੇ ਖਾਲਸਾ ਦੇ ਮਾਧਿਅਮ ਰਾਹੀਂ, ਇਸ ਚੈਨਲ ਰਾਹੀਂ ਆਪਾਂ ਸਾਰੇ ਜਿਹੜੇ ਸਾਥੀ ਅੱਜ ਇਸ ਪ੍ਰੋਗਰਾਮ 'ਚ ਜੁੜੇ ਹਾਂ, ਤੇ ਮੈਂ ਧੰਨਵਾਦੀ ਹਾਂ ਦਰਬਾਰੇ ਖਾਲਸਾ ਦੇ, ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਔਰ ਇਹ ਜੋ ਸਮੇਂ ਦੀ ਜਿਹੜੀ ਹੈ ਨਾ ਸਦਉਪਯੋਗਤਾ ਕਰਦਿਆਂ ਹੋਇਆਂ, ਇਸ ਸਾਰੇ ਸਮੇਂ ਨੂੰ ਜਿਹੜਾ ਵਾ ਉਹ ਸਕਾਰਤ ਕਰਦੇ ਹੋਇਆਂ ਬਹੁਤ ਹੀ ਲਾਹੇਵੰਦੀਆਂ ਜਾਣਕਾਰੀਆਂ ਜਿਹੜੀਆਂ ਸਾਨੂੰ ਬਹੁਤ ਜ਼ਿਆਦਾ ਜਿਨ੍ਹਾਂ ਦੀ ਲੋੜ ਆ, ਤੇ ਜਿੱਦਾਂ ਡਾਕਟਰ ਸਾਹਿਬ ਹੋਣੀ, ਡਾਕਟਰ ਅਮਰ ਸਿੰਘ ਆਜ਼ਾਦ ਜੀ ਪਿਛਲੇ ਕਾਫੀ ਦਿਨਾਂ ਤੋਂ ਸਿਹਤ ਸੰਬੰਧੀ ਸਾਨੂੰ ਜਿਹੜੀਆਂ ਜਾਣਕਾਰੀਆਂ ਦੇ ਰਹੇ ਨੇ, ਔਰ ਉਹ ਸਭ ਬਹੁਤ ਹੀ ਜ਼ਰੂਰੀ ਸਾਰਾ ਸੀਗਾ। ਤੇ ਕੱਲ ਵੀਰ ਅਵਤਾਰ ਸਿੰਘ ਹੋਣਾ ਨੇ ਬਹੁਤ ਵਧੀਆ ਗੱਲਬਾਤ ਕੀਤੀ ਆ, ਤੇ ਮੈਂ ਆਪਣੇ ਵਿਸ਼ੇ ਵੱਲ ਆਉਣਾ ਆ। ਜਿਹੜੇ ਇਹ ਮੂਲ ਅਨਾਜ ਨੇ, ਇਹਨਾਂ ਨੂੰ ਮੂਲ ਅਨਾਜ, ਮੋਟੇ ਅਨਾਜ ਔਰ ਇੰਗਲਿਸ਼ ਵਿੱਚ ਮਿਲਟਸ ਕਰਕੇ ਜਾਣਿਆ ਜਾਂਦਾ ਆ। ਔਰ ਸਾਡੀ ਇਸ ਪੰਜਾਬ ਦੀ ਧਰਤੀ ਤੇ ਉਗਾਏ ਜਾਇਆ ਕਰਦੇ ਸੀਗੇ, ਤੇ ਔਰ ਸਾਡੇ ਜਿਹੜੇ ਬਜ਼ੁਰਗਾਂ ਦੀ ਖੁਰਾਕ ਇਹ ਹੋਇਆ ਕਰਦੀ ਸੀ, ਇਹ ਮਿਲਟ ਹੀ ਹੋਇਆ ਕਰਦੇ ਸੀਗੇ। ਤੇ ਮਿਲਟ ਦਾ ਜਿਹੜਾ ਵਰਗੀਕਰਨ ਕੀਤਾ ਆ ਡਾਕਟਰ ਆਪਣੇ ਖਾਦਰਵਲੀ ਜੀ, ਡਾਕਟਰ ਖਾਦਰਵਲੀ ਜੀ ਮੈਸੂਰ ਤੋਂ ਨੇ, ਜਿਨ੍ਹਾਂ ਨੇ ਪਿਛਲੇ ਕਾਫੀ ਲੰਮਾ ਸਮਾਂ ਇਹਦੇ ਤੇ ਕੰਮ ਕੀਤਾ, 20-25 ਸਾਲ ਕੰਮ ਕੀਤਾ, ਔਰ ਉਹਨਾਂ ਨੇ ਇਹਦੇ ਖੁਰਾਕੀ ਤੱਤਾਂ ਦੀ ਬੜੀ ਡੂੰਘੀ ਜਿਹੜੀ ਹੈ ਨਾ ਸਮਝ ਪੈਦਾ ਕੀਤੀ ਆ। ਔਰ ਉਹ ਦੱਸਦੇ ਨੇ ਵੀ ਇਹਨਾਂ ਨੂੰ ਗ੍ਰੇਨਸ ਨੂੰ, ਇਹਨਾਂ ਅਨਾਜਾਂ ਨੂੰ, ਸੀਰੀਅਲਸ ਨੂੰ 3 ਜਿਹੜੇ ਆ ਨਾ ਕੈਟਾਗਰੀ 'ਚ ਵੰਡਦੇ ਨੇ। ਇੱਕ ਹੈਗੇ ਨੇ ਪੋਜ਼ਿਟਿਵ ਗ੍ਰੇਨ, ਇਹ 5 ਅਨਾਜ ਨੇ ਜਿਨ੍ਹਾਂ ਨੂੰ ਪੋਜ਼ਿਟਿਵ ਗ੍ਰੇਨ ਕਹਿੰਦੇ ਨੇ, ਜਿਹਦੇ ਵਿੱਚ ਕੋਧਰਾ, ਕੰਗਣੀ, ਸਵਾਂਕ, ਹਰੀ ਕੰਗਣੀ ਤੇ ਕੁਟਕੀ, ਇਹ 5 ਅਨਾਜ ਆਉਂਦੇ ਨੇ। ਤੇ
3 ਅਨਾਜ ਨੇ ਜਿਨ੍ਹਾਂ ਨੂੰ ਉਹ ਕਹਿੰਦੇ ਨੇ ਨਿਊਟਰਲ ਗ੍ਰੇਨਸ। ਨਿਊਟਰਲ ਗ੍ਰੇਨਸ ਵੀ ਸਾਡੇ ਸਿਹਤ ਵਾਸਤੇ ਠੀਕ ਨੇ, ਲੇਕਿਨ ਉਹ ਕੋਈ ਨੁਕਸਾਨ ਨਹੀਂ ਕਰਦੇ। ਉਹਨਾਂ ਗ੍ਰੇਨਸ ਦਾ ਨਾਮ ਹੈਗਾ ਇੱਕ ਤੇ ਬਾਜਰਾ ਔਰ ਜਵਾਰ, ਤੇ ਇੱਕ ਹੈਗਾ ਸਾਡਾ ਮੱਡਲ ਜਿਹਨੂੰ ਆਪਾਂ ਇੰਗਲਿਸ਼ ਵਿੱਚ ਫਿੰਗਰਮਿੰਟ ਕਹਿ ਦਿੰਦੇ ਆ। ਇਸੇ ਤਰ੍ਹਾਂ ਜਿਹੜੇ ਸਾਡੇ ਦੂਜੇ ਗ੍ਰੇਨਸ ਨੇ ਕਣਕ ਤੇ ਚਾਵਲ, ਇਹਨਾਂ ਨੂੰ ਨੈਗੇਟਿਵ ਗ੍ਰੇਨ ਕਹਿੰਦੇ ਨੇ। ਤੇ ਸਾਡੇ ਜਿਹੜਾ ਮੈਂ ਪਿੱਛੇ ਗੱਲ ਕਰ ਰਿਹਾ ਸੀਗਾ ਵੀ ਸਾਡੇ ਬਜ਼ੁਰਗਾਂ ਦਾ ਇਹ ਭੋਜਨ ਰਿਹਾ ਆ, ਸਾਡੇ ਬਜ਼ੁਰਗ ਇਹਨੂੰ ਛਕਦੇ ਸੀਗੇ ਔਰ ਤੰਦਰੁਸਤ ਜੀਵਨ ਜਿਉਂਦੇ ਸੀਗੇ, ਤੇ ਵਾਤਾਵਰਨ ਵੀ ਸਾਡਾ ਜਿਹੜਾ ਸਵੱਛ ਤੇ ਸਾਫ਼ ਰਹਿੰਦਾ ਸੀਗਾ। ਤੇ ਇਹ ਜਿਹੜੀ ਚੀਜ਼ ਆ ਅਰਸੇ ਤੋਂ ਅਸੀਂ ਛੱਡ ਚੁੱਕੇ ਆ। ਗ੍ਰੀਨ ਰੈਵੋਲੂਸ਼ਨ ਤੋਂ ਵੀ ਪਹਿਲਾਂ ਜਿਹੜਾ ਅੰਗਰੇਜ਼ ਰਾਜ ਤੋਂ ਮੈਂ ਸਮਝਦਾ ਵੀ ਜਦੋਂ ਅੰਗਰੇਜ਼ਾਂ ਨੇ ਇੱਥੇ ਹਿੰਦੁਸਤਾਨ ਵਿੱਚ ਆਣ ਕੇ ਤੇ ਇੱਥੇ ਸਾਡੇ ਜਦੋਂ ਪੰਜਾਬ ਤੇ ਜਦੋਂ ਕਬਜ਼ਾ ਕੀਤਾ ਹੈ ਉਹਨਾਂ ਨੇ, ਤੇ ਖਾਲਸਾ ਰਾਜ ਨੂੰ ਜਦੋਂ ਉਹਨਾਂ ਨੇ ਆਪਣੇ ਸ਼ਾਮਲ ਕੀਤਾ ਰਾਜ ਵਿੱਚ, ਉਸ ਵਕਤ ਉਹਨਾਂ ਨੇ ਇੱਥੇ, ਕਿਉਂਕਿ ਅੰਗਰੇਜ਼ ਜਿਵੇਂ ਕਿ ਉਦੋਂ ਡਾਕਟਰ ਸਾਹਿਬ ਦੱਸ ਰਹੇ ਸੀ ਵੀ ਅੰਗਰੇਜ਼ ਤੇ ਵਪਾਰੀ ਸੀਗਾ ਜੀ। ਉਹਨੇ ਵਪਾਰੀ ਨੇ ਆਪਣਾ ਹਰ ਉਹ ਕੰਮ ਜਿਹੜਾ ਕਰਨਾ ਸੀ ਜਿਹਦੇ ਨਾਲ ਉਹਨੂੰ ਆਪਣਾ ਲਾਹਾ ਮਿਲਦਾ ਜਾਂ ਉਹਦਾ ਵਪਾਰ ਚੱਲਦਾ। ਤੇ ਉਹਨਾਂ ਨੇ ਇੱਥੇ ਆਣ ਕੇ ਫਿਰ ਉਹਨਾਂ ਨੂੰ ਕਣਕ ਦੀ ਜ਼ਰੂਰਤ ਸੀਗੀ, ਉਹਨਾਂ ਨੇ ਕਣਕ ਦੀ ਖੇਤੀ ਜਿਹੜੀ ਪੰਜਾਬ ਸ਼ੁਰੂ ਕਰਵਾਈ। ਤੇ ਚਾਵਲ ਦੀ ਖੇਤੀ ਜਿਹੜੀ ਹੈ ਨਾ ਉਸ ਤੋਂ ਬਾਅਦ ਜਦੋਂ ਸਾਡਾ ਗ੍ਰੀਨ ਰੈਵੋਲੂਸ਼ਨ ਆਉਂਦੀ ਹੈ ਉਸ ਤੋਂ ਬਾਅਦ ਸ਼ੁਰੂ ਹੁੰਦੀ ਹੈ, ਲੇਕਿਨ ਕਣਕ ਦੀ ਖੇਤੀ ਜਿਹੜੀ ਹੈ ਉਸ ਸਮੇਂ ਸ਼ੁਰੂ ਹੁੰਦੀ ਹੈ, ਕਿਉਂਕਿ ਉਹਨਾਂ ਨੂੰ ਬ੍ਰੈਡ ਵਗੈਰਾ ਖਾਣ ਦੇ ਆਦੀ ਸੀਗੇ, ਇਸ ਕਰਕੇ ਉਹਨਾਂ ਨੂੰ ਕਣਕ ਦੀ ਜਿਹੜੀ ਲੋੜ ਸੀਗੀ। ਤੇ ਇਹ ਜਿਹੜੀ ਚੀਜ਼ ਹੈ ਉਤੋਂ ਜਿਹੜਾ ਸਾਡਾ ਜਿਹੜਾ ਇੱਕ ਫਿਤਰਤ ਆ, ਮਨੁੱਖ ਦੀ ਵੈਸੇ ਫਿਤਰਤ ਹੋਇਆ ਕਰਦੀ ਆ ਵੀ ਜਿਹਨੂੰ ਆਪਾਂ ਜਿੱਦਾਂ ਸਾਡੀ ਕਣਕ ਦੀ ਗੱਲ ਹੈ ਇਹ ਅਸੀਂ ਅਪਣਾ ਲਈ, ਕਿਉਂਕਿ ਕਣਕ ਨੂੰ ਜਿਹੜਾ ਵਾ ਉਹ ਅੰਗਰੇਜ਼ ਖਾਂਦੇ ਸੀਗੇ। ਤੇ ਇਸ ਕਰਕੇ ਸਾਡੇ ਜਿਹੜੇ ਲੋਕ ਨੇ ਉਹਨਾਂ ਨੇ ਕਣਕ ਨੂੰ ਅਪਣਾਇਆ ਤੇ ਸਾਡੇ ਜਿਹੜੇ ਮੂਲ ਅਨਾਜ ਨੇ ਉਹਨਾਂ ਨੂੰ ਛੱਡਿਆ। ਉਹਦੇ ਪਿੱਛੇ ਕਈ ਕਾਰਨ ਹੈ। ਇੱਕ ਕਾਰਨ ਤੇ ਉਹਦੇ 'ਚ ਇਹ ਵਿੱਚ ਮੰਨਿਆ ਜਾਂਦਾ ਵੀ ਇਹਨਾਂ ਅਨਾਜਾਂ ਨੂੰ ਜਿਹੜਾ ਖਾਣਾ, ਜਿਹੜਾ ਕਣਕ ਦੀ ਜਿਹੜੀ ਰੋਟੀ ਖਾਣੀ, ਉਹ ਲੋਕ ਸੌਖੀ ਅਤੇ ਸਵਾਦੀ ਸਮਝਦੇ ਨੇ। ਦੂਜੀ ਗੱਲ ਜਿਹੜੀ ਉਹ ਅਨਾਜ ਨੇ, ਕਣਕ ਦੀ ਜਿਹੜੀ ਆ ਇਹਨੂੰ ਕੋਈ ਪ੍ਰੋਸੈਸਿੰਗ ਦੀ ਲੋੜ ਨਹੀਂ ਆ, ਕਣਕ ਕੱਟੀ ਔਰ ਸਿੱਧੀ ਉਹਨੂੰ ਜਿਹੜਾ ਯੂਜ਼ ਕਰ ਲਿਆ, ਵਰਤ ਲਿਆ। ਤੇ ਜਿਹੜੇ ਉਹ ਅਨਾਜ ਨੇ ਜਿਹਨੂੰ ਆਪਾਂ ਮਿਲਟਸ ਕਹਿੰਦੇ ਆ, ਮੋਟੇ ਅਨਾਜ ਕਹਿੰਦੇ ਆ, ਉਹ ਅਨਾਜਾਂ ਦੀ ਜਿਹੜੀ ਆ ਉਹ ਪ੍ਰਾਇਮਰੀ ਪ੍ਰੋਸੈਸਿੰਗ ਦੀ ਲੋੜ ਪੈਂਦੀ ਆ। ਉਹਨਾਂ ਅਨਾਜਾਂ ਉੱਪਰ ਇੱਕ ਤਾਂ ਅਨਾਜ ਬਰੀਕ ਨੇ ਔਰ ਉਹਨਾਂ ਉੱਪਰ ਛਿੱਲ ਹੈ। ਉਹ ਛਿੱਲ ਨੂੰ ਉਤਾਰਨ ਵਾਸਤੇ ਪੁਰਾਣੇ ਸਮੇਂ 'ਚ ਉਖਲੀ ਦੇ ਨਾਲ ਕੁੱਟਿਆ ਜਾਂਦਾ ਸੀਗਾ ਔਰ ਕਾਫੀ ਲੰਮਾ ਸਮਾਂ ਉਹਦੇ ਤੇ ਦੇਣਾ ਪੈਂਦਾ ਸੀਗਾ। ਤੇ ਇਹ ਜਿਹੜੀ ਸਾਡੀ ਮਨੁੱਖੀ ਫਿਤਰਤ ਆ ਉਹ ਸੌਖੇ ਚੀਜ਼ ਨੂੰ ਛੇਤੀ ਬਣਾਉਂਦੀ ਆ। ਉਸ ਮੈਂ ਸਮਝਦਾ ਕਿ ਇਹ ਜਿੰਨੀ ਮੈਂ ਗੱਲ ਕਰ ਰਿਹਾ ਮੈਂ ਆਪਣੀ ਸਮਝ ਮੁਤਾਬਕ ਕਰ ਰਿਹਾ, ਨਾ ਮੈਂ ਕਿਤੇ ਪੜ੍ਹਿਆ ਵਾ, ਤੇ ਮੈਂ ਸਿਰਫ ਜੋ ਆਲੇ ਦੁਆਲੇ ਗੱਲਾਂ ਸੁਣੀਆਂ ਨੇ ਉਹਨਾਂ ਮੁਤਾਬਕ ਉਸੇ ਆਧਾਰ ਤੇ ਮੈਂ ਗੱਲ ਕਰ ਰਿਹਾ। ਮੈਂ ਸਮਝਦਾ ਵੀ ਉਹ ਜਿਹੜਾ ਸਾਡਾ ਲੇਬਰ ਕਰਨ ਦੀ ਜਿਹੜੀ ਸੀਗੀ ਨਾ, ਉਹ ਤੇ ਲੇਬਰ ਲੱਗਦੀ ਸੀਗੀ ਤੇ ਕਣਕ ਤੇ ਲੇਬਰ ਨਹੀਂ ਸੀ ਲੱਗਦੀ। ਲੋਕਾਂ ਨੇ ਫਿਰ ਇਹਨੂੰ ਅਪਣਾਉਣਾ ਸ਼ੁਰੂ ਕਰ ਲਿਆ। ਦੂਜਾ ਇਹ ਸੀਗਾ ਵੀ ਇਹਦੇ ਜਿਹੜੀ ਆ ਖੇਤੀ ਜਿਹੜੀ ਆ ਉਹ ਕਈ ਵਾਰ ਬਰਸਾਤ ਜ਼ਿਆਦਾ ਹੋ ਜਾਏ ਤੇ ਇਹਨੂੰ ਮਾਰ ਵੀ ਪੈ ਜਾਂਦੀ ਸੀਗੀ, ਇਹ ਵੀ ਇੱਕ ਵਜ੍ਹਾ ਹੋ ਸਕਦੀ ਆ। ਤੇ ਇਸ ਤੋਂ ਅੱਗੇ ਚੱਲ ਕੇ ਆਪਾਂ ਹੁਣ ਖੇਤੀ ਦੀ ਜਿਹੜੀ ਇਹਦਾ ਹੋਰ ਜਿਹੜਾ ਇਤਿਹਾਸ ਆ ਵੀ ਆਪਾਂ ਜਿਹੜੇ 10ਵੇਂ ਪਾਤਸ਼ਾਹ ਦੇ ਸਮੇਂ ਜਿਹੜੇ ਸਾਡੇ ਜੰਗਾਂ ਯੁੱਧਾਂ 'ਚ ਜਦੋਂ ਸਿੰਘ ਜਾਂਦੇ ਸੀਗੇ ਤੇ ਉਹ ਕਹਿੰਦੇ ਨੇ ਵੀ ਸਵੇਰੇ ਸੂਰਜ ਚੜ੍ਹਨ ਤੋਂ ਲੜਾਈ ਸ਼ੁਰੂ ਹੁੰਦੀ ਸੀ, ਯੁੱਧ ਸ਼ੁਰੂ ਹੋ ਜਾਂਦਾ ਸੀਗਾ ਤੇ ਸੂਰਜ ਡੁੱਬਣ ਤੱਕ ਯੁੱਧ ਹੋਇਆ ਕਰਦਾ ਸੀਗਾ। ਔਰ ਸਿੰਘ ਜਿਹੜੇ ਸਵੇਰੇ ਇੱਕੋ ਵਾਰੀ ਪ੍ਰਸ਼ਾਦਾ ਛਕਦੇ ਸੀਗੇ, ਉਹ ਜਿਹੜਾ ਪ੍ਰਸ਼ਾਦਾ ਵਾ ਉਹ ਇਹਨਾਂ ਮਿਲਟਸ ਦਾ ਹੀ ਹੋਇਆ ਕਰਦਾ ਸੀਗਾ। ਇਹਨਾਂ ਮਿਲਟਸ ਨੂੰ ਖਾਇਆ ਕਰਦੇ ਸੀਗੇ ਵੀ ਉਹ ਇਹਨਾਂ ਤੰਦਰੁਸਤ ਔਰ ਇੰਨਾ ਸਟੈਮਿਨਾ ਸੀ ਉਹਨਾਂ ਵਿੱਚ, ਪੂਰਾ ਦਿਨ ਜਿਹੜਾ ਵਾ ਨਾ ਉਹ ਲੜਾਈ ਕਰਦੇ ਰਹਿੰਦੇ ਸੀਗੇ। ਇਹ ਇੱਕ ਜਿਹੜਾ ਸਿਹਤ ਦੇ ਪੱਖ ਤੋਂ ਇਹਨਾਂ ਅਨਾਜਾਂ ਦੀ ਜਿਹੜੀ ਇਹਨਾਂ ਸਾਡੇ ਜੀਵਨ ਵਿੱਚ ਬਹੁਤ ਦੀ ਮਹੱਤਤਾ ਆ ਤੇ ਇਹਨਾਂ ਵਿੱਚ ਬਹੁਤ ਵਧੀਆ ਖੁਰਾਕੀ ਤੱਤ ਨੇ। ਉਹ ਖੁਰਾਕੀ ਤੱਤ ਨੇ ਜਿਹੜੇ ਸਾਡੇ ਸਿਹਤ ਨੂੰ ਤੰਦਰੁਸਤ ਰੱਖਦੀ ਆ। ਤੇ ਇਹ ਇਸ ਵਜ੍ਹਾ ਕਰਕੇ ਜਿਹੜਾ ਵਾ ਸਾਡੇ ਬਜ਼ੁਰਗ ਜਿਹੜੇ ਨੂੰ ਛਕਦੇ ਸੀਗੇ ਔਰ ਅਵੇਲੇਬਿਲਿਟੀ ਵੀ ਸੀਗੀ। ਔਰ ਦੱਸਦੇ ਨੇ ਵੀ ਉਸ ਸਮੇਂ ਇਹਨਾਂ ਨੂੰ ਗਰੀਬਾਂ ਦਾ ਅਨਾਜ ਕਿਹਾ ਜਾਂਦਾ ਸੀਗਾ। ਉਹਦੀ ਵਜ੍ਹਾ ਇਹ ਸੀਗੀ ਇਹ ਆਮ ਤੌਰ ਤੇ ਇਹਨਾਂ ਦੀ ਖੇਤੀ ਨਹੀਂ ਸੀ ਕੀਤੀ ਜਾਂਦੀ ਜੰਗਲਾਂ ਵਿੱਚ, ਔਰ ਜਿਹੜੇ ਬੇਆਬਾਦ ਜ਼ਮੀਨਾਂ ਨੇ ਉਹਨਾਂ 'ਚ ਆਪੇ ਉੱਗ ਜਾਂਦੇ ਸੀਗੇ ਔਰ ਉਹਨਾਂ ਨੂੰ ਉੱਥੋਂ ਜਿਹੜੇ ਲੋਕ ਸੀਗੇ ਉੱਥੋਂ ਕੱਟ ਕੇ ਲੈ ਆਉਂਦੇ ਸੀਗੇ, ਕੁੱਟ ਕੇ ਜਿਹੜਾ ਖਾ ਲਿਆ ਕਰਦੇ ਸੀਗੇ। ਇਹ ਤੇ ਮੈਂ ਵੀ 3 ਸਾਲ ਤੋਂ ਦੇਖ ਰਿਹਾ। ਮੈਂ ਜਿੰਨਾ ਖੇਤਾਂ ਵਿੱਚ ਆਪਣੀ ਇਹਨਾਂ ਮਿਲਟਸ ਦੀ ਖੇਤੀ ਕਰਦਾ ਆ ਉਹਨਾਂ ਵਿੱਚ ਆਪਣੇ ਆਪ ਹੀ ਉੱਗ ਜਾਂਦੇ ਨੇ। ਹੁਣ ਮੇਰੇ ਖੇਤਾਂ 'ਚ ਕਰੀਬ ਅੱਜ ਦੀ ਤਰੀਕ ਵਿੱਚ ਵੀ ਕੋਦਰਾ ਕਾਫੀ ਲੰਮੇ ਏਰੀਏ 'ਚ ਉੱਗਿਆ ਹੋਇਆ ਵਾ, ਜਿੱਥੇ ਮੈਂ ਪਿਛਲੇ ਸਾਲ ਬੀਜਿਆ ਸੀਗਾ। ਇਸੇ ਤਰ੍ਹਾਂ ਜਿਹੜੇ ਦੂਜੇ ਅਨਾਜ ਉਹ ਵੀ ਉੱਗੇ ਹੋਏ ਨੇ।
ਤੇ ਇਹ ਇਸ ਕਰਕੇ ਮੈਂ ਉੱਥੋਂ ਇਸ ਚੀਜ਼ ਨੂੰ ਅਨੁਮਾਨ ਲਾਉਣਾ ਹੈ ਵੀ ਇਹ ਜਿਹੜਾ ਆਮ ਅਕਸਰ ਹੀ ਹੋ ਜਾਇਆ ਕਰਦੇ ਸੀਗੇ ਤੇ ਲੋਕ ਜਿਹੜੇ ਉੱਥੋਂ ਇਹਦੀ ਜਿਹੜੀ ਆ ਅਵੇਲੇਬਿਲਟੀ ਲੋਕਾਂ ਨੂੰ ਸੌਖੀ ਸੀਗੀ ਤੇ ਗਰੀਬ ਲੋਕ ਜਿਹੜੇ ਸੀ ਉੱਥੋਂ ਕੱਟ ਕੇ ਤੇ ਇਹਨੂੰ ਘਰ ਕੁੱਟ ਕੇ ਤੇ ਛਕ ਲੈਂਦੇ ਸੀਗੇ। ਤੇ ਖੁਰਾਕੀ ਤੱਤਾਂ ਦੀ ਮਹੱਤਤਾ ਤੇ ਜਿਹੜੀ ਉਹ ਵੀ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ। ਇਸ ਤੋਂ ਬਾਅਦ ਜਿਹੜਾ ਇਹ ਅਨਾਜ ਨੇ, ਇਹਨਾਂ ਅਨਾਜਾਂ ਦਾ ਸਾਡੇ ਜੀਵਨ ਤੇ ਬਹੁਤ ਹੀ ਵਧੀਆ ਪ੍ਰਭਾਵ ਆ, ਸਾਡੇ ਸਿਹਤ ਤੇ ਬਹੁਤ ਅੱਛਾ ਪ੍ਰਭਾਵ ਹੈ। ਇਸ ਕਰਕੇ ਹੁਣ ਆਪਾਂ ਇਹਦੀ ਜਿਹੜੀ ਆ ਬਾਬੇ ਨਾਨਕ ਦੇ ਨਾਲ ਵੀ ਇਹਦੀ ਇੱਕ ਜਿਹੜੀ ਗੱਲ ਜੁੜਦੀ ਆ। ਭਾਈ ਲਾਲੋ ਦੇ ਘਰ ਪਹਿਲੀ ਉਦਾਸੀ ਵੇਲੇ ਜਦੋਂ ਗਏ ਨੇ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ, ਤੇ ਉਹਨਾਂ ਨੇ ਭਾਈ ਲਾਲੋ ਦੇ ਘਰੇ ਪ੍ਰਸ਼ਾਦਾ ਜਿਹੜਾ ਵਾ ਉਹ ਕੋਧਰੇ ਦਾ ਛਕਿਆ। ਤੇ ਉਸ ਤੋਂ ਬਾਅਦ ਉੱਥੇ ਇੱਕ ਉਹਨਾਂ ਸਮਿਆਂ 'ਚ ਮਲਕ ਭਾਗੋ ਦਾ ਜ਼ਿਕਰ ਆਉਂਦਾ ਵਾ। ਸਾਰੇ ਨੇ ਆਪਾਂ ਸਾਖੀ ਸੁਣੀ ਹੈ, ਲੰਮਾ ਉਸ ਗੱਲ 'ਚ ਨਹੀਂ ਜਾਵਾਂਗੇ, ਲੇਕਿਨ ਉਹ ਜਿਹੜੀ ਗੱਲ ਇਹ ਦਰਸਾਉਂਦੀ ਆ ਵੀ ਇਹ ਜਿਹੜਾ ਅਨਾਜ ਆ, ਇਸ ਅਨਾਜ ਵਿੱਚ ਉਹਨਾਂ ਨੇ ਜਦ ਦੁੱਧ ਕੱਢ ਕੇ ਦਿਖਾ ਲਿਆ ਤੇ ਇੱਕ ਉਹਦੇ ਮਲਕ ਭਾਗੋ ਦੇ ਪ੍ਰਸ਼ਾਦੇ ਖੀਰ ਪੂੜਿਆਂ 'ਚੋਂ ਲਹੂ ਕੱਢ ਕੇ ਦਿਖਾ ਲਿਆ, ਉਹ ਵੀ ਇਸ ਗੱਲ ਦਾ ਸੂਚਕ ਆ ਕਿ ਇਹ ਜਿਹੜਾ ਇਹਦੇ ਵਿੱਚ ਖੁਰਾਕੀ ਤੱਤਾਂ ਦੀ ਮਹੱਤਤਾ ਆ। ਔਰ ਜਿਹੜੇ ਉਹ ਕੜਾਹ ਪੂਰੇ ਨੇ, ਇੱਕ ਤੇ ਉਹਨਾਂ ਵਿੱਚ ਲਹੂ ਦਾ ਕਾਰਨ ਇਹ ਦੱਸਿਆ ਗਿਆ ਵੀ ਇਹਨਾਂ ਖੁਰਾਕੀ ਤੱਤਾਂ ਦੀ ਇਹਦੇ 'ਚ ਘਾਟ ਆ, ਤੇ ਦੂਜਾ ਇਹਦੇ 'ਚ ਜਿਹੜਾ ਸਾਡੀ ਸਿਹਤ ਦੇ ਸੰਬੰਧਿਤ ਹੋ ਗਈ ਗੱਲ। ਦੂਜੀ ਗੱਲ ਹੈ ਵੀ ਜਿਹੜਾ ਗਰੀਬਾਂ ਦਾ ਲਹੂ ਚੂਸਣ ਦੀ ਗੱਲ ਉੱਥੇ ਕੀਤੀ ਗਈ ਹੈ ਮਲਕ ਭਾਗੋ ਦੇ ਪ੍ਰਸ਼ਾਦੇ ਦੀ। ਇੱਥੇ ਜਿਹੜਾ ਭਾਈ ਲਾਲੋ ਵਿੱਚ ਕਿਰਤ ਦੀ ਗੱਲ ਕੀਤੀ ਗਈ ਆ। ਸੋ ਜਿਹੜੀ ਕਿਰਤ ਆ, ਇਹ ਸਾਡਾ ਮੁੱਢਲਾ ਸਿਧਾਂਤ ਆ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਨਾ 3 ਅਨੁਕਾਤੀ ਜਿਹੜਾ ਸਿਧਾਂਤ ਆ, ਉਹ ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਤੇ ਕਿਰਤ ਜਿਹੜੀ ਆ ਨਾ, ਇਹ ਹੀ ਅੱਗੇ ਚੱਲ ਕੇ ਅਰਥ ਜਿਹਨੂੰ ਕਹਿ ਲਈਏ ਇਕਨੋਮਿਕ ਦਾ ਕੰਮ ਕਰਦੀ ਹੈ, ਇਕਨੋਮਿਕਸ ਪੈਦਾ ਕਰਦੀ ਆ। ਤੇ ਇਸ ਕਰਕੇ ਸਾਨੂੰ ਕਿਰਤ ਵੱਲ ਪਾਸੇ ਨੂੰ ਜਿਹੜਾ ਵਾ ਨਾ ਆਉਣਾ ਪਏਗਾ। ਜਿਵੇਂ ਵੀਰ ਹਰਭਿੰਦਰ ਸਿੰਘ ਗੱਲ ਕਰ ਰਹੇ ਸੀਗੇ ਕਿ ਕੁਦਰਤੀ ਖੇਤੀ ਜਿਹੜੀ ਆ, ਇਹਨੂੰ ਕਰਨਾ ਜਿਹੜਾ ਵਾ, ਇਹ ਤੇ ਸਭ ਤੋਂ ਪਹਿਲੀ ਤੇ ਗੱਲ ਆਪਾਂ ਆਪਣੇ ਸਿਹਤ ਵਾਸਤੇ, ਆਪਣੇ ਪਰਿਵਾਰ ਵਾਸਤੇ, ਤੇ ਇੱਕ ਉਹ ਅਨਾਜ ਜਿਹੜਾ ਅਨਾਜ ਜ਼ਹਿਰ ਮੁਕਤ ਹੋਵੇ ਤੇ ਉਹਦੀ ਵਾਸਤੇ ਕੀਤੀ ਜਾਂਦੀ ਆ। ਦੂਜੀ ਗੱਲ ਇਹ ਹੈਗੀ ਆ ਵੀ ਆਪਾਂ ਜਿਹੜੇ ਲੋਕ ਮੁੱਢਲੇ ਤੌਰ ਤੇ ਲੱਗਦੇ ਨੇ ਇਸ ਪਾਸੇ ਨੂੰ, ਉਹਨਾਂ ਨੂੰ ਆਪਣੇ ਮਨ ਚੋਂ ਇੱਕ ਗੱਲ ਕੱਢ ਦੇਣੀ ਚਾਹੀਦੀ ਆ ਕਿ ਆਪਾਂ ਇਸ ਖੇਤੀ 'ਚ ਬਹੁਤ ਮੁਨਾਫਾ ਕਮਾਵਾਂਗੇ। ਹਾਂ, ਇਹ ਜਿਹੜੀ ਆ ਖੇਤੀ ਕਰਦੇ ਆ, ਤੁਹਾਨੂੰ ਪ੍ਰੈਕਟੀਕਲ ਹੁੰਦਾ ਆ, ਤੁਹਾਨੂੰ ਜਿਹੜਾ ਤਜਰਬਾ ਹੁੰਦਾ ਆ, ਫਿਰ ਹੌਲੀ ਹੌਲੀ ਜਿਹੜਾ ਉਹ ਤੁਹਾਡਾ ਤੁਸੀਂ ਪੈਰਾਂ ਸਿਰ ਹੋ ਜਾਂਦੇ ਹੋ। ਤੇ ਐਸੀ ਕੋਈ ਗੱਲ ਨਹੀਂ, ਇਹਦੇ 'ਚ ਪ੍ਰਸ਼ਾਦਾ ਪਾਣੀ ਅੱਛਾ ਹੈਗਾ ਆ, ਲੇਕਿਨ ਇਹ ਆ ਵੀ ਤੁਹਾਨੂੰ ਜਿਹੜਾ ਵਾ ਉਹ ਜਿਹੜੇ ਫਾਲਤੂ ਦੀ ਰਸਮਾਂ ਰਿਵਾਜਾਂ ਜਿਹੜੀਆਂ ਆਪਾਂ ਆਪਣੇ ਸਮਾਜ 'ਚ ਆਪਣੇ ਘਰਾਂ 'ਚ ਲਿਆਂਦੀਆਂ ਹੋਈਆਂ ਨੇ, ਉਹਨਾਂ ਰਸਮੋ ਰਿਵਾਜਾਂ ਨੂੰ ਸਾਨੂੰ ਛੱਡਣਾ ਪਏਗਾ। ਫਿਰ ਜਿਹੜੇ ਸਾਡੇ ਇਹ ਕੁਦਰਤੀ ਖੇਤੀ ਆ, ਉਹ ਸਾਡੀ ਬਹੁਤ ਇੱਕ ਸਾਨੂੰ ਕਾਮਯਾਬੀ ਵਾਲੇ ਪਾਸੇ ਲੈ ਕੇ ਜਾਂਦੀ ਆ। ਤੇ ਮੈਂ ਹੁਣ ਅੱਗੇ ਚੱਲਦਾ ਆ ਇਹਨਾਂ ਅਨਾਜਾਂ ਦੀ ਜਿਹੜੀ ਖੇਤੀ ਦੇ ਸੰਬੰਧ 'ਚ ਇਹਦੀ ਕਲਟੀਵੇਸ਼ਨ ਕਿਵੇਂ ਕਰਨੀ ਆ। ਇਹਦੀ ਖੇਤੀ ਕਰਨ ਦਾ ਜਿਹੜਾ ਉਹ ਜਿੰਨੇ ਅਨਾਜ ਨੇ ਸਾਰੇ ਅਲੱਗ-ਅਲੱਗ ਸਮਾਂ ਲੈਂਦੇ ਨੇ। ਮੈਂ ਪਹਿਲਾਂ ਕੋਧਰੇ ਦੀ ਗੱਲ ਕਰ ਲਵਾਂਗਾ। ਕੋਧਰਾ ਜਿਹੜਾ ਇਹ 5 ਮਹੀਨੇ ਦਾ ਸਮਾਂ ਲੈਂਦਾ ਆ, ਤੇ 5 ਮਹੀਨੇ ਦੇ ਵਿੱਚ ਬੀਜਣ ਤੋਂ ਲੈ ਕੇ ਪੱਕਣ ਤੱਕ ਦਾ ਸਮਾਂ ਇਹਦਾ ਹੁੰਦਾ ਆ। ਇਹਦੀ ਜਿਹੜੀ ਜਿੱਦਣ ਆਪਾਂ ਇਹਦੀ ਪਨੀਰੀ ਦੀ ਬਿਜਾਈ ਕਰ ਦੇਣੀ ਆ, ਪਨੀਰੀ ਦਾ ਜਿਹੜਾ 20 ਦਿਨ ਦਾ ਸਮਾਂ ਉਹ ਵਿੱਚੇ ਇਨਕਲੂਡ ਹੈ। ਤੇ ਇਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਇਹਦੀ ਜਿਹੜੀ ਪਨੀਰੀ ਆ ਉਹ ਮਈ ਦੇ ਮਹੀਨੇ 'ਚ ਲਾਉਂਦੇ ਆ, ਪਹਿਲੇ ਹਫਤੇ ਵਿੱਚ ਲਾਉਂਦੇ ਆ। ਤੇ ਮੈਂ ਪਨੀਰੀ ਦੀ ਜਿਹੜੀ ਹੈ ਤਿਆਰੀ ਦੀ ਗੱਲ ਕਰਾਂਗਾ ਵੀ ਆਪਾਂ ਪਨੀਰੀ ਇਹਦੀ ਕਿਵੇਂ ਤਿਆਰ ਕਰਨੀ ਆ। ਇਹਦੀ ਪਨੀਰੀ ਤਿਆਰ ਕਰਨ ਵਾਸਤੇ ਆਪਾਂ ਨੂੰ ਜਿਹੜਾ ਬੈੱਡਾਂ ਤੇ ਅਸੀਂ ਪਨੀਰੀ ਤਿਆਰ ਕਰਦੇ ਹਾਂ, ਬਹੁਤ ਸੌਖਾ ਔਰ ਵਧੀਆ ਤਰੀਕਾ ਆ। ਮੈਂ ਉਹਨੂੰ ਦੇਖਿਆ 2-3 ਸਾਲ ਤੋਂ। ਬੈੱਡਾਂ ਤੇ ਜਿਵੇਂ ਆਪਾਂ ਜਿਹੜੇ ਪਿਆਜ਼ ਜਿਹਨਾਂ ਨੂੰ ਆਪਾਂ ਗੰਢੇ ਕਹਿ ਦਿੰਦੇ ਆ, ਉਹਨਾਂ ਦੀ ਪਨੀਰੀ ਦੀ ਤਰ੍ਹਾਂ ਇਹਨਾਂ ਨੂੰ ਜਿਹੜਾ ਵਾ ਤਿਆਰ ਕੀਤਾ ਜਾਂਦਾ ਵਾ। 2.5 ਫੁੱਟ ਚੌੜਾ ਬੈੱਡ ਬਣਾ ਲਿਆ ਜਾਂਦਾ ਆ, ਔਰ ਉਸ ਬੈੱਡ ਉੱਪਰ ਲਾਈਨਾਂ ਲਾ ਕੇ ਉਹਨਾਂ ਲਾਈਨਾਂ 'ਚ ਇਹਦਾ ਬੀਜ ਜਿਹੜਾ ਵਾ ਪਾ ਦਿੱਤਾ ਜਾਂਦਾ ਆ। ਤੇ ਔਰ ਉਹਦੇ ਉੱਪਰ ਥੋੜ੍ਹੀ ਜਿਹੀ ਸਵਾਹ ਪਾ ਕੇ, ਉਹਦੇ ਉੱਪਰ ਥੋੜ੍ਹੀ ਜਿਹੀ ਪਰਾਲੀ ਖਿਲਾਰ ਕੇ, ਤੇ ਫੁਹਾਰੇ ਦੇ ਨਾਲ ਚੰਗੀ ਤਰ੍ਹਾਂ ਪਾਣੀ ਦੇ ਦਿੱਤਾ ਜਾਂਦਾ ਆ। ਤੇ 4 ਦਿਨ ਬਾਅਦ ਪਰਾਲੀ ਜਿਹੜੀ ਉਹ ਚੁੱਕ ਕੇ ਬਾਅਦ ਤੁਸੀਂ ਪਾਣੀ ਜਿਹੜਾ ਰੈਗੂਲਰ ਆਪਣੇ ਤਰੀਕੇ ਨਾਲ ਦਿੰਦੇ ਰਹੋ। ਤੇ ਜੇ ਬੀਜ ਨੂੰ ਜਿਹੜਾ ਸੋਧਣ ਦਾ ਇੱਕ ਤਰੀਕਾ ਆ, ਉਹਦੇ ਵਿੱਚ ਤੁਹਾਡੇ ਨਾਲ ਮੈਂ ਗੱਲ ਸਾਂਝੀ ਕਰਾਂਗਾ ਕਿ ਬੀਜ ਨੂੰ ਘੱਟੋ ਘੱਟ 12 ਘੰਟੇ ਭਿਉਣਾ ਜ਼ਰੂਰੀ ਆ। ਇਹਨੂੰ ਪਾਣੀ ਵਿੱਚ ਭਿਉਂ ਦਿੱਤਾ ਜਾਂਦਾ ਆ। ਆਪਾਂ ਤੇ ਵੈਸੇ ਜਿਹੜਾ ਕੱਚੀ ਲੱਸੀ 'ਚ ਭਿਉਂਦੇ ਆ, ਇਹਦੇ 'ਚ 1 ਲੀਟਰ ਵਿੱਚ 100 ਗ੍ਰਾਮ ਦੇ ਕਰੀਬ ਦੁੱਧ ਪਾ ਲਿੱਤਾ ਜਾਂਦਾ ਆ, ਔਰ ਉਹਨੂੰ ਜਿਹੜਾ ਵਾ 10 ਤੋਂ 12 ਘੰਟੇ ਉਹਨੂੰ ਜਿਹੜਾ ਪਾਣੀ ਵਿੱਚ ਪਿਆਰਿਆਂ ਨੂੰ ਜਿਹੜਾ ਸਵੇਰੇ ਉਹਨੂੰ ਅਗਲੇ ਦਿਨ ਸਵੇਰੇ ਉਹਦੇ 'ਚ ਕੱਢ ਕੇ ਉਹਨੂੰ ਪਤਲਾ ਵਿਛਾ ਕੇ ਥੋੜਾ ਸੁਕਾ ਲਈਦਾ 2 ਘੰਟੇ। ਉਸ ਤੋਂ ਬਾਅਦ ਜਿਹੜੀ ਹੈ ਚੁੱਲ੍ਹੇ ਦੀ ਜਿਹੜੀ ਸਵਾਹ ਆ, ਉਹ ਸਵਾਹ ਲੈ ਕੇ ਉਸ ਬੀਜ ਨੂੰ ਚੰਗੀ ਤਰ੍ਹਾਂ ਮਸਲ ਦਿੱਤੀ ਜਾਂਦੀ ਆ।
ਜਿਹਦੇ ਨਾਲ ਬੀਜ ਜਿਹੜਾ ਉਹ ਵੱਖਾ ਵੱਖਾ ਹੋ ਜਾਂਦਾ ਹੈ, ਉਹਦਾ ਖੰਡਾਅ ਹੋ ਜਾਂਦਾ ਹੈ, ਤੇ ਉਹ ਜਿਹੜੀ ਪਾਣੀ ਦਾ ਜਿਹੜਾ ਪ੍ਰਭਾਵ ਜਿਹੜਾ ਉਹ ਖਤਮ ਹੋ ਜਾਂਦਾ ਹੈ। ਇਹ ਜਿਹੜਾ ਕੱਚੀ ਲੱਸੀ ਆ, ਉਹ ਕਈ ਤਰ੍ਹਾਂ ਦੇ ਵਾਇਰਸ ਵਗੈਰਾ, ਬੈਕਟੀਰੀਆ ਵਗੈਰਾ ਤੋਂ ਸਾਡੇ ਬੀਜ ਨੂੰ ਜਿਹੜੀ ਫਸਲ ਆਉਣ ਵਾਲੀ ਆ ਉਹਨੂੰ ਬਚਾਉਂਦੀ ਆ। ਦੂਜੀ ਜਿਹੜੀ ਅਸੀਂ ਸਵਾਹ ਜਿਹੜੀ ਲਾ ਦਿੱਤੀ ਹੈ ਬੀਜ ਨੂੰ, ਉਹਦੇ ਬੀਜ ਦੀ ਉੱਗਣ ਵੇਲੇ ਜੋ ਮੁੱਢਲੀ ਖੁਰਾਕ ਜਿਹੜੀ ਆ ਨਾ, ਇਹ ਬਣ ਜਾਂਦੀ ਹੈ ਉਹਦੀ। ਇਸ ਤੋਂ ਬਾਅਦ ਅਸੀਂ ਇਸ ਬੀਜ ਦੀ, ਜਿੱਦਾਂ ਆਪ ਜੀ ਨੇ ਦੱਸਿਆ, ਬਿੱਡਾਂ ਤੇ ਪਨੀਰੀ ਦੀ ਜਿਹੜੀ ਬਿਜਾਈ ਕਰ ਦੇਣੀ ਆ, ਤੇ ਉਸ ਤੋਂ ਬਾਅਦ ਜਦੋਂ ਇਹ 20 ਦਿਨ ਦੀ ਜਿਹੜੀ ਪਨੀਰੀ ਹੋ ਜਾਣੀ ਆ, ਤੇ ਉਸ ਤੋਂ ਬਾਅਦ ਖੇਤ ਵਿੱਚ ਟਰਾਂਸਪਲਾਂਟ ਕਰਨੀ ਆ। ਤੇ ਉਹ ਜਿਹੜੀਆਂ ਆਪਾਂ ਲਾਈਨਾਂ ਲਾਈਆਂ ਨੇ, ਮੈਂ ਤੁਹਾਨੂੰ ਰੋਕਣਾ ਚਾਹੂੰਗਾ ਜੀ ਇੱਥੇ। ਹਾਂਜੀ, ਤੁਸੀਂ ਗੱਲ ਕੀਤੀ ਹੈ ਕਿ ਉਹਦੇ ਉੱਪਰ ਸਵਾਹ ਖਿਲਾਰ ਦਿੱਤੀ ਜਾਂਦੀ ਹੈ, ਜਿਹੜੀ ਉਹਦੀ ਖੁਰਾਕ ਦਾ ਹਿੱਸਾ ਬਣਦੀ ਹੈ। ਹਾਂਜੀ ਹਾਂਜੀ, ਬਿਲਕੁਲ ਬਿਲਕੁਲ। ਸਾਡੇ ਆਮ ਇਹ ਗੱਲ ਪ੍ਰਚਲਿਤ ਹੈ ਕਿ ਸਵਾਹ ਜਿਹੜੀ ਆ ਉਹ ਇੱਕ ਫੋਕਟ ਪਦਾਰਥ ਹੈ। ਇਹਦੇ ਚ ਇਹੋ ਜਿਹੇ ਕਿਹੜੇ ਖੁਰਾਕੀ ਤੱਤ ਹੁੰਦੇ ਨੇ, ਕੀ ਤੁਸੀਂ ਸਾਨੂੰ ਦੱਸ ਸਕਦੇ ਹੋ, ਜਿਨ੍ਹਾਂ ਦੇ ਜ਼ਰੀਏ ਕਿਸਾਨ ਵੀਰਾਂ ਨੂੰ ਇਸ ਗੱਲ ਦਾ ਪਤਾ ਲੱਗ ਸਕੇ ਕਿ ਇਹ ਸਵਾਹ ਜਿਹੜੀ ਆ ਉਹ ਉਸ ਖੁਰਾਕ ਦਾ ਹਿੱਸਾ ਬਣਦੀ ਹੈ? ਇਹਦੇ ਚ ਆਮ ਤੌਰ ਤੇ ਪੋਟਾਸ਼ ਦੀ ਬਹੁਤਾਤ ਹੁੰਦੀ ਹੈ ਜੀ। ਫਾਸਫੋਰਸ ਤੇ ਪੋਟਾਸ਼ ਦੋ ਚੀਜ਼ਾਂ ਸਾਨੂੰ ਸਵਾਹ ਚ ਮਿਲ ਜਾਂਦੀਆਂ ਨੇ। ਤੇ ਇਹ ਜਿਹੜੇ ਖੁਰਾਕੀ ਤੱਤ ਨੇ, ਇਹ ਸਾਨੂੰ ਮੁੱਢਲੇ ਰੂਪ ਚ ਜਿਹੜੇ ਦੇਣੇ ਹੀ ਪੈਣਗੇ। ਜਿਹੜੀ ਆਪਾਂ ਬੈੱਡ ਜਿਹੜਾ ਤਿਆਰ ਕਰਨਾ ਵਾ, ਉਹਦੇ ਵਿੱਚ ਵੀ ਗਲੀ ਸੜੀ ਰੂੜੀ ਪਹਿਲਾਂ ਆਪਾਂ ਮਿਕਸ ਕਰ ਲੈਣੀ ਹੈ। ਜਿਹੜੀ ਆਪਾਂ ਖੁਰਾਕੀ ਤੱਤ ਦੀ ਜਿਹੜੀ ਗੱਲ ਵਿੱਚ ਰਹਿ ਗਈ ਸੀਗੀ, ਤੁਸੀਂ ਬਹੁਤ ਅੱਛਾ ਕੀਤਾ ਭਿੰਦਰ ਜੀ। ਇਹ ਜਿਹੜੀ ਖੁਰਾਕੀ ਤੱਤ ਪਨੀਰੀ ਵਾਸਤੇ ਸਾਨੂੰ ਬਹੁਤ ਵਧੀਆ ਆ, ਕਿਉਂਕਿ ਸਾਨੂੰ ਇਹਦੀ ਤਿਆਰੀ 20 ਦਿਨ ਦੇ ਅੰਦਰ ਕਰਨੀ ਆ। ਇਸ ਕਰਕੇ ਉਹਦੇ ਗਲੀ ਸੜੀ ਰੂੜੀ ਜਿਹੜੀ ਆ ਨਾ, ਉਹ ਪਾਉਣੀ ਆ। ਇਹ ਕੰਡੀਸ਼ਨ ਆ, ਕੱਚਾ ਗੋਹਾ ਨਾ ਕਿਤੇ ਪਾ ਬੈਠਿਓ, ਤੇ ਆਪਾਂ ਗਲੀ ਸੜੀ ਰੂੜੀ ਪਾਉਣੀ ਆ। ਉਸ ਗਲੀ ਸੜੀ ਰੂੜੀ ਦੇ ਪਾਉਣ ਦੇ ਨਾਲ, ਸਵਾਹ ਪਾਉਣ ਦੇ ਨਾਲ, ਉਹਦੇ ਜਿਹੜੇ ਆ ਮੁੱਢਲੇ ਰੂਪ ਚ ਉਹਨੂੰ ਬੀਜ ਨੂੰ ਖੁਰਾਕ ਮਿਲ ਜਾਂਦੀ ਆ। ਤੇ 20 ਦਿਨ ਦੀ ਪਨੀਰੀ ਤਿਆਰ ਕਰਕੇ ਖੇਤ ਚ ਟਰਾਂਸਪੋਰਟ ਕਰਨੀ ਆ। ਤੇ ਇਹ ਜਿਹੜੇ ਆਪਾਂ ਲਾਈਨਾਂ ਲਾਉਨੇ ਆ ਪਨੀਰੀ ਦੇ ਵਿੱਚ, ਉਹਦੇ ਚ ਡਿਸਟੈਂਸ ਜਿਹੜਾ 2 ਇੰਚ ਦਾ ਰੱਖ ਲੈਣ ਨਾਲ ਕੀ ਹੁੰਦਾ ਆ ਕਿ ਜਦੋਂ ਆਪਾਂ ਇਹਨੂੰ ਬਾਅਦ ਵਿੱਚ ਗੁਡਾਈ ਕਰਨੀ ਆ, 10 ਦਿਨ ਬਾਅਦ, ਇਹਦੀ ਇੱਕ ਅੱਧੀ ਵਾਰੀ ਦਾਤਰੀ ਦੀ ਨੋਕ ਦੇ ਨਾਲ ਇਹਦੇ ਚੋਂ ਨਦੀਨ ਕੱਢਦਾ ਜਾਵੇ ਛੋਟਾ ਛੋਟਾ, ਤੇ ਪਨੀਰੀ ਜਿਹੜੀ ਆ ਉਹਦੀ ਵਾਧਾ ਜਿਹੜਾ ਸੌਖਾ ਹੁੰਦਾ, ਵਧੀਆ ਹੁੰਦਾ ਆ। ਤੇ ਇਹ ਜਿਹੜੀ ਪਨੀਰੀ ਆ, ਜਦੋਂ 20 ਦਿਨ ਦੀ ਤਿਆਰ ਹੋ ਜਾਏਗੀ, ਤੇ ਆਪਣੇ ਖੇਤ ਨੂੰ ਆਪਣਾ, ਜਿੱਦਾਂ ਆਪਾਂ ਫਸਲ ਕੋਈ ਬੀਜਦੇ ਆ ਵੱਤਰ ਸਿਰ, ਜਿੱਦਾਂ ਉਹ ਵੱਤਰ ਤੇ ਖੇਤ ਤਿਆਰ ਕਰ ਲੈਣਾ ਆ। ਔਰ ਇਹਨੂੰ ਕਿਆਰੇ ਇਹਦੇ ਛੋਟੇ ਪਾਉਣੇ ਆ। ਸਭ ਤੋਂ ਪਹਿਲਾਂ ਤਾਂ ਖੇਤ ਦੀ ਚੋਣ ਜਿਹੜੀ ਬੜੀ ਮਹੱਤਤਾ ਰੱਖਦੀ ਹੈ। ਇਹਦੇ ਚ ਆਪਾਂ ਖੇਤ ਉਹ ਚੁਣਨਾ ਜਿੱਥੇ ਬਰਸਾਤ ਦਾ ਪਾਣੀ ਖੜਦਾ ਨਾ ਹੋਵੇ, ਜਿੱਥੇ ਬਰਸਾਤ ਦਾ ਪਾਣੀ ਰੁਕਦਾ ਨਾ ਹੋਵੇ। ਕਿਉਂਕਿ ਇਹ ਜਿਹੜੀਆਂ ਫਸਲਾਂ ਨੇ, ਜਿੰਨੇ ਵੀ ਮੂਲ ਅਨਾਜ ਨੇ, ਇਹ ਸਾਰੇ ਅਨਾਜ ਜਿਹੜੇ ਆ ਪਾਣੀ ਨੂੰ, ਬਰਸਾਤ ਦੇ ਪਾਣੀ ਨੂੰ, ਜਾਂ ਲੰਮਾ ਸਮਾਂ ਪਾਣੀ ਨੂੰ ਬਰਦਾਸ਼ਤ ਨਹੀਂ ਕਰਦੇ। ਇਹ ਫਸਲਾਂ ਜਿਹੜੀਆਂ ਇਹ ਸੁੱਕ ਜਾਂਦੀਆਂ ਨੇ, ਮਰ ਜਾਂਦੀਆਂ ਨੇ। ਇਸ ਕਰਕੇ ਆਪਾਂ ਉੱਚਾ ਖੇਤ ਜਿਹੜਾ ਵਾ ਉਹ ਚੁਣਨਾ ਆ। ਔਰ ਉਸ ਖੇਤ ਵਿੱਚ ਆਪਾਂ ਜਿਹੜਾ ਵਾ, ਜਿੱਦਾਂ ਆਪ ਜੀ ਨੂੰ ਦੱਸਿਆ, ਕਿਆਰੇ ਛੋਟੇ ਪਾਉਣੇ ਆ। ਛੋਟੇ ਕਿਆਰੇ ਪਾਉਣ ਦੀ ਵਜ੍ਹਾ ਕੀ ਹੈਗੀ ਆ ਕਿ ਮੰਨ ਲਓ ਕਿਤੇ ਬਹੁਤ ਲੰਮਾ ਸਮਾਂ ਮਤਲਬ ਸੁੱਕਾ ਲੱਗਦਾ ਆ, ਤੇ ਪਾਣੀ ਦੇਣ ਦੀ ਲੋੜ ਪੈਂਦੀ ਆ, ਤੇ ਪਾਣੀ ਵੀ ਆਪਾਂ ਹਲਕਾ ਦੇਣਾ ਹੈ ਫਸਲ ਨੂੰ, ਬਹੁਤ ਹਲਕਾ ਹਲਕਾ ਪਾਣੀ ਦੇਣਾ ਆ। ਵੈਸੇ ਤੇ ਇਹਨੂੰ ਫਸਲ ਇਹ ਮਰਦੀ ਨਹੀਂ ਆ, ਜਿੰਨਾ ਮਰਜ਼ੀ ਸੁੱਕਾ ਪੈ ਜਾਵੇ, ਇਹ ਫਸਲਾਂ ਮਰਦੀਆਂ ਨਹੀਂ ਗਈਆਂ। ਫਿਰ ਵੀ ਕਿਉਂਕਿ ਆਪਾਂ ਗਿੱਝੇ ਹੋਏ ਆ ਆਪਣੇ ਫਸਲ ਨੂੰ ਪਾਣੀ ਦੇਣ ਦੇ, ਬੜੇ ਹੀ ਮਤਲਬ ਧਿਆਨ ਰੱਖਦੇ ਆ ਫਸਲਾਂ ਦਾ। ਇਸ ਕਰਕੇ ਅਗਰ ਲੋੜ ਪੈਂਦੀ ਆ, ਤੇ ਛੋਟੇ ਕਿਆਰੇ ਪਾਏ ਹੋਣਗੇ, ਤੇ ਪਾਣੀ ਦੀ ਜਿਹੜੀ ਆ ਨਾ ਵਰਤੋਂ ਅਸੀਂ ਬਹੁਤ ਹਲਕੀ ਕਰਨੀ ਆ। ਤੇ ਮੈਂ ਤੁਹਾਨੂੰ ਥੋੜਾ ਰੋਕਣਾ ਚਾਹੂੰਗਾ। ਇਹਦੇ ਬਾਰੇ ਦੱਸਿਆ ਜੇ ਕਿ ਇਸ ਗੱਲ ਨੂੰ ਅਸੀਂ ਕਿਸ ਤਰ੍ਹਾਂ ਮਹਿਸੂਸ ਕਰ ਸਕਦੇ ਹਾਂ ਕਿ ਇਹਨੂੰ ਅੱਜ ਦੇਖੋ, ਜੋ ਕਿਸਾਨੀ ਰਵਾਇਤੀ ਨਹੀਂ, ਕਮਰਸ਼ੀਅਲ ਕਿਸਾਨੀ ਹੈ ਜਿਹੜੀ, ਉਹਨੂੰ ਦੇਖਦੇ ਆ ਕਿ ਉਹ ਫਸਲਾਂ ਨੂੰ ਜਿਸ ਤਰੀਕੇ ਨਾਲ ਪਾਣੀ ਦੇ ਰਹੇ ਨੇ, ਉੱਥੇ ਇਹ ਨਹੀਂ ਦੇਖਿਆ ਜਾਂਦਾ ਕਿ ਇਸ ਫਸਲ ਨੂੰ ਅੱਜ ਪਾਣੀ ਦੀ ਲੋੜ ਹੈ ਜਾਂ ਨਹੀਂ। ਉਹ ਬਸ ਇਹ ਹੈ ਕਿ ਹਾਂ ਪਾਣੀ ਦੇਣਾ ਹੈ। ਹਾਂਜੀ, ਇਸ ਤਰ੍ਹਾਂ ਹੁੰਦਾ। ਤਾਂ ਇੱਥੇ ਥੋੜਾ ਸਪਸ਼ਟ ਕਰਿਓ ਕਿ ਇਸ ਫਸਲ ਨੂੰ ਜਦ ਪਾਣੀ ਦੇਣਾ, ਤੇ ਉਹ ਸਾਨੂੰ ਕਿਸ ਤਰ੍ਹਾਂ ਮਹਿਸੂਸ ਹੋਏਗਾ? ਫਸਲ ਦੀ ਸ਼ਕਲ ਜਿਹੜੀ ਹੈ, ਉਸ ਮਿਲਟਸ ਦੇ ਪੌਦਿਆਂ ਦੀ ਸ਼ਕਲ ਕਿਸ ਤਰ੍ਹਾਂ ਦੀ ਹੋਏਗੀ, ਤਾਂ ਕਿ ਸਾਨੂੰ ਇਹ ਮਹਿਸੂਸ ਹੋ ਸਕੇ, ਪਤਾ ਲੱਗ ਸਕੇ ਕਿ ਹੁਣ ਪਾਣੀ ਦੀ ਕੁਝ ਲੋੜ ਹੈ। ਇਹ ਜ਼ਰੂਰ ਸਪਸ਼ਟ ਕਰਿਆ ਜੇ। ਇੱਕ ਤੇ ਦੂਸਰੀ ਗੱਲ ਕਿ ਕਿਆਰੇ ਛੋਟੇ ਤੋਂ ਭਾਵ ਸਾਈਜ਼ ਜ਼ਰੂਰ ਮੈਂਸ਼ਨ ਕਰਿਓ। ਹਾਂਜੀ, ਤੇ ਛੋਟੇ ਕਿਆਰੇ ਤੋਂ ਭਾਵ ਇਹ ਹੈਗਾ ਆ ਕਿ ਜਿਹੜਾ ਆਪਾਂ 2.5 ਤੋਂ 3 ਕਰਮਾਂ ਦਾ ਕਿਆਰਾ ਜਿਹੜਾ ਉਹ ਪਾ ਲਿਆ ਜਾਵੇ, ਛੋਟਾ ਕਿਆਰਾ ਆਪਾਂ ਕਹਿੰਦੇ ਆ। ਤੇ ਪਾਣੀ ਦੀ ਲੋੜ ਦੀ ਜਿਹੜੀ ਹੈਗੀ ਗੱਲ ਆਪਾਂ ਕਰ ਰਹੇ ਆ, ਇਹ ਇਦਾਂ ਹੈ ਕਿ ਪਾਣੀ ਜਿਹੜਾ ਵਾ ਉਹ ਜਦੋਂ ਆਪਾਂ ਪਨੀਰੀ ਬੀਜਣ ਤੋਂ ਮੈਂ ਸ਼ੁਰੂ ਕਰਦਾ, ਪਾਣੀ ਦੀ ਤੁਹਾਨੂੰ ਨਾਲ ਵਿੱਚ ਜਾਣਕਾਰੀ ਦੇ ਦਿਆਂਗਾ। ਪਨੀਰੀ ਦੀ ਬਿਜਾਈ ਜਿਹੜੀ ਆ, ਉਹ ਆਪਾਂ ਲਾਈਨਾਂ ਤੋਂ ਲਾਈਨ ਜਿਹੜੀ ਆ 2 ਫੁੱਟ ਦਾ ਡਿਸਟੈਂਸ ਰੱਖਣਾ ਆ। ਤੇ ਪਲਾਂਟ ਟੂ ਪਲਾਂਟ ਜਿਹੜਾ ਵਾ ਉਹ 1 ਫੁੱਟ ਦਾ ਡਿਸਟੈਂਸ ਰੱਖਣਾ ਹੈ। ਵਿੱਥ ਜਿਹੜੀ ਆ, ਬੂਟੇ ਤੋਂ ਬੂਟੇ ਦੀ ਵਿੱਥ 1 ਫੁੱਟ ਰੱਖਣੀ ਆ। ਤੇ ਲਾਈਨ ਤੋਂ ਲਾਈਨ ਦੀ ਜਿਹੜੀ ਵਿੱਥ ਆ ਉਹ
2 ਫੁੱਟ ਰੱਖਣੀ ਆ। ਉਹਦੀ ਵਜ੍ਹਾ ਕੀ ਹੈਗੀ ਆ, ਇਹ ਜਿਹੜੇ ਇੱਕ ਮਤਲਬ ਨਾ ਕਾਮਨ ਜੀ ਗੱਲ ਆ ਵੀ ਜਿਹੜੇ ਫਸਲ ਜਾਂ ਜਿਹੜਾ ਅਨਾਜ ਜਿਹਦੇ ਚ ਖੁਰਾਕੀ ਤੱਤਾਂ ਦੀ ਬਹੁਤਾਤ ਆ, ਉਹਨੇ ਓਨੇ ਹੀ ਖੁਰਾਕੀ ਤੱਤ ਖੇਤ ਵਿੱਚੋਂ ਲੈਣੇ ਨੇ। ਅਗਰ ਆਪਾਂ ਇਸ ਖੇਤੀ ਦੀ, ਇਸ ਫਸਲ ਦੀ ਸੰਘਣੀ ਖੇਤੀ ਕਰਾਂਗੇ ਤੇ ਸਾਡਾ ਜਿਹੜਾ ਖੇਤ ਆ ਉਹਦੇ ਚੋਂ ਖੁਰਾਕੀ ਤੱਤਾਂ ਦੀ ਜਿਹੜੀ ਨਿਕਾਸੀ ਜ਼ਿਆਦਾ ਹੋ ਜਾਏਗੀ, ਔਰ ਸਾਡਾ ਜਿਹੜਾ ਖੇਤ ਆ ਉਹ ਅਗਲੀ ਫਸਲ ਵਾਸਤੇ ਅਨਫਿਟ ਹੋ ਜਾਏਗਾ। ਅਗਲੀ ਜਿਹੜੀ ਫਸਲ ਲਾਉਣੀ ਆ ਉਹ ਫਸਲ ਜਿਹੜੀ ਪ੍ਰੋਪਰ ਨਹੀਂ ਹੋ ਪਾਏਗੀ। ਤੇ ਜਿਹੜੀ ਆਪਾਂ ਪਾਣੀ ਦੀ ਗੱਲ ਕਰਦੇ ਆ, ਜਦੋਂ ਆਪਾਂ ਖੇਤ ਵਿੱਚ ਟ੍ਰਾਂਸਪਲਾਂਟ ਕਰਤੀ ਪਨੀਰੀ, ਆਪਾਂ ਵੱਤਰ ਸਿਰ ਖੇਤ ਵਿੱਚ ਸੁੱਕੇ ਖੇਤ ਵਿੱਚ ਪਨੀਰੀ ਲਾ ਦੇਣੀ ਆ, ਉਸ ਤੋਂ ਬਾਅਦ ਉਸੇ ਟਾਈਮ ਮਗਰ ਪਾਣੀ ਛੱਡ ਦੇਣਾ ਵਾ। ਇਹ ਜਿਹੜਾ ਪਹਿਲਾ ਪਾਣੀ ਜਿਹੜਾ ਵਾ ਇਹ ਬਹੁਤ ਜ਼ਰੂਰੀ ਆ। ਉਸ ਤੋਂ ਬਾਅਦ ਅਕਸਰ ਬਰਸਾਤਾਂ ਹੋ ਜਾਂਦੀਆਂ ਨੇ, ਤੇ ਜੇ ਪਾਣੀ ਦੀ ਲੋੜ ਕਿਵੇਂ ਮਹਿਸੂਸ ਕਰਨ ਵਾਲੀ ਜਿਹੜੀ ਆਪ ਜੀ ਨੇ ਗੱਲ ਕੀਤੀ ਆ, ਆਪਾਂ ਆਪਣੇ ਖੇਤ ਵਿੱਚ ਰੋਜ਼ ਆਪਣੇ ਖੇਤ ਜਾਣਾ ਵਾ 11-12 ਵਜੇ, ਆਪਾਂ ਦੁਪਹਿਰ ਦੇ ਸਮੇਂ ਜਾਈਏ ਖੇਤ ਵਿੱਚ, ਤੇ ਖੇਤ ਦੇ ਜਿਹੜੀ ਫਸਲ ਦੀ ਜਿਹੜੀ ਹਾਲਾਤ ਦੇਖ ਕੇ ਸਾਨੂੰ ਪਤਾ ਲੱਗ ਜਾਂਦਾ ਆ। ਉਹਦੇ ਪੱਤੇ ਜਿਹੜੇ ਆ ਨਾ ਬਹੁਤ ਟੁਲਟ ਹੋ ਜਾਂਦੇ, ਮੁੜ ਜਾਂਦੇ ਨੇ। ਜਦੋਂ ਪੱਤੇ ਜ਼ਿਆਦਾ ਮੁੜਨ ਤੇ ਮੁਰਝਾਉਣ, ਜਿਹਨੂੰ ਪੰਜਾਬੀ ਕਹਿੰਦੇ ਨੇ, ਉਹ ਪੱਤੇ ਜ਼ਿਆਦਾ ਮੁਰਝਾਉਣ ਤੇ ਫੇਰ ਆਪਾਂ ਪਾਣੀ ਜਿਹੜਾ ਲਾ ਸਕਦੇ ਆ। ਤੇ ਇਹ ਜਿਹੜਾ ਪਾਣੀ ਦੀ ਲੋੜ ਅਕਸਰ ਮੈਂ ਦੇਖਿਆ, ਮੈਂ 3 ਸਾਲ ਤੋਂ ਦੇਖ ਰਿਹਾ ਵੀ ਪਾਣੀ ਦੀ ਲੋੜ ਪੈਂਦੀ ਹੋ ਨਹੀਂ ਆ, ਕਿਉਂਕਿ ਅਕਸਰ ਬਰਸਾਤ ਹੋ ਜਾਂਦੀ ਆ। ਇਹ ਥੋੜੀ ਜਿਹੀ ਬਰਸਾਤ ਵੀ ਅਗਰ ਹੋ ਜਾਏ ਤਾਂ ਵੀ ਇਹ ਫਸਲ ਜਿਹੜੀ ਆ ਉਹ ਉਸ ਪਾਣੀ ਦੇ ਨਾਲ ਜਿਹੜੀ ਆ ਬੜੀ ਵਧੀਆ ਚੱਲਦੀ ਆ। ਤੇ ਇਸ ਤੋਂ ਬਿਨਾਂ ਜਿਹੜਾ ਇਹਦੇ ਚ ਫਸਲ ਦੀ ਜਿਹੜੀ ਸੰਭਾਲ ਆ, ਉਹਦੇ ਵਿੱਚ ਸਾਨੂੰ ਗੋਡੀ ਦੀ ਜਿਹੜੀ ਲੋੜ ਅਕਸਰ ਪੈਂਦੀ ਆ। ਖੇਤ ਵਿੱਚ ਪਨੀਰੀ ਲਾਉਣ ਤੋਂ ਕਰੀਬ ਜਦੋਂ ਆਪਾਂ ਦੇਖੀਏ ਫਸਲ ਜਿਹੜੀ ਬੱਤਰ ਆ ਗਈ ਆ, ਜੇ ਕੋਈ ਨਦੀਨ ਤੁਹਾਨੂੰ ਨਜ਼ਰ ਆਉਂਦਾ ਆ, ਉਸ ਵੇਲੇ ਗੋਡੀ ਤੁਸੀਂ ਕਰ ਲਓ। ਅਗਰ ਤੁਸੀਂ ਸਮਝਦੇ ਹੋ ਵੀ ਅਜੇ ਨਦੀਨ ਨਜ਼ਰ ਨਹੀਂ ਆਉਂਦੇ, ਕਈ ਵਾਰ ਨਹੀਂ ਹੋ ਖੇਤ ਤੁਹਾਡਾ ਠੀਕ ਆ, ਤੇ ਉਸ ਤੋਂ ਬਾਅਦ ਤੁਹਾਡੀ ਗੋਡੀ ਜਿਹੜੀ ਆ ਉਹ ਤੁਹਾਨੂੰ ਫਿਰ ਵੀ 10-15 ਦਿਨਾਂ ਦੇ ਵਿੱਚ ਗੋਡੀ ਕਰਨੀ ਪਏਗੀ। 15 ਦਿਨਾਂ ਦੀ ਪਹਿਲੀ ਗੋਡੀ ਕਰ ਲਓ, ਤੇ ਉਸ ਤੋਂ ਬਾਅਦ ਅਗਲੀ ਗੋਡੀ ਜਿਹੜੀ ਫਿਰ ਇੱਕ ਵਾਰੀ ਤੁਸੀਂ ਨਦੀਨਾਂ ਦੀ ਪੋਜੀਸ਼ਨ ਦੇਖ ਕੇ ਗੋਡੀ ਕਰਨੀ ਆ ਜੀ। ਲੋੜ ਪੈਣ ਤੇ ਗੋਡੀ ਕਰਨੀ ਆ, 2 ਤੋਂ 3 ਵਾਰੀ ਗੋਡੀਆਂ ਕਰਨ ਦੀ ਲੋੜ ਪੈ ਜਾਂਦੀ ਕਈ ਵਾਰ। ਤੇ ਕਿਉਂਕਿ ਅਕਸਰ ਜਿਹੜੇ ਸਾਡੇ ਇਹ ਸਾਉਣੀ ਦੀ ਫਸਲਾਂ ਨੇ, ਇਹਨਾਂ ਵਿੱਚ ਨਦੀਨਾਂ ਦੀ ਭਰਮਾਰ ਹੋ ਜਾਇਆ ਕਰਦੀ ਆ, ਤੇ ਬਰਸਾਤ ਕਈ ਵਾਰ ਗੋਡੀ ਨਹੀਂ ਵੀ ਕਰ ਦਿੰਦੀ। ਫਿਰ ਵੀ ਆਪਾਂ ਯਤਨ ਕਰੀਏ ਵੀ ਜਦੋਂ ਮੌਕਾ ਲੱਗੇ, ਜੀ ਨਜ਼ਰ ਆਉਣ, ਗੋਡੀ ਇਹਦੀ ਕਰ ਲਈਏ। ਉਹਦੇ ਨਾਲ ਫਸਲ ਦੀ ਜਿਹੜੀ ਆ ਬੜੋਤਰੀ, ਉਹ ਫਸਲ ਦਾ ਵਾਧਾ ਚੰਗਾ ਹੁੰਦਾ ਆ। ਤੇ ਇਸ ਤੋਂ ਬਿਨਾਂ ਇਹਦੇ ਫਸਲ ਵਿੱਚ ਆਪਾਂ ਕਿਸੇ ਵੀ ਕਿਸਮ ਦੀ ਕੋਈ ਰੇ ਜਾਂ ਸਪਰੇਅ ਨਹੀਂ ਕਰਨੀ। ਜਿਹੜੀ ਆਪਾਂ ਫਸਲ ਦੀ ਵਿੱਥ ਪ੍ਰੋਪਰ ਰੱਖੀ ਆ, ਉਹਦੀ ਵਜ੍ਹਾ ਵੀ ਇਹੋ ਹੀ ਆ, ਕਿਉਂਕਿ ਇਹ ਆਪਾਂ ਜਿਹੜੇ ਕੁਦਰਤੀ ਖੇਤੀ ਕਰਨ ਵਾਲੇ ਜਾਣਦੇ ਆ ਕਿ ਖੇਤ ਜਿਹੜੀ ਫਸਲ ਆ ਉਹ ਖੇਤ ਵਿੱਚੋਂ ਸਿਰਫ 5% ਤੱਤ ਲੈਂਦੀ ਆ, ਔਰ 95% ਜਿਹੜੀ ਵਾਤਾਵਰਣ ਚੋਂ ਪ੍ਰਾਪਤ ਕਰਦੀ ਆ। ਜਿਹੜੇ ਖੁਰਾਕ ਲੈਂਦੀ ਆ ਫਸਲ, ਉਹ 5% ਔਰ 95% ਜਿਹੜਾ ਵਾਤਾਵਰਣ ਚੋਂ ਲੈਂਦੀ ਆ। ਜਿਵੇਂ ਧੁੱਪ, ਇਹ ਫਸਲ ਇੱਕੋ ਜਿਹੀ ਮਿਲਣੀ ਚਾਹੀਦੀ ਆ, ਜਿਹਦੇ ਨਾਲ ਫਸਲ ਦੀ ਜਿਹੜਾ ਵਾਧਾ ਵਾ ਉਹ ਵਧੀਆ ਹੁੰਦਾ ਆ। ਤੇ ਇਸ ਕਰਕੇ ਅਸੀਂ ਉਹਦੀ ਜਿਹੜੀ ਆ ਸਪੇਸਿੰਗ ਇਸ ਢੰਗ ਨਾਲ ਰੱਖੀ ਹੋਈ ਆ। ਤੇ ਉਹਦੇ 2 ਫੁੱਟ ਦਾ ਸਪੇਸਿੰਗ ਰੱਖਣ ਦਾ ਇਹ ਵੀ ਕਾਰਨ ਹੈ ਵੀ ਪ੍ਰੋਪਰ ਇਹਨੂੰ ਹਵਾ ਤੇ ਧੁੱਪ ਮਿਲ ਜਾਂਦੀ ਆ। ਦੂਜਾ ਕਾਰਨ ਇਹ ਹੈ ਕਿ ਗੋਡੀ ਕਰਨ ਵਾਸਤੇ ਸਾਨੂੰ ਸੌਖ ਰਹਿੰਦੀ ਆ। ਤੇ ਥੱਲੇ ਹੈਗੀ ਵੀ ਜਿਹੜੀ ਸਾਡੀ ਫਸਲ ਨੇ, ਜ਼ਮੀਨ 'ਚ ਜਿਹੜੇ ਖੁਰਾਕੀ ਤੱਤ ਲੈਣੇ ਨੇ, ਉਹ ਪ੍ਰੋਪਰ ਜਿਹੜੀ ਉਹਨੂੰ ਬੈਲੈਂਸ ਡਾਈਟ ਉਹਨੂੰ ਸਾਰੀ ਫਸਲ ਨੂੰ ਮਿਲ ਸਕੇ। ਇਸ ਕਰਕੇ ਆਪਾਂ ਫਸਲ ਨੂੰ ਲਾਈਨਾਂ 'ਚ ਔਰ ਸਪੇਸਿੰਗ ਪ੍ਰੋਪਰ ਦੇ ਕੇ ਲਾਉਂਦੇ ਆ। ਤੇ ਸਾਰੇ ਬੂਟਿਆਂ ਨੂੰ ਇੱਕੋ ਜਿਹੀ ਹਵਾ, ਪਾਣੀ ਔਰ ਖੁਰਾਕੀ ਤੱਤ ਇੱਕੋ ਜਿਹੇ ਮਿਲ ਸਕਣ, ਜਿਹਦੇ ਕਰਕੇ ਆਪਾਂ ਉਹ ਫਸਲ ਦਾ ਵਾਧਾ ਸਹੀ ਹੋਵੇ। ਤੇ ਇਸ ਤੋਂ ਬਿਨਾਂ ਜਿਹੜੇ ਸਾਡੀ ਫਸਲ ਆ, ਇਹਨੂੰ ਕਿਸੇ ਵੀ ਕਿਸਮ ਦਾ ਕੋਈ ਕੀੜਾ ਤੇ ਬਿਮਾਰੀ ਨਹੀਂ ਲੱਗਦੀ। ਅਕਸਰ ਅਸੀਂ ਦੇਖਿਆ ਜਿਹੜਾ 3 ਸਾਲ ਤੋਂ, ਤੇ ਉਹਦੀ ਵਜ੍ਹਾ ਵੀ ਇਹੀ ਆ ਵੀ ਸਾਡੀ ਜਿਹੜੀ ਇਹ ਫਸਲ ਦੀ ਜਿਹੜੀ ਸਪੇਸਿੰਗ ਜਿਹੜੀ ਆ ਨਾ ਰੱਖਣ ਦੇ ਨਾਲ, ਉਹਦੇ ਨਾਲ ਅੰਦਰ ਹਮਸ ਪੈਦਾ ਨਹੀਂ ਹੁੰਦਾ, ਉਹਦੇ ਅੰਦਰ ਜਿਹੜੇ ਕੀੜੇ ਪਣਪਦੇ ਨਹੀਂ ਗਏ, ਤੇ ਇਹ ਫਸਲ ਦਾ ਜਿਹੜਾ ਬਚਾ ਰਹਿੰਦਾ, ਫਸਲ ਜਿਹੜੀ ਵਧੀਆ ਚੱਲਦੀ ਆ। ਤੇ ਫਸਲ ਦੀ ਜਿਹੜੀ ਸੰਭਾਲ ਇਸ ਤੋਂ ਇਲਾਵਾ ਹੋਰ ਇਹੀ ਆ ਵੀ ਇਹਦੇ 'ਚ ਆਪਾਂ ਨੂੰ ਗੋਡੀ ਪੂਰੀ ਪ੍ਰੋਪਰ ਦੇਣੀ ਪੈਣੀ ਆ। ਤੇ ਇਸ ਤੋਂ ਬਿਨਾਂ ਪਾਣੀ ਦਾ ਖਿਆਲ ਆਪਾਂ ਜਿਹੜਾ ਆਪ ਜੀ ਨੂੰ ਦੱਸਿਆ ਵੀ ਬਹੁਤ ਜ਼ਿਆਦਾ ਫਸਲ ਮੁਰਝਾਉਂਦੀ ਹੈ, ਦੇਣਾ ਪਾਣੀ ਨੇ ਤੇ ਨਹੀਂ ਦੇਣਾ, ਨਹੀਂ ਤੇ ਬਰਸਾਤਾਂ ਪਾਣੀ ਪੂਰਾ ਕਰ ਦਿੰਦੀਆਂ ਨੇ। ਇਸ ਤੋਂ ਅੱਗੇ ਚੱਲ ਕੇ ਇਸ ਫਸਲ ਦੀ ਜਿਹੜੀ ਹੈਗੀ ਆ ਹਾਰਵੈਸਟਿੰਗ ਦੀ ਗੱਲ ਕਰੀਏ ਆਪਾਂ, ਇਹ ਫਸਲ ਪੂਰੇ ਤਕਰੀਬਨ 5 ਮਹੀਨੇ ਬਾਅਦ ਫਸਲ ਜਿਹੜੀ ਹੈ ਤਿਆਰ ਹੋ ਜਾਂਦੀ ਹੈ। ਤੇ ਜਦੋਂ ਫਸਲ ਪੱਕ ਜਾਂਦੀ ਆ, ਇਹਦਾ ਨਾੜ, ਇਹਦਾ ਪਰਾਲ ਜਿਹੜਾ ਵਾ, ਇਹ ਪੂਰਾ ਹਰਿਆ ਹੁੰਦਾ ਵਾ। ਇਹਦੀ ਜਿਹੜੀ ਹਾਈਟ ਫਸਲ ਦੀ ਕੋਈ 2.25 ਫੁੱਟ ਤੋਂ ਲੈ ਕੇ 2.5 ਫੁੱਟ ਦੇ ਕਰੀਬ ਹੋ ਜਾਂਦੀ, ਆਮ ਜਿੱਦਾਂ ਸਾਡਾ ਝੋਨੇ ਜਿੰਨੇ ਕੁ ਲੰਬੇ ਹੁੰਦੇ ਨੇ।
ਤੇ ਜੀ ਇਹ ਫਸਲ ਦੀ ਜਿਹੜੀ ਹਾਈਟ ਇਹਦੇ 'ਚ ਇੱਕ ਹੋਰ ਇਹਦੇ 'ਚ ਨੈਗੇਟਿਵਿਟੀ ਇਹ ਹੀ ਆ ਕਿ ਇਹ ਫਸਲ ਅਕਸਰ ਡਿੱਗ ਜਾਂਦੀ ਹੈ। ਇਹ ਜਿਹੜੀ ਮੈਂ 2-3 ਵੈਰਾਈਟੀਆਂ ਟਰਾਈ ਕੀਤੀਆਂ ਨੇ, ਦੋਵੇਂ ਤਿੰਨੇ ਵੈਰਾਈਟੀਆਂ ਸਾਡੇ ਜਿਹੜੇ ਇੱਥੇ ਖੇਤਾਂ ਵਿੱਚ ਪੰਜਾਬ ਦੇ ਵਿੱਚ ਖੇਤਾਂ 'ਚ ਫਸਲ ਗਿਰ ਜਾਂਦੀ ਆ ਪੱਕਣ ਵੇਲੇ ਆਣ ਕੇ। ਤੇ ਜੀ ਇਹ ਇਹਦੇ 'ਚ ਥੋੜੀ ਜਿਹੀ ਨੁਕਸ ਹੈਗਾ ਵਾ। ਇਸ ਕਰਕੇ ਆਪਾਂ ਫਸਲ ਦੀ ਸਪੇਸਿੰਗ ਔਰ ਖੇਤ ਨੂੰ ਆਪਾਂ ਪੱਧਰੇ ਖੇਤ ਵਿੱਚ ਲਾਉਂਦੇ ਆ। ਅਕਸਰ ਲੋਕਾਂ ਦੇ ਸਵਾਲ ਹੁੰਦੇ ਨੇ ਕਿ ਆਪਾਂ ਰੇਜਰ ਦੇ ਨਾਲ ਵੱਟਾਂ ਕੱਢ ਕੇ ਉਹਦੇ ਉੱਤੇ ਲਾ ਦਈਏ, ਨਾਲੇ ਪਾਣੀ ਦਾ ਜਿਹੜਾ ਵਾ ਉਹ ਫਸਲ ਨੂੰ ਅਸਰ ਨਹੀਂ ਕਰੇਗੀ ਜਿਹੜੀ ਬਰਸਾਤ ਹੈ ਜ਼ਿਆਦਾ। ਲੇਕਿਨ ਉਹ ਜੇ ਆਪਾਂ ਵੱਟਾਂ ਤੇ ਫਸਲ ਲਾਉਂਦੇ ਆ ਤੇ ਉਹਦੇ ਨਾਲ ਕੀ ਸਾਨੂੰ ਮਸਲਾ ਪੈਦਾ ਹੋ ਜਾਂਦਾ ਵੀ ਜਦੋਂ ਕੱਟਣ ਵੇਲੇ ਫਸਲ ਜੀ ਗਿਰੀ ਹੁੰਦੀ ਹੈ, ਉਹ ਕੱਟਣ ਲੱਗੇ ਸਾਨੂੰ ਜਿਹੜੀ ਸਮੱਸਿਆ ਪੈਦਾ ਹੁੰਦੀ ਹੈ। ਤੇ ਇਹ ਫਸਲ ਜਿਹੜੀ ਆ ਆਪਾਂ ਨੂੰ ਸੰਭਾਲਣ ਦਾ ਜਿਹੜਾ ਤੁਹਾਨੂੰ ਦੱਸਿਆ ਕਿ ਇਹਦੇ 'ਚ ਨਾੜ ਜਿਹੜਾ ਪੱਕਣ ਵੇਲੇ ਇੱਕਦਮ ਹਰਿਆ ਹੁੰਦਾ ਆ, ਇਹਦੇ ਦਾਣੇ ਗਾੜੇ ਰੰਗ ਦੇ ਹੋ ਜਾਂਦੇ ਨੇ, ਗਾੜੇ ਰੰਗ ਦੇ ਹੋ ਜਾਂਦੇ ਨੇ। ਉਹਨਾਂ ਦਾਣਿਆਂ ਦੀ ਜਿਹੜੀ ਆ ਫਿਰ ਆਪਾਂ ਕਟਾਈ ਜਿਹੜੀ ਪ੍ਰੋਪਰ ਉਹ ਫਸਲ ਦੀ ਜਿਹੜੀ ਕਟਾਈ ਕਰ ਲੈਣੀ ਆ। ਜਦੋਂ ਦਾਣੇ ਇੱਕਦਮ ਡਾਰਕ ਕਲਰ ਦੇ ਹੋ ਜਾਣ ਤੇ ਜੀ ਇਹਨੂੰ ਕਟਾਈ ਕਰ ਲੈਣੀ ਹੈ। ਤੇ ਇਹਦੇ 'ਚ ਇੱਕ ਹੋਰ ਮਸਲਾ ਜਿਹੜਾ ਹੈਗਾ ਆ ਜੀ, ਇਹਦੀ ਜਿਹੜੀ ਅਕਸਰ ਜਿੰਨੇ ਮਿਲਟਸ ਆ ਨਾ, ਇਹ ਸਾਰੇ ਸਾਡੇ ਕਣਕ ਤੇ ਝੋਨੇ ਦੀ ਤਰ੍ਹਾਂ ਇੱਕੋ ਟਾਈਮ ਇੱਕੋ ਜਿਹੇ ਨਹੀਂ ਪੱਕਦੇ। ਸਾਡੇ ਇਹ ਜਿੰਨੇ ਮਿਲਟਸ ਆ ਸਾਰਿਆਂ ਦੀ ਪਕਾਈ ਅੱਗੇ ਪਿੱਛੇ ਹੁੰਦੀ ਹੈ ਥੋੜੀ ਜੀ। ਆਪਾਂ ਇਸੇ ਕਰਕੇ ਤੇ ਪਨੀਰੀ ਵੀ ਲਾਉਣ ਦੀ ਵਜ੍ਹਾ ਵੀ ਇਹੀ ਆ ਕਿ ਸਾਡੀ ਫਸਲ ਦੀ ਜਿਹੜੀ ਹੈ ਇੱਕੋ ਸਮੇਂ ਫਲਾਵਰਿੰਗ ਹੋਵੇ, ਇੱਕੋ ਸਮੇਂ ਜਿਹੜੀ ਆ ਡਿਲਰਿੰਗ ਹੋਵੇ ਔਰ ਇੱਕੋ ਏਜ ਸਾਰੇ ਪੌਦਿਆਂ ਦੀ ਹੋਵੇ। ਜਿਹੜੀ ਆਪਾਂ ਛੱਟੇ ਨਾਲ ਜਾਂ ਕੇਰੇ ਨਾਲ ਫਸਲ ਬੀਜਦੇ ਆ, ਉਹਦੀ ਸਮੱਸਿਆ ਇਹ ਪੈਦਾ ਹੁੰਦੀ ਆ ਕਿ ਜਿਹੜੇ ਪੌਦੇ ਕੁਝ ਸਮਾਂ ਬਾਅਦ ਉੱਗਦੇ ਨੇ, ਲੇਟ ਉੱਗਦੇ ਨੇ, ਉਹਨਾਂ ਦੀ ਫਲਾਵਰਿੰਗ ਡੇਟ ਵੀ ਅੱਗੇ ਪਿੱਛੇ ਹੋ ਜਾਂਦੀ ਹੈ। ਜਿੱਦਾਂ ਆਪਾਂ ਜਦੋਂ ਫਸਲ ਨੂੰ ਪਾਣੀ ਲਾਉਂਦੇ ਆ, ਪਾਣੀ ਲਾਉਣ ਵੇਲੇ ਕੁਝ ਬੂਟੇ ਪੌਦੇ ਪਹਿਲਾਂ ਉੱਗੇ ਹੁੰਦੇ ਨੇ, ਜਿਹੜੇ ਬੀਜ ਅਜੇ ਉੱਗੇ ਨਹੀਂ ਹੁੰਦੇ, ਉਹ ਜਦੋਂ ਪਾਣੀ ਲਾਉਣ ਦਾ ਗੈਪ ਤੁਹਾਡਾ 7 ਦਿਨ ਦਾ ਗੈਪ ਆ ਤੇ 7 ਦਿਨ ਬਾਅਦ ਬੂਟੇ ਉੱਗਣੇ ਨੇ, ਔਰ ਉਹ ਬੂਟਿਆਂ ਦਾ ਜਿਹੜਾ ਵਾ ਪਕਾਈ ਵੇਲੇ ਵੀ ਉਹਨਾਂ ਅੱਗੇ ਪਿੱਛੇ ਹੋ ਜਾਣਾ ਹੈ। ਆਪਾਂ ਇਸ ਕਰਕੇ ਉਹ ਪਨੀਰੀ ਲਾਉਣ ਦੀ ਵਜ੍ਹਾ ਵੀ ਇਹੀ ਆ ਕਿ ਉਹਦੀ ਜਿਹੜੀ ਪਕਾਈ ਆ, ਪੱਕਣ ਵੇਲੇ ਸਾਰੇ ਪੌਦੇ ਇੱਕੋ ਟਾਈਮ ਫਲਾਵਰਿੰਗ ਹੋਏ ਉਹਨਾਂ ਦੀ ਔਰ ਇੱਕੋ ਵੇਲੇ ਪੱਕਣ ਹੋ। ਤੇ ਇਹ ਜਦੋਂ ਇਹਦੇ 'ਚ 80-85% ਪੌਦੇ ਜਿਹੜੇ ਤੁਹਾਨੂੰ ਨਜ਼ਰ ਆਉਂਦੇ ਨੇ ਵੀ ਹੁਣ ਡਾਰਕ ਇੱਕੋ ਜਿਹਾ ਰੰਗ ਹੋ ਗਿਆ ਦਾਣਿਆਂ ਦਾ, ਆਪਾਂ ਫਸਲ ਦੀ ਕਟਾਈ ਕਰਕੇ ਔਰ ਫਸਲ ਨੂੰ ਆਪਾਂ ਜਿਹੜਾ ਵਾ ਉੱਥੇ ਖੇਤ ਵਿੱਚ ਹੀ ਪਿਆਰਾਂ ਦੇਣਾ ਵਾ, ਉਹਨੂੰ ਸੁਕਾ ਲੈਣਾ ਚੰਗੀ ਤਰ੍ਹਾਂ। ਇੱਕ ਗੱਲ ਮੈਂ ਤੁਹਾਡੇ ਤੋਂ ਹੋਰ ਇੱਥੇ ਰੋਕ ਕੇ ਪੁੱਛਣੀ ਚਾਹੂੰਗਾ ਕਿ ਤੁਸੀਂ ਜੀ ਗੱਲ ਕੀਤੀ ਹੈ ਕਿ ਫਸਲ ਦੇ ਪੱਕਣ ਦੇ ਵਿੱਚ ਥੋੜਾ ਬਹੁਤਾ ਅੰਤਰ ਰਹਿ ਜਾਂਦਾ ਹੈ। ਜੀ ਜੀ ਯਾਨੀ ਜੇ ਇਹਨੂੰ ਹੋਰ ਖੋਲੀਏ ਕਿ ਕੁਝ ਪੌਦੇ ਪਹਿਲਾਂ ਪੱਕ ਜਾਂਦੇ ਨੇ ਤੇ ਕੁਝ ਪੌਦੇ ਜਿਹੜੇ ਆ ਉਹ ਸਮਾਂ ਲੈਂਦੇ, ਇਹ ਆਮ ਆਲਮੋਸਟ ਇਹ ਗੈਪ ਕਿੰਨਾ ਕੁ ਰਹਿੰਦਾ ਜੀ? ਇਹ ਵੀਰ ਜੀ ਮੈਂ ਦੱਸਿਆ ਤੁਹਾਨੂੰ 80-85% ਜਿਹੜਾ ਵਾ ਨਾ, ਇਹ ਗੈਪ ਜਦੋਂ ਨਜ਼ਰ ਆਵੇ ਉਦੋਂ ਜਿਹੜੀ ਪਨੀਰੀ ਲਾਉਣ ਨਾਲ ਕਾਫੀ ਤੌਰ ਤੇ ਮਸਲਾ ਜਿਹੜਾ ਨਾ ਕਾਫੀ ਹੱਦ ਤੱਕ ਮਸਲਾ ਹੱਲ ਹੋ ਜਾਂਦਾ ਸਾਡਾ। ਫਿਰ ਵੀ ਜਿਹੜਾ ਇਹਦੀ ਨੇਚਰ ਆ ਇਹਨਾਂ ਮਿਲਟਸ ਦੀ, ਇਹ ਇੱਕੋ ਸਮੇਂ ਨਹੀਂ ਪੱਕਦੇ। ਇਸ ਕਰਕੇ ਆਪਾਂ ਇਹਦੇ 85% ਜਦੋਂ ਬਰਾਊਨ ਹੋ ਜਾਂਦੇ ਨੇ, ਡਾਰਕ ਹੋ ਜਾਂਦੇ ਨੇ, ਫਿਰ ਆਪਾਂ ਕੱਟ ਸਕਦੇ ਹਾਂ ਉਹਨਾਂ ਨੂੰ। ਤੇ ਡਿਫਰੈਂਸ ਇੰਨਾ ਕੀ ਆਉਂਦਾ, ਜ਼ਿਆਦਾ ਨਹੀਂ ਆਉਂਦਾ ਜੀ। ਆਪਾਂ ਮਤਲਬ ਸਮਝ ਲਓ ਕਿ ਜੇ 100 ਬੂਟਾ ਆ ਤੇ 85 ਬੂਟੇ ਜਿਹੜੇ ਉਹ ਤਿਆਰ ਹੋ ਜਾਂਦੇ ਨੇ। ਉਹ ਵਿੱਚ ਜਿਹੜੇ 15 ਉਹਦੇ ਵਿੱਚ ਜਦੋਂ ਅਸੀਂ ਕੱਟਣ ਲੱਗੇ ਹੁਣ ਉਹ ਇਹ ਤਾਂ ਇਹ ਸੰਭਵ ਨਹੀਂ ਹੋਏਗਾ ਕਿ ਅਸੀਂ ਇਸ ਗੱਲ ਦੀ ਪਛਾਣ ਕਰ ਸਕੀਏ ਕਿ ਜਦੋਂ ਕੱਟਣ ਲੱਗੇ ਉਹਨੂੰ ਜਿਸ ਤਰ੍ਹਾਂ ਅਸੀਂ ਨਰਮੇ ਦੀ ਚੁਗਾਈ ਕਰਦੇ ਆ, ਨਰਮੇ ਦੀ ਚੁਗਾਈ ਦੇ ਵਿੱਚ ਤਾਂ ਜਿਹੜੇ ਫੁੱਟ ਖਿੜੇ ਆ ਉਹ ਚੁਗ ਲਏ ਤੇ ਜਿਹੜੇ ਨਹੀਂ ਖਿੜੇ ਉਹ ਛੱਡੇ ਜਾਂਦੇ ਆ। ਤੇ ਇਹਦੇ 'ਚ ਇਸ ਤਰ੍ਹਾਂ ਦੀ ਕੁਝ ਪੋਸੀਬਿਲਿਟੀਜ਼ ਘੱਟ ਹੋਣਗੀਆਂ ਕਿ ਅਸੀਂ ਜਿਹੜੇ ਹਜੇ ਅਨਾਜ ਤਿਆਰ ਨਹੀਂ ਹੈਗਾ ਉਹਨੂੰ ਅਸੀਂ ਨਾ ਕੱਟੀਏ, ਕੱਟਣਾ ਤਾਂ ਸਾਰਾ ਹੀ ਪਏਗਾ। ਤੇ ਜਿਹੜਾ ਅਨਾਜ ਜੇ ਕੱਚਾ ਕੱਟਿਆ ਜਾਂਦਾ ਉਹਦੇ ਨੁਕਸਾਨ ਕੀ ਹੋ ਸਕਦੇ ਨੇ? ਕਿਉਂਕਿ 15% ਜਿਸ ਤਰ੍ਹਾਂ ਤੁਸੀਂ ਦੱਸਿਆ ਕਿ 15% ਬੂਟੇ ਇਹੋ ਜਿਹੇ ਹੋਣਗੇ ਜਿਨ੍ਹਾਂ ਨੂੰ ਅਸੀਂ ਕੱਚਾ ਅਨਾਜ ਕੱਟ ਲੈਂਦੇ ਆ, ਤੇ ਉਹਦੇ ਕੀ ਨੁਕਸਾਨ ਹੋ ਸਕਦੇ? ਉਹਦੇ 'ਚ ਮੈਂ ਤੁਹਾਨੂੰ ਦੱਸਦਾ ਜੀ, ਇਹ ਜਿਹੜਾ ਇਹਦਾ ਪੌਦਾ ਆ ਨਾ, ਇਹਦੇ 'ਚ ਹਰ ਗੰਢ ਤੋਂ ਸਿੱਟਾ ਨਿਕਲਦਾ ਇਹਨਾਂ, ਜਿਹੜੀਆਂ ਇਹ ਨਾੜ ਆ ਨਾ ਜੀ, ਜਿੱਥੋਂ ਗੰਢ ਹੈ ਉੱਥੋਂ ਉਹਨੂੰ ਇੱਕ ਵੱਖਰੀ ਬ੍ਰਾਂਚ ਨਿਕਲਦੀ ਹੈ ਤੇ ਸਿੱਟਾ ਨਿਕਲਦਾ ਆ। ਮਤਲਬ ਇੱਕ ਜਿੱਦਾਂ ਝੋਨੇ ਦਾ ਹੁੰਦਾ ਵਾ ਨੇ, ਇੱਕ ਜਿਹੜੀ ਨਾੜ ਆ ਉਹਨੂੰ ਇੱਕੋ ਮੁੰਜਰ ਲੱਗਦੀ ਆ, ਲੇਕਿਨ ਇਹਦੇ 'ਚ ਇਦਾਂ ਨਹੀਂ ਹੈਗਾ। ਇਹਦੇ 'ਚ ਹਰ ਜਿਹੜਾ ਵਾ ਉਹ ਗੰਢ ਤੋਂ ਜਿਹੜਾ ਵਾ ਸਿੱਟਾ ਲੱਗਦਾ ਆ, ਤੇ ਉਹ ਕਈ ਵਾਰ ਜਿਹੜੇ ਲਾਸਟ ਵਿੱਚ ਸਿੱਟੇ ਨਿਕਲਦੇ ਨਾ ਉਹ ਅਕਸਰ ਪਿੱਛੇ ਰਹਿ ਜਾਂਦੇ ਨੇ। ਇਹਦਾ ਕੋਈ ਹੱਲ ਨਹੀਂ ਹੈਗਾ, ਸਾਨੂੰ ਵੱਖਰੇ ਤੌਰ ਤੇ ਚੁਣ ਨਹੀਂ ਸਕਦੇ ਆਪਾਂ ਉਹਨਾਂ ਨੂੰ। ਔਰ ਇੰਨੇ ਵੀ ਜ਼ਿਆਦਾ ਡਿਫਰੈਂਸ ਨਹੀਂ ਹੁੰਦਾ ਵੀ ਉਹ ਨੁਕਸਾਨਦੇਹ ਹੋਣਗੇ। ਉਹ ਜਿਹੜੇ ਅਨਾਜ ਆ ਉਹ ਨੁਕਸਾਨਦੇਹ ਹੋਏਗਾ ਕਿ ਮੈਚਿਓਰਿਟੀ ਉਹਨਾਂ ਦੀ ਹੋ ਚੁੱਕੀ ਹੁੰਦੀ ਆ। ਥੋੜਾ ਜਿਹਾ ਕਲਰਿੰਗ ਦਾ ਆਉਂਦਾ, ਫਰਕ ਆਉਂਦਾ ਵਾ, ਤੇ ਲੇਕਿਨ ਇੰਨਾ ਜ਼ਿਆਦਾ ਨੁਕਸਾਨ ਨਹੀਂ ਕਰਨਗੇ ਉਹ। ਤੇ ਇਸ ਤੋਂ ਬਿਨਾਂ ਜਿਹੜਾ ਵਾ ਫਸਲ ਦੀ ਕਟਾਈ ਤੋਂ ਬਾਅਦ ਇਹਨੂੰ ਆਪਾਂ ਉੱਥੇ ਸੁਕਾਉਣਾ ਆ। ਇੱਕ ਬਹੁਤ ਹੀ ਇਹਦੇ 'ਚ ਜ਼ਰੂਰੀ ਧਿਆਨ ਰੱਖਣ ਵਾਲੀ ਜਿਹੜੀ ਗੱਲ ਉਹ ਇਹ ਆ, ਜਿਹਦੇ ਸਾਡੀ ਆਪਾਂ ਜਿਹੜੀ ਦੀ ਬਿਜਾਈ ਦਾ ਸਮਾਂ ਮਈ ਦਾ ਮਹੀਨਾ ਕਿਉਂ ਚੁਣਿਆ ਆ, ਕਿਉਂਕਿ ਅਕਸਰ ਇਹਦੀ ਜਿਹੜੀ ਇਸ ਫਸਲ 'ਚ ਇੱਕ ਸਭ ਤੋਂ ਵੱਡੀ ਸਮੱਸਿਆ ਇਹ ਹੈਗੀ ਆ ਵੀ ਅਗਰ ਇਹ ਸਿੱਲੇ ਮੌਸਮ ਜਾਂ ਸਲਾਬੇ ਮੌਸਮ ਦੀ ਅਗਰ ਕਟਾਈ ਹੁੰਦੀ ਹੈ, ਸੰਭਾਲ ਹੁੰਦੀ ਹੈ,
ਇਹਦੇ ਚ ਇੱਕ ਐਸਪੈਰਾਜਿਲਸ ਨਾਂ ਦਾ ਇੱਕ ਫੰਗਸ ਆ, ਉਹ ਆ ਜਾਂਦਾ ਆ। ਉਹ ਫੰਗਸ ਜਿਹੜਾ ਵਾ ਉਹ ਫਿਰ ਅੱਗੇ ਚੱਲ ਕੇ ਨੁਕਸਾਨ ਕਰਦਾ ਆ। ਉਹ ਫੰਗਸ ਪੈਦਾ ਨਾ ਹੋਵੇ, ਆਪਾਂ ਖੁਸ਼ਕ ਮੌਸਮ 'ਚ ਇਹਦੀ ਕਟਾਈ ਕਰਨੀ ਆ ਔਰ ਇਹਨੂੰ ਸੁਕਾ ਕੇ ਚੰਗੀ ਤਰ੍ਹਾਂ ਫੇਰ ਹੀ ਝਾੜਨਾ ਆ। ਤੇ ਉਹ ਜਿਹੜੇ ਫੰਗਸ ਆ ਉਹ ਬਾਅਦ ਵਿੱਚ ਅੱਗੇ ਚੱਲ ਕੇ ਅਨਾਜ ਵਿੱਚ ਆ ਜਾਂਦਾ ਆ ਔਰ ਉਹ ਸਾਡੇ ਜਿਹੜੀ ਆ ਉਹ ਟੌਕਸਿਨ ਕਹਿ ਲਓ ਵੀ ਫੂਡ ਪੋਇਜ਼ਨਿੰਗ ਪੈਦਾ ਕਰਦਾ ਆ। ਇਸ ਚੀਜ਼ ਤੋਂ ਬਚਣ ਵਾਸਤੇ ਸਾਡਾ ਜਿਹੜਾ ਸਮਾਂ ਜਿਹੜਾ ਨਾ ਬਿਜਾਈ ਦਾ, ਇਸ ਗੱਲ ਨੂੰ ਥੋੜਾ ਹੋਰ ਸਪਸ਼ਟ ਕਰਿਓ ਜੀ। ਹਾਂਜੀ, ਜੇ ਅਸੀਂ ਬਿਜਾਈ ਖੁਸ਼ਕ ਮੌਸਮ 'ਚ ਕਰਦੇ ਹਾਂ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਮਈ ਦੇ ਮਹੀਨੇ 'ਚ ਦੀ ਬਿਜਾਈ ਹੁੰਦੀ ਹੈ, ਤੇ ਜੇ ਬਿਜਾਈ ਖੁਸ਼ਕ ਮਹੀਨੇ 'ਚ ਕਰਦੇ ਹਾਂ ਤੇ ਉੱਥੇ ਜਾ ਕੇ ਇਹਦਾ ਜੇ 5 ਮਹੀਨੇ ਦਾ ਸਮਾਂ ਇਹਨੇ ਲਿਆ ਤੇ ਲਗਭਗ ਅਕਤੂਬਰ ਦੇ ਵਿੱਚ ਅਸੀਂ ਚਲੇ ਜਾਵਾਂਗੇ, ਤੇ ਉਹ ਮੈਨੂੰ ਨਹੀਂ ਲੱਗਦਾ ਉਹ ਮਹੀਨਾ ਖੁਸ਼ਕ ਹੋਏਗਾ। ਇਹ ਥੋੜਾ ਸਪਸ਼ਟ ਕਰੋ ਕਿ ਬਿਜਾਈ ਖੁਸ਼ਕ ਮਹੀਨੇ 'ਚ ਕਰਨੀ ਹੈ ਜਾਂ ਕਟਾਈ ਵੀ ਜਿਹੜੀ ਹੈ ਖੁਸ਼ਕ ਮਹੀਨੇ 'ਚ ਕਰਨੀ, ਤੇ ਉਹਨੂੰ ਕਿਵੇਂ ਕਿਸ ਤਰੀਕੇ ਨਾਲ ਹੈਂਡਲ ਕਰਾਂਗੇ? ਬੜਾ ਅੱਛਾ ਸਵਾਲ ਹੈ ਤੁਹਾਡਾ। ਇਹਦੀ ਜਿਹੜੀ ਕਟਾਈ ਦਾ ਜਿਹੜਾ ਸਮਾਂ ਨਾ, ਕਟਾਈ ਦਾ ਸਮਾਂ ਖੁਸ਼ਕ ਚਾਹੀਦਾ ਜੀ। ਤੇ ਸਾਡੇ ਪੰਜਾਬ 'ਚ ਅਕਸਰ ਜਿਹੜੀਆਂ ਬਰਸਾਤਾਂ ਨੇ ਉਹ ਜੁਲਾਈ ਅਗਸਤ ਵਿੱਚ ਕੰਪਲੀਟ ਹੋ ਜਾਂਦੀਆਂ ਨੇ। ਕੋਈ ਐਸਾ ਕੋਈ ਸਮਾਂ ਬਣਿਆ ਤੇ ਕਹਿ ਨਹੀਂ ਸਕਦੇ, ਕਿਉਂਕਿ ਇਹਦੇ ਵਿੱਚ ਤਬਦੀਲੀ ਆ ਚੁੱਕੀ ਹੈ ਮੌਸਮ ਵਿੱਚ ਵੀ ਬਹੁਤ ਸਾਰੀ। ਤੇ ਇਸ ਕਰਕੇ ਜਿਹੜੀ ਅਕਸਰ ਇਹ ਜਿਹੜੀ 5 ਮਹੀਨੇ ਫਸਲ ਹੈ, ਅਗਰ ਤੁਸੀਂ ਪਹਿਲੇ ਹਫਤੇ ਮਈ 'ਚ ਲਾ ਲੈਂਦੇ ਹੋ ਤੇ ਸਤੰਬਰ ਅਖੀਰ ਤੱਕ ਕੱਟੀ ਜਾ ਸਕਦੀ ਹੈ। ਜਿਹੜੀ ਖੁਸ਼ਕ ਤੋਂ ਭਾਵ ਕਿ ਬਰਸਾਤੀ ਮੌਸਮ ਨਾ ਹੋਵੇ। ਹਾਂ ਬਿਲਕੁਲ, ਖੁਸ਼ਕ ਤੋਂ ਭਾਵ ਇਹ ਹੈ ਜੀ। ਹਾਂਜੀ ਹਾਂਜੀ, ਖੁਸ਼ਕ ਤੋਂ ਭਾਵ ਇਹ ਆ ਵੀ ਜਿਹੜਾ ਵੇਖੋ ਬਰਸਾਤ ਨੇ ਸਿੱਲ ਪੈਦਾ ਕਰਨੀ ਹੈ ਜੀ। ਜੀ ਹਾਂਜੀ, ਤੇ ਔਰ ਜੇ ਦੂਜਾ ਪੱਖ ਵੇਖੀਏ, ਅਕਤੂਬਰ ਅਖੀਰ ਵਿੱਚ ਜਾ ਕੇ ਮੌਸਮ ਜਿਹੜਾ ਵਾ ਠੰਡਾ ਹੋਣਾ ਸ਼ੁਰੂ ਹੋ ਜਾਂਦਾ ਆ ਔਰ ਉਦੋਂ ਵੀ ਇਹ ਫਸਲ ਜਿਹੜੀ ਆ ਫਿਰ ਖੁਸ਼ਕੀ ਘਟ ਜਾਂਦੀ ਹੈ ਮੌਸਮ 'ਚ ਨਾ। ਤੇ ਆਪਾਂ ਇਸ ਕਰਕੇ ਸਤੰਬਰ ਅਖੀਰਲਾ ਹਫਤਾ, ਅਕਤੂਬਰ ਪਹਿਲਾ ਹਫਤਾ, ਇਹਦੇ ਵਿੱਚ ਜਿਹੜੀ ਫਸਲ ਦੀ ਕਟਾਈ ਹੋ ਜਾਵੇ। ਇਸ ਕਰਕੇ ਬਿਜਾਈ ਆਪਾਂ ਜਿਹੜੀ ਆ ਉਹ ਪਹਿਲਾ ਜਾਂ ਦੂਜਾ ਹਫਤਾ ਮਈ ਵਿੱਚ ਕੰਪਲੀਟ ਕਰ ਲੈਂਦੇ ਆ। ਤੇ ਇਹਦੀ ਕਟਾਈ ਦਾ ਜਿਹੜਾ ਸਮਾਂ ਉਹ ਖੁਸ਼ਕ ਮੌਸਮ, ਇਹ ਮੈਂ ਉਹਨੂੰ ਕਹਿਣਾ ਚਾਹੁੰਦਾ ਸੀਗਾ ਵੀ ਬਰਸਾਤ ਨਹੀਂ ਹੋਣੀ ਚਾਹੀਦੀ ਉਦੋਂ। ਅਗਰ ਤੁਸੀਂ ਸਮਝਦੇ ਹੋ ਕਿ ਬਰਸਾਤ ਨਜ਼ਰ ਆਉਂਦੀ ਆ ਤੇ ਤੁਸੀਂ ਉਹਨੂੰ 2 ਦਿਨ ਰੁਕ ਕੇ ਕੱਟ ਲਓ, ਲੇਕਿਨ ਉਹਨੂੰ ਸੁਕਾਉਣਾ ਜਿਹੜਾ ਚੰਗੀ ਤਰ੍ਹਾਂ ਖੇਤ ਵਿੱਚ ਹੈ। ਜੀ ਹਾਂਜੀ, ਉਹ ਜਿਹੜਾ ਸੁਕਾਉਣਾ ਉਹਦਾ ਬੜਾ ਜ਼ਰੂਰੀ ਆ। ਔਰ ਉਹਨੂੰ ਸੁਕਾਉਣ ਤੋਂ ਬਾਅਦ ਤੁਸੀਂ ਜਿੱਦਾਂ ਆਪਾਂ ਝੋਨਾ ਝਾੜਦੇ ਆ ਜੀ, ਇਸੇ ਤਰ੍ਹਾਂ ਨੂੰ ਝਾੜਿਆ ਜਾ ਸਕਦਾ ਆ। ਔਰ ਇਹਦੇ ਜਿਹੜਾ ਅਨਾਜ ਆ ਨਾ, ਇਹ ਬਹੁਤ ਚੰਗੀ ਤਰ੍ਹਾਂ ਨਾੜ ਨਾਲ ਜੁੜਿਆ ਹੁੰਦਾ ਆ। ਜਿੱਦਾਂ ਕਈ ਵਾਰ ਕੁਝ ਝੋਨੇ ਨੇ ਜਿਹੜੇ ਬੜੇ ਸੌਖੇ ਝੜ ਜਾਂਦੇ ਨੇ, ਉਹ ਜਿਹੜੇ ਬਹੁਤ ਹਾਰਡ ਹੁੰਦੇ ਨੇ ਥੋੜੇ ਜਿਹੇ। ਇਹ ਥੋੜਾ ਹਾਰਡ ਹੁੰਦਾ ਆ। ਇਹਨੂੰ ਝਾੜਨ ਵਾਸਤੇ ਇਹੀ ਆ ਵੀ ਆਪਾਂ ਇਹਦੀ ਜਿਹੜੀ ਹੈਗੀ ਆ, ਜਿਹਨੂੰ ਆਪਾਂ ਕਹਿੰਦੇ ਆ ਸਾਡੇ ਇੱਥੇ ਕਹਿ ਦਿੰਦੇ ਮੂਆ, ਕਹਿ ਦਿੰਦੇ ਨੇ ਮੂਆ ਜਾਂ ਗੁੱਛਾ ਕਹਿ ਲਓ ਜਾਂ ਹਨਾ, ਉਹਦੇ ਉਹਨੇ ਫੜਨੇ ਚਾਹੀਦੇ ਜਿੰਨੇ ਸੌਖੇ ਝੜ ਜਾਣ। ਔਰ ਥੋੜਾ ਲੰਬਾ ਸਮਾਂ ਨੂੰ ਝਾੜਨਾ ਪੈਂਦਾ ਹੈ। ਇਹ ਜਿਹੜੀ ਚੜਾਈ ਬੜੇ ਧਿਆਨ ਨਾਲ ਕਰਨੀ ਪੈਂਦੀ ਆ ਤੇ ਅਕਸਰ ਬਹੁਤ ਸਾਰੇ ਦਾਣੇ ਰਹਿ ਜਾਂਦੇ ਨੇ। ਤੇ ਜਿਹੜੀ ਦੂਜੀ ਗੱਲ ਆਪਾਂ ਕਰ ਰਹੇ ਸੀ ਨਾ 15% ਵਾਲੀ, ਉਹ ਇਹ ਵੀ ਦੇਖਿਆ ਗਿਆ ਆ ਕਿ ਉਹ ਜਿਹੜੇ ਬਹੁਤ ਹਰੇ ਦਾਣੇ ਨਾ ਉਹ ਵੀ ਨਾੜ ਦੇ ਨਾਲ ਰਹਿ ਜਾਂਦੇ ਨੇ। ਇਹ ਵੀ ਇੱਕ ਝੜਦੇ ਨਹੀਂ। ਇਹ ਵੀ ਇਹਦਾ ਪੋਜ਼ਿਟਿਵ ਪੱਖ ਆ। ਜਿਹੜੇ ਪੱਕੇ ਦਾਣੇ ਉਹ ਚੰਗੀ ਤਰ੍ਹਾਂ ਝੜਦੇ ਨੇ, ਜਿਹੜੇ ਬਹੁਤ ਜ਼ਿਆਦਾ ਹਰੇ ਦਾਣੇ ਨੇ ਉਹ ਵਿੱਚ ਝੜਦੇ ਨਹੀਂ ਗਏ, ਉਹ ਨਾੜ ਦੇ ਨਾਲ ਹੀ ਰਹਿ ਜਾਂਦੇ ਨੇ। ਇਸ ਕਰਕੇ ਆਪਾਂ ਨੂੰ ਉਹ ਜਿਹੜੀ ਸਾਡੀ ਉਹ ਜਿਹੜਾ ਤੁਹਾਡਾ ਸਵਾਲ ਸੀ ਉਹ ਵੀ ਵਿੱਚ ਕਵਰ ਹੋ ਗਿਆ ਕਿ ਸਾਨੂੰ ਮੈਚਿਓਰ ਦਾਣੇ ਹੀ ਮਿਲਣੇ ਨੇ ਝੜ ਕੇ। ਤੇ ਇਹ ਸਾਡੀ ਜਦੋਂ ਫਸਲ ਤਿਆਰ ਹੋ ਜਾਂਦੀ ਹੈ, ਇਸ ਫਸਲ ਵਾਸਤੇ ਸਾਨੂੰ ਫਿਰ ਅੱਗੇ ਚੱਲ ਕੇ ਇਹਦੀ ਜਿਹੜੀ ਪ੍ਰਾਇਮਰੀ ਪ੍ਰੋਸੈਸਿੰਗ ਦੀ ਲੋੜ ਪੈਂਦੀ ਆ। ਇਹਦੇ ਉੱਪਰ ਕੁਝ ਛਿੱਲਾਂ ਹੁੰਦੀਆਂ ਨੇ, ਜਿੱਦਾਂ ਉਹਦੇ ਵਿੱਚ ਅਸੀਂ ਗਏ ਸੀਗੇ ਜੀ ਇੰਡੀਅਨ ਇੰਸਟੀਚਿਊਟ ਆਫ ਮਿਲਟ ਰਿਸਰਚ, ਹੈਦਰਾਬਾਦ ਇੱਕ ਇੰਸਟੀਚਿਊਟ ਹੈ ICAR ਦਾ, ਜਿਹਦੇ ਚ ਇਕੱਲੇ ਮਿਲਟਸ ਤੇ ਹੀ ਸਾਰੀ ਜਿਹੜੀ ਆ ਉਹ ਟ੍ਰੇਨਿੰਗ ਦਿੰਦੇ ਨੇ। ਤੇ ਉੱਥੇ ਉਹਨਾਂ ਨੇ ਸਾਨੂੰ ਇਹ ਸਾਰੀ ਗੱਲਾਂ ਪਤਾ, ਉੱਥੇ ਸਾਨੂੰ ਪਤਾ ਲੱਗੀਆਂ ਵੀ ਇਹਦੇ ਉੱਪਰ ਜਿਹੜੀ ਛਿੱਲ ਹੈ ਇਹਨੂੰ ਉਤਾਰਨ ਵਾਸਤੇ ਕੁਝ ਸਪੈਸ਼ਲ ਤਰ੍ਹਾਂ ਦੀਆਂ ਮਸ਼ੀਨਾਂ ਜਿਹੜੀਆਂ ਵਰਤੀਆਂ ਜਾਂਦੀਆਂ ਨੇ। ਤੇ ਜਿੱਦਾਂ ਅਸੀਂ ਚਾਵਲ ਦੀ ਜਿਹੜੇ ਛਿਲਕਾ ਉਤਾਰਨ ਵਾਸਤੇ ਸਾਡੇ ਪੰਜਾਬ ਸਾਡੇ ਕੋਲ ਬਹੁਤ ਸਾਰੇ ਸ਼ੈਲਰ ਹੈਗੇ ਨੇ, ਲੇਕਿਨ ਇਹ ਜਿਹੜੇ ਇਹਦੇ ਉਤਾਰਨ ਵਾਸਤੇ ਡੀਹਸਕਰ ਉਹਨੂੰ ਬੋਲਦੇ ਨੇ। ਉਹ ਦੁਬਾਰਾ ਹਾਂ ਖਾਸ ਤਰ੍ਹਾਂ ਦੀ ਜੀ ਹਾਂਜੀ, ਉਹ ਇੱਕ ਖਾਸ ਤਰ੍ਹਾਂ ਦੀ ਮਸ਼ੀਨ ਆ, ਉਹਨੂੰ ਡੀਹਸਕਰ ਕਹਿੰਦੇ ਨੇ। ਔਰ ਇਹ ਉਧਰ ਸਾਊਥ ਵਾਲੇ ਪਾਸੇ ਉਹ 5-6 ਸਟੇਟਾਂ ਨੇ, ਜਿੱਦਾਂ ਤਾਮਿਲਨਾਡੂ, ਕੇਰਲਾ, ਤਾਮਿਲਨਾਡੂ, ਕਰਨਾਟਕਾ, ਮੱਧ ਪ੍ਰਦੇਸ਼, ਛੱਤੀਸਗੜ੍ਹ ਤੇ ਮਹਾਰਾਸ਼ਟਰ ਦਾ ਕੁਛ ਏਰੀਆ। ਇਹ 5-6 ਸਟੇਟਾਂ ਵਿੱਚ ਬਹੁਤ ਸਾਰੀ ਖੇਤੀ ਦੀ ਜਿਹੜੀ ਕੀਤੀ ਜਾਂਦੀ ਆ। ਔਰ ਉੱਥੋਂ ਦੀ ਯੂਨੀਵਰਸਿਟੀਜ਼ ਨੇ ਵੀ ਕਾਫੀ ਵੈਰਾਈਟੀਜ਼ ਜਿਹੜੀਆਂ ਵਾ ਉਹ ਨਵੀਂ ਕੱਢੀਆਂ ਹੋਈਆਂ ਨੇ। ਤੇ ਇਹ ਜਿਹੜਾ ਇਹਦੀ ਛਿੱਲ ਉਤਾਰਨ ਦਾ ਜਿਹੜਾ ਕੰਮ ਆ, ਉਹਦੇ ਵਾਸਤੇ ਸਾਨੂੰ ਥੋੜੀ ਪ੍ਰੋਬਲਮ ਆਉਂਦੀ ਆ। ਹੁਣ ਕੁਛ ਲੋਕਾਂ ਦੇ ਸਵਾਲ ਆਉਣਗੇ ਵੀ ਸਾਡੇ ਪੁਰਾਣੇ ਸਮੇਂ 'ਚ ਕਿਵੇਂ ਲੋਕ ਖਾਂਦੇ ਸੀਗੇ। ਪੁਰਾਣੇ ਸਮਿਆਂ 'ਚ ਜਿਹੜਾ ਮੈਂ ਪਹਿਲਾਂ ਜ਼ਿਕਰ ਕਰ ਚੁੱਕਾ ਵਾਂ, ਪੁਰਾਣੇ ਸਮਿਆਂ 'ਚ ਇਹਨੂੰ ਉਖਲੀ 'ਚ ਕੁੱਟ ਕੇ ਇਹਦੇ ਦਾਣੇ ਕੱਢੇ ਜਾਂਦੇ ਸੀਗੇ। ਤੇ ਉਹ ਲੇਕਿਨ ਉਹ ਸਮਾਂ ਕਾਫੀ ਲੱਗ ਜਾਂਦਾ ਸੀਗਾ। ਇਸ ਕਰਕੇ ਹੁਣ ਦੂਜੀ ਗੱਲ ਭਾਈ, ਸਾਡੀ ਹੁਣ ਆਦਤ ਨਹੀਂ ਹੈਗੀ
ਸਾਡੇ ਅਸੀਂ ਆਪਣੇ ਘਰਾਂ 'ਚ ਅਗਰ ਦੁੱਧ ਵੀ ਰਿੜਕਦੇ ਆ ਉਹ ਹੱਥ ਵਾਲੀ ਮਧਾਣੀਆਂ ਛੱਡ ਚੁੱਕੇ ਆ, ਉਹ ਵੀ ਅਸੀਂ ਜੇ ਇਲੈਕਟ੍ਰਿਕ ਮਧਾਣੀਆਂ ਨਾਲ ਦੁੱਧ ਰਿੜਕਦੇ ਆ। ਅਗਰ ਅਸੀਂ ਆਪਾਂ ਆਟਾ ਪੀਸਦੇ ਆ ਉਹ ਵੀ ਅਸੀਂ ਅੱਜ ਕੱਲ ਦੂਜੀ ਬਿਜਲੀ ਦੀ ਮਧਾਣੀਆਂ ਨਾਲ ਚੱਕੀਆਂ ਦੀ ਜਗ੍ਹਾ ਆਟਾ ਪਸਾਉਂਦੇ ਆ। ਪੁਰਾਣੇ ਸਮੇਂ 'ਚ ਅਸੀਂ ਆਪਣੇ ਅਸੀਂ ਹੈਬਚੁਅਲ ਹੋ ਚੁੱਕੇ ਆ ਮਸ਼ੀਨਾਂ ਦੇ, ਜਿਹੜਾ ਕਹਿਣ ਦਾ ਭਾਵ ਹੈ ਅਸੀਂ ਹੈਬਚੁਅਲ ਹੋ ਚੁੱਕੇ ਆ। ਇਸ ਕਰਕੇ ਅਕਸਰ ਕਿਸਾਨਾਂ ਦੇ ਫੋਨ ਆਉਂਦੇ ਨੇ ਵੀ ਸਾਨੂੰ ਬੀਜ ਜਿਹੜਾ ਜੀ ਏਕੜ ਦਾ ਦਿਓ ਜੀ, ਸਾਨੂੰ 2 ਏਕੜ ਦਾ ਬੀਜ ਦੇ ਦਿਓ ਜੀ, ਅਸੀਂ ਆਪਣਾ ਘਰ ਖਾਣ ਵਾਸਤੇ ਇਹਨੂੰ ਵਰਤਾਂਗੇ। ਦੇਖੋ ਇਹ ਜਿਹੜੀ ਚੀਜ਼ ਹੈ ਨਾ, ਇਹਨੂੰ ਸਮਝਣਾ ਪਏਗਾ ਵੀ ਇਹਦੀ ਡੀਹਸਕਿੰਗ ਇੱਕ ਖਾਸ ਮਸ਼ੀਨ ਦਾ ਹੀ ਹੁੰਦੀ ਆ। ਔਰ ਉਸ ਜਿਹੜਾ ਮਸ਼ੀਨੀ ਜਿਹੜਾ ਹੈਗਾ ਸੈਟਅਪ ਆ ਉਹਦੇ 'ਚ 3 ਤਰ੍ਹਾਂ ਦੀ ਮਸ਼ੀਨਾਂ ਦੀ ਲੋੜ ਪੈਂਦੀ ਆ। ਇੱਕ ਤੇ ਇੱਕ ਮਸ਼ੀਨ ਹੈ ਉਹ ਸਫਾਈ ਕਰਦੀ, ਪਹਿਲਾਂ ਇਹਨੂੰ ਡੀਸਟੋਨਰ ਉਹਨੂੰ ਕਹਿ ਦਿੰਦੇ ਨੇ। ਉਹਦੇ ਵਿੱਚੋਂ ਜੋ ਇਹਦਾ 'ਚ ਛੋਟਾ ਬੀਜ ਆ ਜਾਂ ਉਹ ਬੀਜ ਜਿਹਦੇ ਵਿੱਚੋਂ ਚਾਵਲ ਸਹੀ ਨਹੀਂ ਨਿਕਲਣਾ ਉਹਨੂੰ ਬਾਹਰ ਕੱਢ ਦਿੰਦੀ ਆ, ਅਨਮੈਚੁਰ ਜਿਹੜਾ ਦਾਣਾ ਆ। ਦੂਜਾ ਉਹਦੇ ਚੋਂ ਕੋਈ ਐਸਾ ਕਿਸਮ ਦਾ ਕੋਈ ਪੱਥਰ ਕੰਕਰ ਹੋਵੇ ਬਾਹਰ ਕੱਢ ਦਿੰਦੀ ਆ, ਵੱਡੇ ਛੋਟੇ ਕੋਈ ਅਗਰ ਕੋਈ ਕੱਖ ਪਰਾਲ ਰਹਿ ਜਾਂਦਾ ਉਹ ਵੀ ਬਾਹਰ ਕੱਢ ਦਿੰਦੀ ਹੈ। ਇਸ ਤੋਂ ਬਾਅਦ ਫਿਰ ਉਹਨੂੰ ਡੀਹਸਕਰ ਵਿੱਚ ਜਿਹੜਾ ਵਾ ਨਾ ਡੀਹਸਕਿੰਗ ਕੀਤੀ ਜਾਂਦੀ ਆ, ਉਹਦੀ ਸ਼ੈਲਿੰਗ ਉਹਦੇ 'ਚ ਕੀਤੀ ਜਾਂਦੀ ਆ। ਔਰ ਉਹ ਜਿਹੜੇ ਸ਼ੈਲਿੰਗ ਵਾਲੀ ਮਸ਼ੀਨ ਨੇ ਉਹ ਵੀ ਉਹਨੂੰ 2 ਵਾਰੀ ਇਹਨੂੰ ਸ਼ੈਲਿੰਗ ਕਰਨਾ ਪੈਂਦਾ ਕੋਧਰੇ ਨੂੰ ਖਾਸ ਕਰਕੇ। ਤੇ ਇਸ ਕਰਕੇ ਕੁਛ ਇੱਕ ਮਸ਼ੀਨਾਂ ਹੁੰਦੀਆਂ 2 ਸਟੇਜ ਹੁੰਦੀਆਂ ਨੇ। ਇੱਕ ਪਹਿਲੀ ਸਟੇਜ ਤੇ ਡੀਹਸਕਿੰਗ ਕਰਕੇ ਉਹ ਜਿਹੜਾ ਸਿਸਟਮ ਹੈ ਉਹ ਥੱਲੇ ਦੂਜੇ ਸਾਈਡ ਤੇ ਲੱਗਾ ਹੁੰਦਾ, ਇੱਕੋ ਵਾਰੀ ਉਹਨੂੰ ਸ਼ੈਲਿੰਗ ਕਰ ਦਿੰਦੀ ਇੱਕੋ ਬੈਚ ਵਿੱਚ। ਤੇ ਇਸ ਤੋਂ ਬਿਨਾਂ ਉਹ ਤੋਂ ਬਾਅਦ ਅਗਲੀ ਮਸ਼ੀਨ ਇੱਕ ਹੋਰ ਹੁੰਦੀ ਆ, ਜਿੱਦਾਂ ਉਹਨੂੰ ਕਹਿੰਦੇ ਨੇ ਗ੍ਰੈਵਿਟੀ ਸੈਪਰੇਟਰ ਵੀ ਕਹਿ ਦਿੰਦੇ ਨੇ, ਜਿੱਦਾਂ ਛੱਜ ਆਪਣਾ ਬੀਬੀਆਂ ਛੱਜ ਨਾਲ ਛੱਡਦੀਆਂ ਸੀਗੀਆਂ ਨਾ, ਇਸ ਤਰ੍ਹਾਂ ਦੀ ਮਸ਼ੀਨ ਹੁੰਦੀ ਆ ਉਹ ਜਿਹਦੇ 'ਚ ਇਹਦੇ ਜਿਹੜੇ ਤੋ ਜਿੱਦਾਂ ਝੋਨੇ 'ਚ ਰਹਿ ਜਾਂਦੇ ਨਾ, ਜਿੱਦਾਂ ਦਾਣੇ ਛਿੱਲ ਨਹੀਂ ਉਤਰਦੀ, ਉਹ ਫਿਰ ਐਸੇ ਦਾਣੇ ਜਿਹੜੇ ਉਹ ਮਸ਼ੀਨ ਜਿਹੜੀ ਅਲੱਗ ਕਰ ਦਿੰਦੀ ਆ। ਕਿਉਂਕਿ ਇਹ ਮਿਲਟਸ ਉੱਪਰ ਅਗਰ ਛਿੱਲ ਆ ਜੇ ਸਾਡੇ ਖਾਣ ਲੱਗਿਆ ਤਾਂ ਸਾਨੂੰ ਜਿਹੜਾ ਵਾ ਨਾ ਉਹ ਜਿਹੜਾ ਖਾਣ ਵਿੱਚ ਸਾਨੂੰ ਮੁਸ਼ਕਲ ਆਏਗੀ। ਤੇ ਇਸ ਕਰਕੇ ਉਹ ਜਿਹੜੀਆਂ 3 ਮਸ਼ੀਨਾਂ ਸੈੱਟ ਜਿਹੜਾ ਵਾ ਉਹ ਉਹਦੀ ਲੋੜ ਪੈਂਦੀ ਆ। ਇੱਕ ਚੀਜ਼ ਹੋਰ ਸਪਸ਼ਟ ਕਰਿਓ ਹਾਂਜੀ ਕਿ ਜਦੋਂ ਅਸੀਂ ਇਹਨੂੰ ਸਟੋਰ ਕਰਦੇ ਆ ਜੀ, ਜਿਸ ਤਰ੍ਹਾਂ ਤੁਸੀਂ ਪਹਿਲਾਂ ਦੱਸਿਆ ਕਿ ਉਹ ਪੁਰਾਣੇ ਸਮੇਂ ਦੇ ਵਿੱਚ ਜਦੋਂ ਇਹਦੀ ਵਰਤੋਂ ਕਰਦੇ ਸੀ ਤੇ ਮੈਂ ਜੇ ਪੰਜਾਬੀ ਦਾ ਸ਼ਬਦ ਵਰਤਾਂ ਤੇ ਉਹਦੇ ਵਾਸਤੇ ਅਸੀਂ ਕੁੰਡਾ ਸ਼ਬਦ ਵਰਤ ਸਕਦੇ ਹਾਂ। ਹਾਂਜੀ, ਉਹਦੇ 'ਚ ਕੁੱਟ ਕੇ ਉਹਨਾਂ ਨੂੰ ਵਰਤਿਆ ਜਾਂਦਾ ਸੀ। ਜੇ ਅਸੀਂ ਇਸ ਅਨਾਜ ਨੂੰ ਬਿਨਾਂ ਕੁੱਟਿਆ ਹੀ ਸਟੋਰ ਕਰ ਲਈਏ ਤੇ ਰੂਟੀਨ ਦੇ ਵਿੱਚ ਜਦੋਂ ਅਸੀਂ ਵਰਤਣਾ ਉਸ ਸਮੇਂ ਵੀ ਇਹਦੀ ਕੁਟਾਈ ਕਰਕੇ ਇਹਦੀ ਵਰਤੋਂ ਸ਼ੁਰੂ ਕਰ ਲਈਏ, ਕੀ ਇਹ ਸੰਭਵ ਹੋ ਸਕਦਾ? ਬਿਲਕੁਲ ਬਿਲਕੁਲ ਸੰਭਵ ਹੈ ਜੀ। ਵੈਸੇ ਜੀ ਏਦਾਂ ਆ, ਜਿਹੜਾ ਇਹ ਅਨਾਜ ਇਹਦੇ ਜਿੰਨਾ ਚਿਰ ਇਹਦੇ ਉੱਪਰ ਛਿੱਲ ਹੈਗੀ ਹੈ ਨਾ, ਇੱਕ ਇਹਦੇ 'ਚ ਇਹ ਵਾਧਾ ਹੈ ਵੀ ਇਹਨੂੰ ਕਿਸੇ ਕਿਸਮ ਦਾ ਕੋਈ ਸੁਸਰੀ ਜਾਂ ਕੀੜਾ ਕੋਈ ਨਹੀਂ ਪੈਂਦਾ ਇਸ ਅਨਾਜ ਨੂੰ ਜੀ। ਇਹਨੂੰ ਲੰਮਾ ਸਮਾਂ ਤੁਸੀਂ ਕਈ ਸਾਲਾਂ ਤੱਕ ਇਹਨੂੰ ਰੱਖ ਸਕਦੇ ਹੋ। ਔਰ ਜਿਹੜੀ ਹੈ ਨਾ ਇਹ ਜਿਹੜੇ ਸਾਡੇ ਨਾਲ ਅੱਜ ਦਰਸ਼ਕ ਜੁੜੇ ਨੇ ਜਾਂ ਜੁੜਨਗੇ ਉਹਨਾਂ ਵਾਸਤੇ ਇਹ ਇੱਕ ਸਹੂਲਤ ਹੋਏਗੀ, ਦੱਸਿਆ ਜਾ ਸਕਦਾ ਜੀ ਜੀ ਉਹਨਾਂ ਨੂੰ ਕਿ ਇਸ ਅਨਾਜ ਨੂੰ, ਕਿਉਂਕਿ ਅਸੀਂ ਮੁੱਢਲੀ ਸਟੇਜ ਦੇ ਵਿੱਚ ਬੇਸ਼ੱਕ ਇਹਨੂੰ ਵਪਾਰਕ ਪੱਖ ਤੋਂ ਨਹੀਂ ਲਵਾਂਗੇ, ਅਸੀਂ ਆਪਣੇ ਖਾਣ ਵਾਸਤੇ ਉਗਾਉਣ ਦੇ ਵਾਲੇ ਪਾਸੇ ਨੂੰ ਤੁਰ ਰਹੇ ਹਾਂ ਕਿ ਅਸੀਂ ਆਪਣੇ ਖਾਣ ਨੂੰ ਉਨੀ ਪ੍ਰੋਡਕਸ਼ਨ ਕਰੀਏ ਤੇ ਉਹਨੂੰ ਉਸ ਤਰੀਕੇ ਨਾਲ ਸਟੋਰ ਕਰ ਲਈਏ। ਜਦੋਂ ਅਸੀਂ ਵਰਤਣ ਲੱਗਿਆ ਤੇ ਅਸੀਂ ਕੂੰਡੇ ਦੀ ਵਰਤੋਂ ਕਰਕੇ, ਜਾਂ ਮੇਰੇ ਖਿਆਲ ਨਾਲ ਜੇ ਜਿਹੜਾ ਕੰਮ ਕੂੰਡੇ 'ਚ ਕੀ ਗ੍ਰਾਈਂਡਰ ਦੇ ਵਿੱਚ ਵੀ ਕੀਤਾ ਜਾ ਸਕਦਾ। ਹਾਂਜੀ ਹਾਂਜੀ, ਜੇ ਮੈਂ ਤੁਹਾਨੂੰ ਦੱਸਦਾ ਕਿ ਜਿਹੜੇ ਤੁਸੀਂ ਕੁੰਡਾ, ਐਕਚੁਅਲੀ ਨਾ ਕੁੰਡਾ ਹੁੰਦਾ ਜਿਹਦੇ 'ਚ ਅਕਸਰ ਅੱਜ ਕੱਲ੍ਹ ਉਹ ਘਰਾਂ 'ਚ ਚਟਨੀ ਕੁੱਟਣ ਵਾਸਤੇ ਯੂਜ਼ ਕਰਦੇ ਆ, ਕਰ ਰਹੇ ਹਾਂ ਬਿਲਕੁਲ। ਹਾਂ, ਇਹ ਕੁੰਡਾ ਉਹ ਨਹੀਂ ਹੁੰਦਾ, ਉਖਲੀ ਹੁੰਦੀ ਆ ਥੋੜਾ ਜਿਹਾ ਪਤਾ। ਉਖਲੀ ਜਿਹੜੀ ਉਹਦੀ ਉਹ ਗਹਿਰਾਈ ਜ਼ਿਆਦਾ ਹੁੰਦੀ, ਉਹਦੀ ਗਹਿਰਾਈ ਵੱਧ ਹੁੰਦੀ, ਬਿਲਕੁਲ। ਹਾਂ, ਉਹਦੀ ਗਹਿਰਾਈ ਵੱਧ ਹੁੰਦੀ ਆ। ਉਹਨੂੰ ਐਕਚੁਅਲੀ ਅਸੀਂ ਤੇ ਵੈਸੇ ਨੂੰ ਉਖਲੀ ਹੀ ਕਹਿੰਦੇ ਆ, ਲੇਕਿਨ ਪੰਜਾਬ ਬਾਕੀ ਇਹ ਵੀ ਉਹਦੇ 'ਚ ਕੁੱਟਿਆ ਜਾ ਸਕਦਾ ਆ, ਲੇਕਿਨ ਉਹਨੂੰ ਕਾਫੀ ਲੰਮਾ ਸਮਾਂ ਕੁੱਟਣਾ ਪੈਂਦਾ ਆ। ਤੇ ਉਸ ਤੋਂ ਇਲਾਵਾ ਇੱਕ ਹੋਰ ਵਿਧੀ ਹੈਗੀ ਆ, ਡਾਕਟਰ ਖਾਦਰਵਲੀ ਜੀ ਨਾਲ ਨੇ ਇੱਕ ਮਿਕਸੀ ਡਿਜ਼ਾਈਨ ਕੀਤੀ ਹੋਈ ਆ, ਉਹਦੀ ਸਪੀਡ ਸੈੱਟ ਕਰਕੇ, ਔਰ ਉਸ ਮਿਕਸੀ ਦੇ ਨਾਲ ਅਸੀਂ ਆਪਾਂ ਘਰ ਖਾਣ ਯੋਗ ਜਿਹੜਾ ਵਾ ਉਹ ਤਿਆਰ ਕਰ ਸਕਦੇ ਹਾਂ। ਤੇ ਉਹਦੇ 'ਚ ਇਹ ਹੈ ਵੀ ਇਹਦੀ ਜਿਹੜੀ ਕੁਆਲਿਟੀ ਆ ਜਿਹੜੀ ਬਣਦੀ ਉਹ ਡੀਹਸਕਰ ਦੇ ਨਾਲ ਸਹੀ ਹੈ। ਮਿਕਸੀ ਦੇ ਨਾਲ ਅਸੀਂ ਕੱਢ ਕੇ ਤੁਹਾਨੂੰ ਥੋੜੀ ਮਿਹਨਤ ਕਰਨੀ ਪਏਗੀ, ਉਹਦੇ 'ਚ ਜਿਹੜਾ ਛਿੱਲਾ ਨਹੀਂ ਉਤਰੀ ਜਾਂ ਕੋਈ ਐਸਾ ਵਿੱਚ ਹੈਗਾ ਵਾ ਸਾਨੂੰ ਹੱਥ ਨਾਲ ਕੱਢਣਾ ਪਏਗਾ। ਤੇ ਲੇਕਿਨ ਇਹ ਜ਼ਰੂਰ ਹੈਗਾ ਵੀ ਆਪਾਂ ਟਾਈਮ ਜਿਹੜਾ ਵਾ ਨਾ, ਜਿੰਨਾ ਚਿਰ ਸਾਡੇ ਕੋਲ ਮਸ਼ੀਨਾਂ ਨਹੀਂ ਆਉਂਦੀਆਂ ਉਹਨਾਂ ਚਿਰ ਅਸੀਂ ਜਿਹੜਾ ਵਾ ਉਹ ਉਸ ਮਿਕਸੀ ਦੇ ਨਾਲ, ਜਿਹੜੀ ਸਾਡੇ ਕੋਲ ਘਰ ਮਿਕਸੀ ਆ ਉਹਦੇ ਨਾਲ ਵੀ ਕਰ ਸਕਦੇ ਆ, ਲੇਕਿਨ ਉਹਦੀ ਇੱਕ ਵਿਧੀ ਆ, ਉਸ ਵਿਧੀ ਦੇ ਨਾਲ ਉਹਨੂੰ ਜਿਹੜਾ ਵਾ ਨਾ ਉਹ ਚਲਾ ਕੇ ਮਿਕਸੀ ਨੂੰ, ਉਹਦੇ ਬਲੇਡ ਜਿਹੜੇ ਆ ਉਹਨੂੰ ਸਾਨੂੰ ਖੁੰਡੇ ਕਰਨੇ ਪੈਣਗੇ, ਕਿਉਂਕਿ ਇਹ ਜਿਹੜਾ ਤਿੱਖੇ ਬਲੇਡ ਨੇ ਉਹਨੂੰ ਕੱਟ ਦਿੰਦਾ ਆ। ਜੇ ਖੁੰਡੇ ਬਲੇਡ ਹੋਣਗੇ ਤੇ ਖੁੰਡੇ ਆਪਾਂ ਸਮਝਦੇ ਆ ਨਾ ਜੀ, ਬਿਲਕੁਲ ਜੀ ਬਿਲਕੁਲ, ਸ਼ਾਰਪ ਐਜ ਨਾ ਹੋਵੇ ਜੀ, ਤੇ ਉਹ ਆਪਣੇ ਚੱਲ ਰਹੀ ਘਰ ਉਹਨੂੰ। ਲੇਕਿਨ ਇਹ ਆ ਵੀ ਉਹਨੂੰ ਜਿਹੜਾ ਲੰਮਾ ਸਮਾਂ ਨਹੀਂ ਚਲਾਈਦਾ ਮਿਕਸੀ ਨੂੰ, ਉਹਨੂੰ ਥੋੜਾ ਸਮਾਂ ਚਲਾ ਕੇ ਉਹਨੂੰ ਫਿਰ ਬੰਦ ਕਰਤਾ ਜਾਂਦਾ, ਫਿਰ ਉਹਨੂੰ ਚਲਾਤਾ ਜਾਂਦਾ, ਫਿਰ ਬੰਦ ਕਰਤਾ ਜਾਂਦਾ, ਕਿਉਂਕਿ ਉਹਨੂੰ ਜ਼ਿਆਦਾ ਜੇ ਅਗਰ ਲੰਮਾ ਸਮਾਂ ਚਲਾਵਾਂਗੇ ਤਾਂ ਫਿਰ ਉਹ ਦਾਣੇ ਜਿਹੜੇ ਟੁੱਟ ਜਾਣਗੇ।
ਤੇ ਇਸ ਕਰਕੇ ਜਿਹੜੀ ਮਿਕਸੀਜ਼ ਦੇ ਵਿੱਚ ਇੱਕ ਪੁਸ਼ ਬਟਨ ਆਉਂਦਾ ਜੀ, ਜਿਹੜਾ ਅਕਸਰ ਉਹ ਐਡਵਾਈਸ ਦਿੱਤੀ ਜਾਂਦੀ ਹੈ ਕਿ ਤੁਸੀਂ ਪੁਸ਼ ਬਟਨ ਨੂੰ ਕੁਝ ਸਕਿੰਟਾਂ ਵਾਸਤੇ ਪ੍ਰੈਸ ਕਰੋ, ਫਿਰ ਛੱਡ ਦਿਓ, ਕੁਝ ਸਕਿੰਟਾਂ ਵਾਸਤੇ ਪ੍ਰੈਸ ਕਰੋ, ਫਿਰ ਛੱਡ ਦਿਓ। ਇਹ ਬਟਨ ਆਉਂਦੇ ਨੇ ਮਿਕਸੀਜ਼ ਦੇ ਵਿੱਚ। ਹਾਂਜੀ ਬਿਲਕੁਲ ਬਿਲਕੁਲ। ਤੇ ਜਿਹੜੀ ਡਾਕਟਰ ਖਾਦਰਵਲੀ ਜੀ ਨੇ ਮਿਕਸੀ ਡਿਜ਼ਾਈਨ ਕੀਤੀ, ਉਹਦੇ ਚ ਨਾ ਸਪੀਡ ਸੈੱਟ ਕੀਤੀ ਹੋਈ ਹੈ। ਉਹ ਸਪੀਡ ਬੜੀ ਵੱਡੀ ਗੱਲ ਹੈ, ਸਪੀਡ ਜਿਹੜੀ ਹੈ ਉਹਨੂੰ ਸੈੱਟ ਕਰਨਾ। ਠੀਕ ਹੈ। ਹਾਂਜੀ ਹਾਂਜੀ। ਤੇ ਚਲੋ ਉਹ ਸਾਰੇ ਕੰਮ ਹੋ ਜਾਣਗੇ ਜੀ, ਕਿਉਂਕਿ ਆਪਾਂ ਜਿੰਨੀ ਵੀ ਸਾਰੇ ਹਿੰਦੁਸਤਾਨ ਜਿਹੜੀ ਵਰਤੀਆਂ ਜਾਂਦੀਆਂ ਨੇ ਤਕਨੀਕਾਂ ਇਹਨੂੰ ਛਿੱਲ ਉਤਾਰਨ ਵਾਸਤੇ, ਉਹਦੇ ਵਾਸਤੇ ਯਤਨਸ਼ੀਲ ਆ। ਮੈਂ ਕੁਝ ਦਿਨ ਪਹਿਲਾਂ ਦੱਸ ਰਿਹਾ ਸੀਗਾ ਵੀਰ ਕੁਲਦੀਪ ਸਿੰਘ ਹੁਣਾਂ ਨੂੰ ਕਿ ਆਪਾਂ ਇੱਕ ਛੱਤੀਸਗੜ੍ਹ ਏਰੀਏ 'ਚ, ਉਹ ਦਿਹਾਤੀ ਏਰੀਏ ਜਿੱਥੇ ਦੂਰ ਦਰਾਡੇ ਇਲਾਕਿਆਂ 'ਚ ਜਿੱਥੇ ਉਹ ਕਿੱਦਾਂ ਉਹ ਕਰਦੇ ਨੇ, ਉਹ ਆਪਾਂ ਉਹ ਵੀ ਦੇਖ ਕੇ ਆਉਣਾ ਵਾ। ਔਰ ਉਹ ਦੇਖ ਕੇ ਆ ਕੇ ਅਸੀਂ ਸਾਰੀ ਜਿੰਨੀ ਜਾਣਕਾਰੀ ਹੋਏਗੀ ਆਪਣੇ ਕਿਸਾਨਾਂ ਨਾਲ ਸਾਂਝੀ ਕਰਾਂਗੇ। ਇੱਕ ਛੱਤੀਸਗੜ੍ਹ 'ਚ ਇੱਕ ਕਾਂਕੇਰ ਦਾ ਇਲਾਕਾ ਆ, ਉੱਥੇ ਉਹਨਾਂ ਨੇ ਕੋਈ ਸਪੈਸ਼ਲ ਕਿਸਮ ਚੱਕੀ ਬਣਾਈ ਹੋਈ ਆ। ਉਹ ਚੱਕੀ ਮਿੱਟੀ ਤੋਂ ਬਣਦੀ ਆ। ਅੱਛਾ। ਮਿੱਟੀ, ਹਾਂ, ਉਹ ਸਪੈਸ਼ਲ ਤਰ੍ਹਾਂ ਚੱਕੀ, ਉਹਨੂੰ ਕੋਦੋ ਜਾਤਾ ਕਹਿੰਦੇ ਨੇ, ਕੋਦੋ ਜਾਤਾ। ਉਹਨਾਂ ਦੀ ਭਾਸ਼ਾ 'ਚ ਕੋਦੋ ਜਾਤਾ ਬੋਲਦੇ ਉਹਨਾਂ ਭਾਸ਼ਾ 'ਚ। ਇੱਕ ਸਪੈਸ਼ਲ ਤਰ੍ਹਾਂ ਦੀ ਚੱਕੀ ਆ, ਉਹ ਜਿਹੜੀ ਆ ਉਹਦੇ 'ਚ ਉਹ ਤਿਆਰ ਕਰਦੇ ਨੇ, ਉਹ ਬਹੁਤ ਅੱਛੀ ਕੁਆਲਿਟੀ ਉਹਦੀ ਪੈਦਾ ਹੁੰਦੀ ਹੈ। ਤੇ ਇਹ ਆਪਾਂ ਐਸੇ 20 ਤਕਨੀਕਾਂ ਦੇਖਾਂਗੇ ਜਿਹੜੀਆਂ ਛੋਟੇ ਕਿਸਮ ਦੀਆਂ ਹੋਣਗੀਆਂ, ਜਿਹੜੀਆਂ ਸਾਨੂੰ ਮਤਲਬ ਘੱਟ ਕਿਸਾਨ ਨੂੰ ਇਨਵੈਸਟ ਘੱਟ ਕਰਨਾ ਪਵੇ ਤੇ ਉਹਦਾ ਕੰਮ ਜਿਹੜਾ ਉਹ ਪ੍ਰੋਪਰ ਸਹੀ ਤਰੀਕੇ ਨਾਲ ਚੱਲਦਾ ਰਹੇ। ਤੇ ਇਸ ਤੋਂ ਇਲਾਵਾ ਇੱਧਰ ਕੁਝ ਹੋਰ ਵੀ ਪਤਾ ਲੱਗਾ ਹੈ ਵੀ ਹਿਮਾਚਲ 'ਚ ਕੁਝ ਐਸੀਆਂ ਮਸ਼ੀਨਾਂ ਹੈਗੀਆਂ ਨੇ ਛੋਟੀਆਂ, ਜਿਹੜੀਆਂ 35-40 ਹਜ਼ਾਰ ਤੱਕ ਮਸ਼ੀਨ ਆ ਜਾਂਦੀ ਹੈ। ਲੇਕਿਨ ਉਹ ਸਭ ਕੁਝ ਦੇਖਣ ਦਾ ਪਤਾ ਲੱਗੂਗਾ, ਸਭ ਕੁਝ ਉਹਦਾ ਦੀ ਵਰਕਿੰਗ ਕੀ ਹੈਗੀ ਆ, ਉਹ ਜਿਹੜੀ ਰਿਕਵਰੀ ਕੀ ਦਿੰਦੀ ਆ, ਇਹ ਵੀ ਬੜੀ ਇੰਪੋਰਟੈਂਟ ਆ। ਅਗਰ ਜਿੱਦਾਂ ਆਪਾਂ ਸਾਡੇ ਪੁਰਾਣੇ ਜਿਹੜੇ ਹੌਲਰ ਹੋਇਆ ਕਰਦੇ ਸੀਗੇ ਚੌਲੇ ਛਿੱਲ ਉਤਾਰਨ ਵਾਸਤੇ, ਸ਼ੈਲਿੰਗ ਵਾਸਤੇ, ਤੇ ਉਹ ਰਿਕਵਰੀ ਘੱਟ ਦਿੰਦੇ ਸੀਗੇ, ਚਾਵਲ ਦਾ ਟੁਕੜਾ ਜ਼ਿਆਦਾ ਕਰਦੇ ਸੀਗੇ। ਤੇ ਜਿਹੜੇ ਹੁਣ ਮਾਡਰਨ ਰਾਈਸ ਸ਼ੈਲਰ ਆ ਗਏ ਨੇ, ਸ਼ੈਲਰ, ਇਹਨਾਂ ਵਿੱਚ ਜਿਹੜਾ ਰਿਕਵਰੀ ਅੱਛੀ ਆਉਂਦੀ ਆ। ਇਸ ਕਰਕੇ ਉਹ ਬੜਾ ਇੰਪੋਰਟੈਂਟ ਪੱਖ ਹੈਗਾ ਆ ਕਿ ਇੱਕ ਤੇ ਅਨਾਜ ਬਰੀਕ ਆ, ਤੇ ਅਗਰ ਇਹ ਅਸੀਂ ਉਹਨੂੰ ਟੁਕੜਾ ਜ਼ਿਆਦਾ ਕਰ ਲਿਆ ਤਾਂ ਫਿਰ ਸਾਡਾ ਨੁਕਸਾਨ ਹੋਏਗਾ। ਉਹ ਰਿਕਵਰੀ ਨੂੰ ਵੀ ਸਾਰੀ ਕੰਪੇਅਰ ਕਰਨ ਤੋਂ ਬਾਅਦ ਆਪਾਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਕਿ ਕਿਹੜੀ ਮਸ਼ੀਨ ਕਿਹੜੀ ਅੱਛੀ ਹੈਗੀ ਆ। ਇਸ ਵੇਲੇ ਜੋ ਇੰਡੀਅਨ ਇੰਸਟੀਚਿਊਟ ਆਫ ਮਿਲਟ ਰਿਸਰਚ ਹੈ, ਉਹਨਾਂ ਨੇ ਡੀਹਸਕਰ ਨੂੰ ਸਭ ਤੋਂ ਜਿਹੜਾ ਵਾ ਨਾ, ਉਹਦੀ ਸਭ ਤੋਂ ਵਧੀਆ ਰਿਕਵਰੀ ਉਹਦੇ 'ਚ ਦੱਸਦੇ ਨੇ ਆਉਂਦੀ ਹੈ। ਤੇ ਲੇਕਿਨ ਅੱਗੇ ਚੱਲ ਕੇ ਸਾਰਾ ਦੇਖਾਂਗੇ ਆਪਾਂ, ਤੇ ਜ਼ਰੂਰ ਅੱਗੇ ਆਉਂਦੇ ਸਮੇਂ 'ਚ ਤੁਹਾਡੇ ਨਾਲ ਸਾਂਝਾ ਕਰਾਂਗੇ। ਤੇ ਇਹਦੀ ਜਿਹੜੀ ਗੱਲ ਮੈਂ ਕਰਨੀ ਚਾਹਾਂਗਾ, ਇਸ ਅਨਾਜ ਦੀ ਜਿਹੜੀ ਸ਼ੈਲਫ ਲਾਈਫ ਹੈ ਨਾ, ਇਹ ਬਹੁਤ ਲੰਬੀ ਆ। ਇਹਨੂੰ ਲੰਮਾ ਸਮਾਂ ਰੱਖਿਆ ਜਾ ਸਕਦਾ, ਕੀੜਾ ਵੀ ਨਹੀਂ ਲੱਗਦਾ। ਜਿੱਦਾਂ ਅਕਸਰ ਸਾਨੂੰ ਕਣਕ ਰੱਖਣ ਵਾਸਤੇ ਜਾਂ ਹੋਰ ਦਾਲਾਂ ਘਰਾਂ ਸਟੋਰ ਕਰਦੇ ਆ, ਬੜੀ ਸਮੱਸਿਆ ਆਉਂਦੀ ਆ। ਇਹਦੀ ਬਿਲਕੁਲ ਸਮੱਸਿਆ ਨਹੀਂ ਹੈਗੀ, ਇਹ ਤਾਂ ਪੋਜ਼ਿਟਿਵ ਪੱਖ ਆ ਦਾ ਜੀ। ਤੇ ਦੂਜਾ ਇਹਦੇ 'ਚ ਇਹ ਆ ਵੀ ਜਿਹੜੇ ਅਸੀਂ ਜਿਹੜਾ ਚਾਵਲ ਬਣਾ ਲੈਣਾ, ਉਹ ਜਿਹੜਾ ਇਹਦਾ ਅਨਾਜ ਕੱਢ ਲੈਣਾ ਛਿਲਕੇ ਤੋਂ ਬਾਅਦ, ਉਹਦਾ ਵੀ ਸਾਨੂੰ ਬਹੁਤ ਲੰਮਾ ਸਮਾਂ ਨਹੀਂ ਉਹਨੂੰ ਆਪਾਂ ਨੂੰ ਰੱਖਣਾ ਚਾਹੀਦਾ। ਉਹ ਵੀ ਡਾਕਟਰ ਖਾਦਰਵਲੀ ਜੀ ਕਹਿੰਦੇ ਨੇ ਵੀ 4-5 ਮਹੀਨਿਆਂ ਤੱਕ ਇਹਦੀ ਸ਼ੈਲਫ ਲਾਈਫ ਵਧੀਆ ਰਹਿੰਦੀ ਹੈ। ਤੇ ਆਟੇ ਦੇ ਰੂਪ ਜਿਹੜਾ ਵਰਤਣਾ ਆ, ਉਹ 15-20 ਦਿਨ ਦੇ ਅੰਦਰ ਜਿਹੜਾ ਆਟਾ ਆਪਾਂ ਨੂੰ ਕੰਜ਼ਿਊਮ ਕਰ ਲੈਣਾ ਚਾਹੀਦਾ ਹੈ। 15-20 ਦਿਨ ਤੋਂ ਪੁਰਾਣਾ ਜਿਹੜਾ ਆਟਾ ਉਹ ਨਹੀਂ ਰਹਿਣਾ ਚਾਹੀਦਾ। ਉਹ ਵੀ ਉਹਦੇ 'ਚ ਵੀ ਸ਼ੈਲਫ ਲਾਈਫ ਇਹਦੀ ਘਟਦੀ ਹੈ, ਖੁਰਾਕੀ ਤੱਤਾਂ ਦੀ ਜਿਹੜੀ ਆ ਉਹ ਘਟਣੇ ਸ਼ੁਰੂ ਹੋ ਜਾਂਦੇ ਨੇ। ਇਹਦੇ ਤੋਂ ਤਾਂ ਇੱਕ ਇਸ਼ਾਰਾ ਸਾਫ਼ ਮਿਲਦਾ ਹੈ ਕਿ ਸਾਨੂੰ ਜਿਹੜਾ ਇਹ ਅਨਾਜ ਹੈ, ਇਹਨੂੰ ਤਿਆਰ ਨਹੀਂ ਕਰਨਾ। ਜੇ ਤੁਹਾਡੀ ਭਾਸ਼ਾ 'ਚ ਗੱਲ ਕਰੀਏ ਜਾਂ ਆਮ ਭਾਸ਼ਾ 'ਚ ਗੱਲ ਕਰ ਲਈਏ, ਕਿ ਇਹਨੂੰ ਇਹਦੇ ਜਿਹੜੇ ਛਿਲਕੇ ਆ ਉਹਨੂੰ ਉਤਾਰ ਕੇ ਨਹੀਂ ਰੱਖਣਾ ਚਾਹੀਦਾ। ਜੇ ਛਿਲਕਾ ਉਤਾਰਿਆ ਤਾਂ ਵੱਧ ਤੋਂ ਵੱਧ 5 ਮਹੀਨੇ ਤੱਕ ਦਾ ਰੱਖਿਆ ਜਾਵੇ। ਬਿਲਕੁਲ ਬਿਲਕੁਲ ਬਿਲਕੁਲ। ਤੇ ਇਹਨੂੰ ਉਸੇ ਤਰ੍ਹਾਂ ਰੱਖਿਆ ਜਾ ਸਕਦਾ ਫਿਰ। ਹਾਂਜੀ ਬਿਲਕੁਲ ਰੱਖਿਆ ਜਾ ਸਕਦਾ। ਇਹ ਤੇ ਹੋ ਗਿਆ ਜੀ ਕੋਦਰੇ ਬਾਰੇ ਪੂਰੀ ਜਾਣਕਾਰੀ ਸੀਗੀ। ਤੇ ਅਖੀਰ ਵਿੱਚ ਆਪਾਂ ਆਪਣੇ ਕਿਸਾਨ ਵੀਰਾਂ ਦਾ ਸਵਾਲ ਜਵਾਬ ਵੀ ਲੈ ਲਾਂਗੇ। ਲੇਕਿਨ ਮੈਂ ਜਿਹੜੀ ਹੋਰ ਇਹਦੇ ਨਾਲ ਦੀ ਜਿਹੜੀ ਫਸਲਾਂ ਨੇ, ਮੈਂ ਕੋਈ ਉਹਨਾਂ ਬਾਰੇ ਵੀ ਤੁਹਾਡੇ ਸਾਂਝ ਕਰਨੀ ਚਾਹਾਂਗਾ। ਤੇ ਇਹਨਾਂ ਫਸਲਾਂ ਦਾ ਵਿੱਚ ਸਭ ਤੋਂ ਜਿਹੜਾ ਸਾਂਝੀ ਗੱਲ ਇਹ ਹੈਗੀ ਆ ਵੀ ਇਹਨਾਂ ਦੇ ਸੀਡ ਜਿਹੜੀ ਟ੍ਰੀਟਮੈਂਟ ਹੈ ਜਿਹੜਾ ਆਪਾਂ ਦੇਣਾ ਆ, ਉਹ ਸਾਰਿਆਂ ਨੂੰ ਪਾਣੀ ਵਿੱਚ ਸੋਕ ਕਰਨਾ ਪੈਣਾ। ਪਾਣੀ ਵਿੱਚ ਸਾਨੂੰ ਡੁਬੋਣਾ ਪੈਣਾ 10-12 ਘੰਟੇ ਵਾਸਤੇ। ਔਰ ਸਾਰਿਆਂ ਦਾ ਪ੍ਰੋਸੀਜਰ ਸੇਮ ਹੈ ਵੀ ਆਪਾਂ 1 ਲੀਟਰ ਪਾਣੀ 100 ml ਕੱਚਾ ਦੁੱਧ ਪਾ ਕੇ ਇਹਨਾਂ ਨੂੰ ਜਿਹੜਾ ਵਾ ਭਿਉਂ ਲੈਣਾ ਆ। ਉਸ ਤੋਂ ਬਾਅਦ 2-3 ਘੰਟੇ ਇਹਨੂੰ ਸੁਕਾ ਲੈਣਾ ਆ। ਉਸ ਤੋਂ ਬਾਅਦ ਸਵਾਹ ਦੇ ਨਾਲ ਜਿਹੜਾ ਵਾ ਨਾ ਆਪਾਂ ਇਹਨੂੰ ਜ਼ਰੂਰ ਟ੍ਰੀਟ ਕਰਨਾ ਆ। ਇਹ ਸਾਰਾ ਟ੍ਰੀਟਮੈਂਟ ਇਹ ਸੇਮ ਹੈਗਾ। ਤੇ ਇਹਨਾਂ ਦੀ ਬਿਜਾਈ ਦਾ ਸਮਾਂ ਸਾਰਿਆਂ ਫਸਲਾਂ ਦਾ ਅਲੱਗ-ਅਲੱਗ ਆ। ਜਿੱਦਾਂ ਆਪਾਂ ਕੰਗਣੀ ਦੀ ਗੱਲ ਕਰਦੇ ਆ, ਜਿਹਨੂੰ ਇੰਗਲਿਸ਼ ਵਿੱਚ ਫੌਕਸਟੇਲ ਮਿਲਟ ਕਹਿੰਦੇ ਨੇ। ਫੌਕਸਟੇਲ ਮਿਲਟ ਦਾ ਜਿਹੜਾ ਸਹੀ ਸਮਾਂ ਆ ਉਹ ਵਿਸਾਖੀ ਤੋਂ ਸ਼ੁਰੂ ਹੋ ਜਾਂਦਾ ਆ, ਤੇ ਔਰ ਆਪਣਾ 10-15 ਮਈ ਤੱਕ ਜਿਹੜਾ ਇਹਨੂੰ ਬੜੇ ਆਰਾਮ ਨਾਲ ਬੀਜ ਸਕਦੇ ਆ, ਤੇ ਵਧੀਆ ਝਾੜ ਦੇ ਦਿੰਦੀ ਹੈ। ਤੇ ਇਸ ਤੋਂ ਬਿਨਾਂ ਜਿਹੜੀਆਂ ਹੋਰ ਸਾਡੀ ਇੱਕ ਜਿਹਨੂੰ ਆਪਾਂ ਮੱਡਲ ਕਹਿ ਦਿੰਦੇ ਆ ਜਾਂ ਫਿੰਗਰ ਮਿਲਟ ਕਹਿੰਦੇ ਇੰਗਲਿਸ਼ ਵਿੱਚ। ਮੱਡਲ ਤੇ ਸਾਡੇ ਇਸ ਇਲਾਕੇ 'ਚ, ਸਾਡੇ ਜ਼ਿਲ੍ਹੇ ਗੁਰਦਾਸਪੁਰ 'ਚ ਕਾਫੀ ਲੰਮਾ ਸਮਾਂ ਅੱਜ ਵੀ ਕੁਝ ਪਰਿਵਾਰ ਹੈਗੇ ਨੇ, ਕੁਝ ਡੇਰਾ ਬਾਬਾ ਨਾਨਕ ਏਰੀਏ 'ਚ ਜਿਹੜੇ ਅਜੇ ਵੀ ਇਹਨਾਂ ਨੂੰ ਵਰਤਦੇ ਨੇ, ਲਾਉਂਦੇ ਨੇ।
ਔਰ ਦੱਸਦੇ ਨੇ ਵੀ ਇਹ ਜਿਹੜਾ ਬੰਦਾ ਮੱਡਲ ਸਿਆਲ ਖਾ ਲੈਂਦਾ ਕਹਿੰਦੇ ਉਹਦਾ ਲੱਕ ਦਰਦ ਕਦੀ ਨਹੀਂ ਹੁੰਦਾ। ਇਹ ਸਾਰੇ ਅਨਾਜ ਵੈਸੇ ਡਾਕਟਰ ਸਾਹਿਬ ਨੇ ਦੱਸਿਆ ਹੀ, ਅੱਗੇ ਦੱਸਦੇ ਰਹਿੰਦੇ ਨੇ ਸਾਨੂੰ, ਤੇ ਇਹ ਬੜੇ ਲਾਹੇਵੰਦ ਅਨਾਜ ਨੇ ਸਾਡੇ ਸਿਹਤ ਵਾਸਤੇ। ਤੇ ਮੱਡਲ ਦੀ ਵੀ ਜਿਹੜੀ ਆ ਅੱਛਾ, ਇਹਦੇ ਚ ਜਿਹੜਾ ਕੰਗਣੀ ਦੀ ਬਿਜਾਈ ਜਿਹੜੀ ਆ ਨਾ, ਉਹ ਆਪਾਂ ਡਾਇਰੈਕਟ ਸੋਇੰਗ ਕਰਨੀ ਆ। ਕੰਗਣੀ ਡਾਇਰੈਕਟ, ਹਾਂ, ਉਹਦੀ ਇਕੱਲੀ ਕੰਗਣੀ ਦੀ ਡਾਇਰੈਕਟ ਸੋਇੰਗ ਕਰਨੀ ਆ। ਬਾਕੀ ਜਿੰਨੇ ਅਨਾਜ ਹੈਗੇ ਨੇ ਬਾਕੀ ਦੇ ਮਿਲਟਸ ਨੇ ਸਾਰਿਆਂ ਦੀ ਆਪਾਂ ਨਰਸਰੀ ਤਿਆਰ ਕਰਕੇ ਲਾ ਸਕਦੇ ਹਾਂ ਪਨੀਰੀ। ਤੇ ਕੰਗਣੀ ਸਿੱਧੀ ਕਰਨ ਦਾ ਕੀ ਕਾਰਨ ਹੈ ਵੀ ਇੱਕ ਤੇ ਉਹਦੇ ਚ ਕੁਝ ਇੱਕ ਪਲਾਂਟਸ ਦੀ ਹੈਬਿਟ ਹੁੰਦੀ ਆ, ਉਹ ਮਤਲਬ ਜਦ ਡਾਇਰੈਕਟ ਸੋਇੰਗ ਹੀ ਮੰਗਦੀ ਆ, ਪਨੀਰੀ ਲਾ ਕੇ ਉਹ ਵਧੀਆ ਤਰੀਕੇ ਨਾਲ ਨਹੀਂ ਹੋ ਪਾਉਂਦੀ, ਦੇਖਿਆ ਗਿਆ ਵਾ। ਤੇ ਦੂਜਾ ਇਹ ਹੈਗਾ ਵੀ ਉਹਦੀ ਜਿਹੜੀ ਸਪੇਸਿੰਗ ਦੀ ਗੱਲ ਆਪਾਂ ਕਰੀਏ ਤੇ ਜਿੰਨੇ ਮਿਲਟ ਨੇ ਸਾਰਿਆਂ ਚ ਆਪਾਂ ਜਿਹੜੀ ਲਾਈਨ ਟੂ ਲਾਈਨ ਡਿਸਟੈਂਸ ਹੈ 2 ਫੁੱਟ ਹੀ ਰੱਖਿਆ ਆ ਜੀ। ਇਹਦੇ ਚ ਸਾਰੇ ਮਿਲਟਸ ਇੱਕੋ ਸਪੇਸਿੰਗ ਰੱਖੀ ਆ 2 ਫੁੱਟ ਦੀ। ਉਹ ਜਿਹੜਾ ਆਪਾਂ ਤੁਹਾਡੇ ਨਾਲ ਪਹਿਲਾਂ ਸਾਂਝ ਕੀਤੀ ਆ 2 ਫੁੱਟ ਰੱਖਣ ਦਾ ਕੀ ਕਾਰਨ ਹੈ ਵੀ ਖੁਰਾਕੀ ਤੱਤ ਜਿਹੜੇ ਸਾਡੇ ਜ਼ਮੀਨ ਬਰਕਰਾਰ ਰਹਿਣ ਜੀ, ਇਸ ਕਰਕੇ ਆਪਾਂ ਉਹਦੀ ਸਪੇਸਿੰਗ 2 ਫੁੱਟ ਰੱਖੀ ਹੋਈ ਹੈ। ਯਾਨੀ ਲਾਈਨ ਟੂ ਲਾਈਨ ਜਿਹੜੀ ਸਪੇਸਿੰਗ ਹੈਗੀ 2 ਫੁੱਟ ਦੀ, ਤੇ ਉਸ ਲਾਈਨ ਦੇ ਵਿੱਚ ਲੱਗਣ ਵਾਲੇ ਬੂਟਾਂ ਦੀ ਜਿਹੜੀ ਸਪੇਸ ਹੈਗੀ ਆ ਉਹ 1 ਫੁੱਟ ਦੀ। ਹਾਂ, ਜਿਹੜੇ ਕੁਦਰੇ ਦੀ 1 ਫੁੱਟ ਰੱਖਣੀ ਆ, ਤੇ ਬਾਕੀ ਇਹ ਜਿਹੜਾ ਸਾਡਾ ਜਿੱਦਾਂ ਹੁਣ ਕੰਗਣੀ ਆ ਜੀ, ਕੰਗਣੀ ਨੂੰ ਆਪਾਂ ਜੇ ਕੇਰਨਾ ਆ, ਇਹਨੂੰ ਕੇਰੇ ਨਾਲ ਬੀਜਣਾ ਜੀ, ਤੇ ਲਾਈਨ ਟੂ ਲਾਈਨ ਡਿਸਟੈਂਸ ਰੱਖ ਲਿਆ 2 ਫੁੱਟ ਦਾ। ਔਰ ਕੇਰੇ ਦੌਰਾਨ ਕੇਰੇ ਕਰਨ ਤੋਂ ਪਹਿਲਾਂ ਜਿੰਨਾ ਕੁ ਆਪਣਾ ਬੀਜ ਆ ਇੰਨੀ ਕੁ ਆਪਾਂ ਵਿੱਚ ਜਿਹੜੀ ਹੈਗੀ ਆ ਜਿਹਨੂੰ ਕਹਿੰਦੇ ਆ ਆਪਾਂ ਵਰਮੀ ਕੰਪੋਸਟ ਪਾ ਲਈਏ ਜਾਂ ਮਿੱਟੀ ਪਾ ਲਈਏ, ਉਹਦੀ ਮਾਤਰਾ ਕੋਈ ਵੱਧ ਜਾਏ, ਠੀਕ ਹੈ ਨਾ। ਜੋ ਅਗਰ ਕੱਲਾ ਬੀਜ ਹੋਏਗਾ ਤਾਂ ਸੰਘਣਾ ਬੀਜ ਚੱਲ ਉੱਗੇਗਾ ਨਾ ਜੀ। ਇਸ ਕਰਕੇ ਉਹਦੀ ਸਪੇਸਿੰਗ ਪ੍ਰੋਪਰ ਹੋਣ ਵਾਸਤੇ ਉਹ ਅਸੀਂ ਚਾਹੁੰਦੇ ਹਾਂ ਵੀ ਕੋਈ 6 ਇੰਚ ਦੇ ਵਿੱਚ ਬੂਟਾ ਆ ਜਾਵੇ, ਲੇਕਿਨ ਕੇਰੇ 'ਚ ਸੰਭਵ ਨਹੀਂ ਹੁੰਦਾ ਵੀ ਇੱਕੋ ਜਿਹੀ ਵੇਥਾ ਆ ਜਾਵੇ। ਤੇ ਕੋਈ ਨਹੀਂ, ਆਪਾਂ ਫਿਰ ਵੀ ਉਹਦੇ 'ਚ ਅਗਰ ਇੱਕੋ ਜਿਹੀ ਮਿੱਟੀ ਮਿਕਸ ਕਰਕੇ ਅਗਰ ਕੇਰ ਲੈਂਦੇ ਹਾਂ ਤਾਂ ਉਹ ਸਮਝਦੇ ਬੀਜ ਨੂੰ ਛੱਡਣ ਲੱਗਿਆ ਵੀ ਜਰਾ ਧਿਆਨ ਨਾਲ ਛੱਡੀਏ, ਤੇ ਕੋਈ 6 ਇੰਚ ਦੀ ਆ ਜਾਏ, ਸਾਡਾ ਅੰਦਾਜ਼ਾ ਇਹਨਾਂ ਬਣ ਜਾਵੇ 6 ਇੰਚ ਦੀ ਵਿੱਥ ਆ ਜਾਵੇ। ਹਾਂਜੀ, ਇਹਦਾ ਫਸਲਾਂ ਦੀ ਸਾਰੇ ਸੰਭਾਲ ਜਿਹੜੀ ਹੈ ਨਾ, ਗੋਡੀ ਜਿਹੜੀ ਆ ਸਮੇਂ ਨਾਲ ਕਰਨੀ ਪਏਗੀ। ਤੇ ਇਹ ਜਿਹੜਾ ਵਾ ਜਿਹੜਾ ਆਪਾਂ ਇਹਦੀ ਗੱਲ ਕੀਤੀ ਕੰਗਣੀ ਦੀ, ਫੌਕਸਟੇਲ ਮਿਲਟ ਦੀ, ਇਹਦੀ 72 ਸੇਰੀ ਬਿਜਾਈ ਕਰਨੀ ਆ। ਔਰ ਇੱਕ ਦਾ ਖਾਸ ਧਿਆਨ ਰੱਖਣਾ ਵਾ ਵੀ ਇਹ ਬਹੁਤਾ ਗਹਿਰਾ ਬੀਜ ਨਾ ਜਾਏ ਜੀ। 3 ਸੈਂਟੀਮੀਟਰ ਬੀਜ ਜਿਹੜਾ 2 ਸੈਂਟੀਮੀਟਰ ਜਿਹੜਾ ਤੋਂ ਜ਼ਿਆਦਾ ਡੂੰਘਾ ਨਾ ਜਾਵੇ। ਤੇ ਕਿਉਂਕਿ ਇਹ ਅਕਸਰ ਨਾ ਇੱਕ ਥੰਬ ਰੂਲ ਹੁੰਦਾ ਆ ਕਿ ਜਿਹੜਾ ਬੀਜ ਦੀ ਮੋਟਾਈ ਆ ਨਾ, ਉਹਦੀ ਗਹਿਰਾਈ ਨੂੰ ਦੱਸਦਾ ਆ। ਜਿੰਨਾ ਬੀਜ ਬਰੀਕ ਆ ਉਨੀ ਬੀਜ ਦੀ ਜਿਹੜੀ ਆ ਬਿਜਾਈ ਵੇਲੇ ਗਹਿਰਾਈ ਘੱਟ ਰੱਖਣੀ ਚਾਹੀਦੀ ਹੈ ਜੀ। ਤੇ ਇਹ ਇੱਕ ਮੇਨ ਜਿਹਾ ਥੰਬ ਰੂਲ ਹੈਗਾ। ਤੇ ਇਹ ਕੰਗਣੀ ਜਿਹੜੀ ਆ ਉਹਦੀ ਬਿਜਾਈ ਜਿਹੜੀ ਆ ਉਹ ਆਪਾਂ 15 ਅਪ੍ਰੈਲ ਤੋਂ 15 ਮਈ ਤੱਕ ਕਰ ਸਕਦੇ ਆ। ਤੇ ਇਹਦੇ ਵਿੱਚ ਸੰਭਾਲ ਬਾਕੀ ਸਾਰੀ ਬਰਾਬਰ ਆ। ਅੱਛਾ, ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸ ਦਿੰਦਾ ਆ, ਜਿਹੜੀ ਕੰਗਣੀ ਆ ਇਹਨੂੰ ਤੋਤਾ ਬਹੁਤ ਪੈਂਦਾ ਆ ਕੰਗਣੀ ਨੂੰ। ਹਾਂਜੀ, ਕੰਗਣੀ ਪੱਕਣ ਵੇਲੇ ਇਹਨੂੰ ਤੋਤਾ ਬਹੁਤ ਪਸੰਦ ਕਰਦਾ ਆ। ਤੇ ਵੈਸੇ ਵੀ ਮੈਂ ਪਿਛਲੇ 6-7 ਸਾਲ ਤੋਂ ਦੇਖਿਆ ਆ ਕਿ ਜਿੰਨੇ ਪੰਛੀ ਨੇ ਉਹ ਕੁਦਰਤੀ ਖੇਤੀ ਵਾਲੀ ਫਸਲ ਜਿਹੜੀ ਆ ਉਹਨੂੰ ਬਹੁਤ ਪਸੰਦ ਕਰਦੇ ਨੇ। ਬਿਲਕੁਲ ਕਰਦੇ ਜੀ। ਹਾਂਜੀ ਹਾਂਜੀ, ਮੇਰੀ ਕਣਕ ਆ ਜੀ, ਉਹ ਕਣਕ ਵੀ ਸਿੱਟੇ ਬਹੁਤ ਸਾਰੇ ਤੋੜ ਕੇ ਲੈ ਜਾਂਦੇ ਨੇ। ਬਾਕੀ ਚਲੋ ਅਨਾਜ ਚਨੇ ਵਗੈਰਾ ਉਹਨਾਂ ਦੇ ਪੈਣਾ ਹੀ ਇਹਨਾਂ ਨੇ, ਸਰੋਂ ਦੇ ਵੀ ਬਹੁਤ ਤੋੜ ਲੈਂਦੇ ਨੇ। ਲੇਕਿਨ ਜਿਹੜੇ ਸਾਡੇ ਗੁਆਂਢ ਪੜੋਸ ਵਿੱਚ ਜਿਹੜੀਆਂ ਫਸਲਾਂ ਨੇ, ਕਣਕਾਂ ਜਾਂ ਹੋਰ, ਅਕਸਰ ਦੇ ਲੋਕ ਕਣਕ ਬੀਜਦੇ ਨੇ, ਉਹਨਾਂ ਕਣਕ ਦਾ ਕਦੀ ਸਿੱਟਾ ਤੋੜਦੇ ਨੇ ਮੈਂ ਦੇਖਿਆ ਤੋੜਿਆਂ ਨੂੰ। ਤੇ ਇਸ ਕਰਕੇ ਜਿਹੜੀ ਕੰਗਣੀ ਦੀ ਸੰਭਾਲ ਆ ਉਹ ਤੋਤੇ ਵੇਲੇ ਸਾਨੂੰ ਥੋੜਾ ਜਿਹਾ ਇਹਦਾ ਖਿਆਲ ਰੱਖਣਾ ਪਏਗਾ। ਤੇ ਇਹ ਜਿਹੜੀ ਕੰਗਣੀ ਦੀ ਫਸਲ ਹੈ ਇਹ ਠੀਕ ਰਹਿੰਦੀ ਹੈ, ਇਹ ਗਿਰਨ ਦੀ ਸਮੱਸਿਆ ਨਹੀਂ ਆਉਂਦੀ ਇਹਦੇ ਚ। ਫਸਲ ਕੋਈ ਕਾਰਨ ਨਾ ਬਣ ਜਾਏ, ਜ਼ਿਆਦਾ ਹਵਾ ਜਾਂ ਉਹ ਕੋਈ ਕਾਰਨ ਨਾ ਬਣੇ ਤੇ ਇਹ ਨਹੀਂ ਡਿੱਗਦੀ। ਤੇ ਕੋਦਰਾ ਤੇ ਬਾਕੀ ਦੇ ਜਿੰਨੇ ਮਿਲਟ ਹੈ ਸਾਰੇ ਇਹਦੇ ਚ ਸਮੱਸਿਆ ਵੀ ਗਿਰ ਜਾਂਦੇ ਨੇ ਪੱਕਣ ਵੇਲੇ ਜਾ ਕੇ। ਤੇ ਇੱਕ ਹੈਗਾ ਜੀ ਤੁਹਾਡਾ ਬਾਰਨਯਾਰਡ, ਜਿਹਨੂੰ ਸਵਾਂਕ ਕਹਿੰਦੇ ਨੇ। ਸਵਾਂਕ ਵੀ ਨਹੀਂ ਗਿਰਦਾ ਜੀ, ਸਵਾਂਕ ਦਾ ਵੀ ਨਾੜ ਜਿਹੜਾ ਮੋਟਾ ਹੁੰਦਾ ਹੈ ਉਹ ਵੀ ਨਹੀਂ ਗਿਰਦਾ ਜੀ ਜੀ। ਇਹ ਬਾਕੀ ਦੇ ਜਿਹੜੇ ਮਿਲਟ ਹੈ ਇਹਨਾਂ ਸਾਰਿਆਂ ਦੇ ਜਿਹੜੇ ਰਹਿ ਗਏ ਆਪਣੇ ਕੋਲ 4 ਮਿੰਟ ਰਹਿ ਗਏ। ਇਹ ਇੱਕ ਹੋ ਗਿਆ ਸਵਾਂਕ, ਇੱਕ ਹਰੀ ਕੰਗਣੀ, ਇੱਕ ਕੁਟਕੀ, ਇਹ 3 ਰਹਿ ਗਏ ਜੀ, ਹਨਾ। ਇਹ 3 ਜਿਹੜੇ ਮਿਲਟ ਇਹਨਾਂ ਦੇ ਬਿਜਾਈ ਜਿਹੜੀ ਆ ਇਹਨੇ ਸਮਾਂ ਲੈਂਦੇ ਨੇ 3 ਮਹੀਨੇ ਦਾ ਜੀ। ਇਹ 3 ਮਹੀਨੇ ਦਾ ਸਮਾਂ ਲੈਂਦੇ ਨੇ। ਇਸ ਕਰਕੇ ਆਪਾਂ ਇਹਨਾਂ ਦੀ ਬਿਜਾਈ ਜਿਹੜੀ ਜੂਨ ਵਿੱਚ ਕਰਦੇ ਆ, ਕਿਉਂਕਿ ਆਪਾਂ ਸਮਾਂ ਅਕਸਰ ਫਸਲ ਦਾ ਉਹੀ ਚੁਣਨਾ ਵਾ ਜਿਹੜਾ ਕਟਾਈ ਵੇਲੇ ਮੌਸਮ ਜਿਹੜਾ ਕਟਾਈ ਦੇ ਹਿਸਾਬ ਨਾਲ ਸਮਾਂ ਚੁਣਨਾ। ਹਾਂ, ਕਟਾਈ ਦੇ ਹਿਸਾਬ ਨਾਲ ਇਹਦੀ ਸਿਲੈਕਸ਼ਨ ਕੀਤੀ ਹੋਈ ਹੈ ਜੀ। ਤੇ ਇਹਨਾਂ ਦੀ ਜਿਹੜੀ ਸਪੇਸਿੰਗ ਆ ਲਾਈਨ ਟੂ ਲਾਈਨ 2 ਫੁੱਟ ਹੀ ਰੱਖਣੀ ਆ। ਤੇ ਪਲਾਂਟ ਟੂ ਪਲਾਂਟ ਜਿਹੜਾ ਵਾ ਆਪਾਂ ਉਹ ਵੇਰੀ ਕਰ ਸਕਦੇ ਆ। ਜੇ 6 ਇੰਚ ਤੇ ਰੱਖ ਲਈਏ ਕਿਉਂਕਿ ਉਹਨਾਂ ਦੇ ਫੈਲਾਅ ਜ਼ਿਆਦਾ ਨਹੀਂ ਹੁੰਦਾ। ਜਿਹੜੇ ਆਪਣੇ ਬਾਕੀ ਦੇ ਮਿਲਟ ਹੈ ਨਾ, ਸਵਾਂਕ, ਕੰਗਣੀ ਤੇ ਸਵਾਂਕ ਤੇ ਆਪਣੇ ਹਰੀ ਕੰਗਣੀ ਤੇ ਕੁਟਕੀ,
ਜੀ ਇਹ ਇਹਨਾਂ ਤਿੰਨਾਂ ਦੀ ਜਿਹੜੀ ਆ 6 ਇੰਚ ਤੇ ਵੀ ਰੱਖ ਸਕਦੇ ਆ ਸਪੇਸਿੰਗ ਜਿਹੜੀ ਹੈ ਜੀ ਜੀ ਪਲਾਂਟ ਟੂ ਪਲਾਂਟ। ਯਾਨੀ ਕੋਧਰਾ ਜਿਹੜਾ ਹੈ ਉਹ ਪਲਾਂਟ ਟੂ ਪਲਾਂਟ 1 ਫੁੱਟ ਰੱਖਣਾ ਜ਼ਰੂਰੀ ਹੈ। ਇਹਦਾ ਫਲਾਅ, ਇਹਦਾ ਜਿਹੜਾ ਬੂਝਾ ਬਹੁਤ ਫਲਾਅ ਮਾਰਦੀ ਜੀ ਬਹੁਤ ਫਲਾਅ ਹੁੰਦਾ। ਤੇ ਇਹ ਜਿਹੜੀਆਂ ਬਾਕੀ ਦੀਆਂ ਹੈਗੀਆਂ ਜਿੰਨੀਆਂ ਫਸਲਾਂ ਦੀ ਕਟਾਈ ਵੇਲੇ ਆਪਾਂ ਨੂੰ ਥੋੜਾ ਧਿਆਨ ਦੇਣਾ ਪੈਂਦਾ ਆ। ਜਿਹੜਾ ਕਟਾਈ ਦਾ ਸਮਾਂ ਵਾ ਉਹ ਜਦੋਂ ਫਸਲ ਜਿਹੜੀ ਆ ਇਹ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਕਿ 70-75% ਜਾਂ 80% ਤੱਕ ਪੱਕ ਜਾਂਦੀ ਹੈ ਤੇ ਕਟਾਈ ਕਰ ਲੈਣੀ ਚਾਹੀਦੀ ਆ। 100% ਤੱਕ ਵੇਟ ਕਰਦੇ ਰਵਾਂਗੇ ਤੇ ਜਿਹੜੇ ਪਹਿਲੇ ਪੱਕੇ ਹੈਗੇ ਨੇ ਸਿੱਟੇ ਉਹ ਗਿਰ ਜਾਂਦੇ ਨੇ। ਇਹ ਸਮੱਸਿਆ ਆਉਂਦੀ ਆ ਥੋੜੀ ਜਿਹੀ। ਤੇ ਬਾਕੀ ਜਿਹੜੀ ਇੱਕ ਫਸਲ ਆਪਣੀ ਹੈਗੀ ਆ ਜਿਹਨੂੰ ਆਪਾਂ ਫਿੰਗਰ ਮਿਨਟ ਜਾਂ ਮੱਡਲ ਕਹਿੰਦੇ ਆ, ਮੱਡਲ ਦੀ ਜਿਹੜੀ ਆ ਉਹ 100 ਦਿਨ ਦਾ ਸਮਾਂ ਲੈਂਦੀ ਆ ਜੀ। ਤੇ ਉਹਦੀ ਬਿਜਾਈ ਵੀ ਜਿਹੜੀ ਆਪਾਂ ਜੂਨ ਵਿੱਚ ਹੀ ਕਰਦੇ ਆ, ਕਿਉਂਕਿ ਆਪਾਂ ਪਿਛਲੇ 3-4 ਸਾਲ ਤੋਂ ਦੇਖਿਆ ਵਾ, ਮੈਂ 4 ਸਾਲ ਤੋਂ ਉਹਨੂੰ ਅਸੀਂ ਅਲੱਗ-ਅਲੱਗ ਸਮਿਆਂ 'ਚ ਬਿਜਾਈ ਕਰਕੇ ਦੇਖੀ ਆ। ਲੇਕਿਨ ਉਹ ਬਰਸਾਤ ਦਾ ਮੌਸਮ ਜਿਹੜਾ ਵਾ ਉਹਨੂੰ ਧਿਆਨ 'ਚ ਰੱਖਦੇ ਹੋਇਆ ਉਹਦੀ ਬਿਜਾਈ ਵੀ ਆਪਾਂ ਜੂਨ ਵਿੱਚ ਹੀ ਕਰਦੇ ਆ। ਤੇ ਉਹਦੀ ਵੀ ਬਿਜਾਈ ਆਪਾਂ ਪਨੀਰੀ ਰਾਹੀਂ ਕਰਨੀ ਆ। ਉਹਦੀ ਵੀ ਜਿਹੜਾ ਕੋਧਰੇ ਦੀ ਤਰ੍ਹਾਂ ਸਪੇਸਿੰਗ ਜਿਹੜੀ ਆ ਉਹ ਲਾਈਨ ਟੂ ਲਾਈਨ 2 ਫੁੱਟ, ਪਲਾਂਟ ਟੂ ਪਲਾਂਟ 1 ਫੁੱਟ ਰੱਖਣੀ ਆ, ਕਿ ਉਹ ਵੀ ਬਹੁਤ ਬੂਝਾ ਮਾਰਦੀ ਹੈ। ਤੇ ਉਹਦੀ ਆਪਾਂ ਇੱਕ ਤਕਨੀਕ ਆ, ਉਹਨੂੰ ਸਾਊਥ ਵਿੱਚ ਤੇ ਗੁੱਲੀ ਰਾਗੀ ਕਹਿ ਦਿੰਦੇ ਨੇ, ਗੁੱਲੀ ਰਾਗੀ ਕਹਿੰਦੇ ਨੇ। ਤੇ ਆਪਣੇ ਵੀ ਇੱਥੇ ਜਿਹੜੇ ਕੁਦਰਤੀ ਖੇਤੀ ਕਰਨ ਵਾਲੇ ਕਿਸਾਨ ਆ, ਆਪਾਂ ਜਾਣਦੇ ਆ ਕਿ ਬਾਸਮਤੀ ਨੂੰ ਜਿਹੜਾ ਹੈ ਨਾ ਉਹ 40 ਦਿਨ ਬਾਅਦ ਅਗਰ ਪਾਣੀ ਭਰ ਕੇ ਖੇਤ 'ਚ ਤੇ ਸੁਹਾਗਾ ਜਾਂ ਮਾਰਤਾ ਜਾਵੇ ਲੱਕੜ ਦਾ, ਉਹਦੇ ਨਾਲ ਉਹਦੀ ਜਿਹੜੀ ਆ ਬਹੁਤ ਜ਼ਿਆਦਾ ਟਿਲਰਿੰਗ ਹੁੰਦੀ ਹੈ। ਇਸੇ ਤਰ੍ਹਾਂ ਹੀ ਜਿਹੜਾ ਮੈਂ ਤੁਹਾਨੂੰ ਕੋਧਰੇ ਆਪਣੇ ਦੀ ਗੱਲ ਕਰ ਰਿਹਾ ਤੁਹਾਡੇ ਕੋਲ ਮੱਡਲ ਦੀ ਵੀ ਜਿਹੜੀ ਆ ਨਾ ਇਹ 25 ਤੋਂ 30 ਦਿਨ ਦੇ ਦਰਮਿਆਨ ਸੁੱਕੇ ਖੇਤ ਵਿੱਚ ਇਹਨੂੰ ਇੱਕ ਲੈ ਕੇ ਨਾ ਜੀ ਹਲਕਾ ਜਿਹਾ ਡੰਡਾ, ਹਲਕਾ ਇਨ ਦਾ ਸੈਂਸ ਵੀ 15 ਤੋਂ 10-15 ਕਿਲੋ ਦਾ ਹੋਵੇ ਜੀ, 15-20 ਕਿਲੋ ਦਾ ਹੋਣਾ ਚਾਹੀਦਾ ਹੈ। ਉਹਦਾ ਰੱਸੀ ਪਾ ਕੇ ਤੇ ਸਾਰੇ ਖੇਤ ਉੱਪਰ ਉਹਨੂੰ ਘੁਮਾਤਾ ਜਾਂਦਾ ਹੈ। ਉਹਦੇ ਜਿਹੜੀ ਮੇਨ ਸ਼ੂਟ ਹੈ ਜਿਹੜੀ ਹੁੰਦੀ ਉਹਦੀ ਕੋਧਰੇ ਦੀ, ਉਹ ਟੁੱਟ ਜਾਂਦੀ ਹੈ ਤੇ ਉਹਦੇ ਜਿਹੜੇ ਹੈਗੇ ਥੱਲੇ ਫਿਰ ਟਿਲਰਿੰਗ ਬਹੁਤ ਜ਼ਿਆਦਾ ਹੁੰਦੀ ਹੈ। ਤੇ ਇਹਦਾ ਜਿਹੜਾ ਝਾੜ ਦੀ ਆਪਾਂ ਗੱਲ ਕਰੀਏ ਕਿ ਜਿਹੜਾ ਤੁਹਾਡਾ ਆਪਾਂ ਪਹਿਲਾਂ ਕੋਧਰੇ ਦੀ ਗੱਲ ਕਰਦੇ ਹਾਂ, ਕੋਧਰੇ ਦਾ ਝਾੜ ਆਪਾਂ ਆਪਣੇ ਖੇਤ ਵਿੱਚ 14-15 ਕੁਇੰਟਲ ਦੇ ਕਰੀਬ ਲਿਆ ਆ, ਔਰ ਅੱਛੀ ਸੰਭਾਲ ਕਰਨ ਦੇ ਨਾਲ ਉਹਨੂੰ ਟਾਈਮ ਟੂ ਟਾਈਮ ਖੁੱਡੀਆਂ ਕੀਤੀਆਂ ਨੇ, ਔਰ ਜਿਹੜਾ ਵੈਸੇ ਪਾਣੀ ਦੀ ਬਿਲਕੁਲ ਲੋੜ ਨਹੀਂ ਪਈ ਆਪਣੇ ਖੇਤ ਵਿੱਚ। ਤੇ ਦੀ ਜਿਹੜੀ ਕਟਾਈ ਹੈ 2-3 ਚੀਜ਼ਾਂ ਦਾ ਧਿਆਨ ਰੱਖੋ ਤੇ ਫਸਲ ਤੁਹਾਨੂੰ ਝਾੜ ਚੰਗਾ ਦੇ ਜਾਂਦੀ ਹੈ। ਇਹ ਚੜਾਈ ਵੀ ਚੰਗੀ ਤਰ੍ਹਾਂ ਕਰਨੀ ਪੈਂਦੀ ਆ, ਫੇਰ ਉਹ ਤੁਹਾਨੂੰ ਇੰਨਾ ਝਾੜ ਦੇ ਦੇਗੀ। ਤੇ ਜਿਹੜਾ ਸਾਡਾ ਕੰਗਣੀ ਆ ਉਹਦਾ 5-6 ਕੁਇੰਟਲ ਉਹਦਾ ਝਾੜ ਨਿਕਲਦਾ ਜੀ, 5 ਜਾਂ 6 ਕੁਇੰਟਲ ਤੱਕ। ਤੇ ਜਿਹੜੀ ਸਾਡੀ ਹੈਗੀ ਆ ਜੀ ਮੱਡਲ, ਉਹਦਾ 8 ਕੁਇੰਟਲ 8-9 ਕੁਇੰਟਲ ਝਾੜ ਉਹਦਾ ਨਿਕਲ ਜਾਂਦਾ ਅਗਰ ਤੁਸੀਂ ਚੰਗੀ ਤਰ੍ਹਾਂ ਸੰਭਾਲ ਕਰ ਦੋ ਉਹਦੀ। ਤੇ ਜਿਹੜੇ ਬਾਕੀ ਦੇ ਹੈਗੇ ਨੇ ਸਵਾਂਕ ਆ ਤੇ ਹਰੀ ਕੰਗਣੀ ਆ ਤੇ ਕੀ ਆ, ਇਹਨਾਂ ਦੇ ਝਾੜ ਵੀ 4 ਤੋਂ 5 ਕੁਇੰਟਲ ਦੇ ਦਰਮਿਆਨ ਹੁੰਦੇ ਨੇ। ਤੇ ਇਹ ਸਾਰੀ ਇਹਨਾਂ ਫਸਲਾਂ ਬਾਰੇ ਹੈਗੀ ਆ। ਔਰ ਸਾਰੇ ਇਹਨਾਂ ਫਸਲਾਂ ਵਿੱਚ ਇੱਕੋ ਪੋਜ਼ਿਟਿਵ ਪੱਖ ਜਿਹੜਾ ਤੁਹਾਨੂੰ ਦੱਸਿਆ ਵੀ ਜਿੰਨੇ ਵੀ ਅਨਾਜ ਨੇ ਇਹਨਾਂ ਉੱਪਰ ਹਾਰਡ ਸ਼ੈਲ ਹੋਣ ਦੀ ਵਜ੍ਹਾ ਕਰਕੇ ਇਹਨਾਂ ਕੋਈ ਵੀ ਕੀੜਾ ਨਹੀਂ ਲੱਗਦਾ। ਇਹ ਕਦਾ ਪੋਜ਼ਿਟਿਵ ਪੱਖ ਹੈਗਾ ਇਹਨਾਂ ਅਨਾਜਾਂ ਦਾ। ਤੇ ਬਾਕੀ ਜਿਹੜੀ ਡੀਹਸਕਿੰਗ ਦੀ ਗੱਲ ਕਰਨੇ ਆ ਆਪਾਂ, ਡੀਹਸਕਿੰਗ ਸਿਰਫ 5 ਅਨਾਜਾਂ ਨੂੰ ਕਰਨ ਦੀ ਲੋੜ ਪੈਂਦੀ ਆ, ਜਿਹਦੇ ਵਿੱਚ ਕੰਗਣੀ, ਸਵਾਂਕ, ਹਰੀ ਕੰਗਣੀ, ਕੁਟਕੀ ਤੇ ਕੋਧਰਾ। ਤੇ ਇਹਨਾਂ ਵਿੱਚ ਸਭ ਤੋਂ ਜਿਹੜਾ ਔਖੀ ਸ਼ੈਲਿੰਗ ਹੈਗੀ ਆ ਇੱਕ ਕੋਧਰੇ ਦੀ ਆ, ਇੱਕ ਹੈਗੀ ਆ ਹਰੀ ਕੰਗਣੀ ਦੀ, ਜਿਹਨੂੰ ਬਰਾਊਨ ਟੌਪ ਮਿਲਟ ਕਹਿੰਦੇ ਨੇ ਇੰਗਲਿਸ਼ ਵਿੱਚ। ਇਹਨਾਂ ਦੀ ਸ਼ੈਲਿੰਗ ਥੋੜੀ ਜਿਹੀ ਹਾਰਡ ਆ ਤੇ ਬਾਕੀ ਜਿਹੜੇ ਆ ਬੜੇ ਆਰਾਮ ਨਾਲ ਨਿਕਲ ਆਉਂਦੇ ਨੇ। ਔਰ ਅਕਸਰ ਇਹਨਾਂ ਦੀ ਰਿਕਵਰੀ ਜਿਹੜੀ ਆ ਉਹ 60 ਤੋਂ 70% ਹੈਗੀ ਆ। ਵੱਖ-ਵੱਖ ਜਿਹੜੇ ਆ ਇਹਨਾਂ ਦੀ ਰਿਕਵਰੀ ਜਿਹੜੀ ਹੈ ਨਾ 70% ਤੱਕ ਆਉਂਦੀ ਆ ਜੀ। ਜੀ ਬਰਾਊਨ ਟੌਪ ਦੀ ਰਿਕਵਰੀ ਸਭ ਤੋਂ ਘੱਟ ਆਉਂਦੀ ਹੈ। ਤੇ ਇਹ ਜਿਹੜਾ ਇਹਦਾ ਵੇਰੀ ਕਰਦੀ ਆ। ਤੇ ਮੈਂ ਆਪਣੇ ਕਿਸਾਨ ਵੀਰਾਂ ਨੂੰ ਕਹਿਣਾ ਚਾਹਾਂਗਾ ਜੇ ਇਹਨਾਂ ਦਾ ਕੋਈ ਵੀ ਸਵਾਲ ਹੋਵੇ ਤੇ ਮੈਂ ਜ਼ਰੂਰ ਉਹਦਾ ਜਵਾਬ ਦੇਵਾਂਗਾ। ਬਹੁਤ ਧੰਨਵਾਦ ਜੀ, ਬੜੇ ਵਿਸਥਾਰ ਪੂਰਵਕ ਤੁਸੀਂ ਇਹ ਜਾਣਕਾਰੀ ਦਿੱਤੀ। ਪਰ ਇਸ ਤੋਂ ਪਹਿਲਾਂ ਮੈਂ ਇੱਕ ਦੋ ਗੱਲਾਂ ਪੁੱਛਣੀ ਚਾਹੁੰਦਾ। ਇੱਕ ਝਾੜ ਦੀ ਸੀ, ਝਾੜ ਤੁਸੀਂ ਸਪਸ਼ਟ ਕਰਤਾ ਕਿ ਕਿਸ ਅਨਾਜ ਦਾ ਕਿੰਨਾ ਝਾੜ ਨਿਕਲਦਾ ਜੀ। ਕੁਝ ਵੀਰ ਇਹਨੂੰ ਵਪਾਰਕ ਪੱਧਰ ਤੇ ਵੀ ਬੀਜਣ ਦੀ ਇੱਛੁਕ ਹੋਣਗੇ, ਤਾਂ ਮਾਰਕੀਟ ਦੇ ਵਿੱਚ ਇਹਨਾਂ ਦੇ ਕੀ ਰੇਟ ਮਿਲ ਸਕਦੇ ਆ, ਆਮਦਨ ਕਿੱਥੋਂ ਤੱਕ ਪ੍ਰਾਪਤ ਕੀਤੀ ਜਾ ਸਕਦੀ ਹੈ, ਇਹਦੇ ਬਾਰੇ ਚ ਥੋੜਾ ਜਿਹਾ ਜ਼ਰੂਰ ਦੱਸਿਓ ਕਿ ਕਿਹੜੇ ਅਨਾਜ ਕਿਸ ਭਾਅ ਤੇ ਵੇਚੇ ਜਾ ਸਕਦੇ ਨੇ। ਹਾਂਜੀ, ਇਹ ਤੁਸੀਂ ਬੜਾ ਵਧੀਆ ਸਵਾਲ ਕੀਤਾ ਆ, ਕਿਉਂਕਿ ਦੇਖੋ ਮੇਰੇ ਕੋਲ ਤੇ ਕਰੀਬ ਮੈਂ ਦੇਖਾਂ ਤੇ ਨਵੰਬਰ ਮਹੀਨੇ ਤੋਂ
ਫੋਨ ਆਉਣੇ ਸ਼ੁਰੂ ਹੋਏ ਕਿਸਾਨਾਂ ਦੇ, ਜਦੋਂ ਵੀਡੀਓ ਚੱਲੀ ਸਾਡੀ ਉਹ ਲੰਗਰ ਵਾਲੀ, ਜੀ 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 ਉਸ ਤੋਂ ਬਾਅਦ ਇਹ ਸਾਡੇ 90% ਕਿਸਾਨਾਂ ਦਾ ਸਵਾਲ ਇਹੀ ਹੁੰਦਾ ਵਾ ਜੀ ਤੇ ਮੈਂ ਉਹਨਾਂ 90% ਕਿਸਾਨਾਂ ਨੂੰ ਇੱਕੋ ਜਵਾਬ ਦਿੰਦਾ ਹੁੰਦਾ ਆ ਕਿ ਦੇਖੋ, ਜੀ ਪਹਿਲੀ ਤੇ ਗੱਲ ਹੈ ਵੀ ਇਹਨੂੰ ਵਪਾਰਕ ਪੱਧਰ ਤੇ ਆਪਾਂ ਅਜੇ ਨਾ ਸੋਚੀਏ। ਕਾਰਨ ਜੀ ਇਹ ਹੈਗਾ ਵੀ ਇਹ ਸਾਡੇ ਖੇਤਾਂ ਵਿੱਚ ਨਵੀਆਂ ਫਸਲਾਂ ਨੇ ਔਰ ਹੂੰ ਇਹਦਾ ਅਸਰ ਕੀ ਜਾਣਾ ਅੱਗੇ ਚੱਲ ਕੇ। ਇਹ ਨਾ ਹੋਵੇ ਵੀ ਆਪਾਂ ਇਹਨੂੰ ਇਸ ਪੱਧਰ ਤੱਕ ਲੈ ਜਾਈਏ ਕਿ ਸਾਡੇ ਜਿਹੜੇ ਖੇਤ ਆ ਉਹ ਹੀ ਆਪਾਂ ਬਰਬਾਦ ਕਰ ਲਈਏ। ਤੇ ਮੈਂ ਇਹਦੇ ਚ ਬਹੁਤ ਜ਼ਰੂਰੀ ਗੱਲ, ਤੁਸੀਂ ਮੈਨੂੰ ਨੁਕਤਾ ਅੱਛਾ ਉਠਾਇਆ, ਮੈਨੂੰ ਗੱਲ ਯਾਦ ਆ ਗਈ, ਬੜੀ ਜ਼ਰੂਰੀ ਜਿਹੜੀ ਕਰਨੀ ਬਣਦੀ ਆ। ਜੀ ਮਿਲਟਸ ਤੋਂ ਬਾਅਦ ਜਿਹੜੇ ਜੀ ਖੇਤ ਵਿੱਚ ਕੋਈ ਵੀ ਹੋਰ ਫਸਲ ਬੀਜੀ ਜਾਂਦੀ ਆ ਤੇ ਉਹ ਬਹੁਤ ਹੀ ਮਾੜੀ ਹੁੰਦੀ ਆ, ਕਿਉਂਕਿ ਬਹੁਤ ਖੁਰਾਕੀ ਤੱਤ ਲੈ ਚੁੱਕੀ ਹੁੰਦੀ ਉਸ ਖੇਤ ਚੋਂ। ਤੇ ਅਕਸਰ ਅੱਛਾ ਹਾਂ, ਅਕਸਰ ਇਹ ਸਾਨੂੰ ਇਸ ਗੱਲ ਨੂੰ ਧਿਆਨ 'ਚ ਰੱਖਣਾ ਪਏਗਾ। ਤੇ ਆਪਾਂ ਦੂਜੀ ਗੱਲ, ਮੈਂ ਜਿੰਨੀਆਂ ਗੱਲਾਂ ਤੁਹਾਡੇ ਨਾਲ ਕੀਤੀਆਂ ਸਾਂਝੀਆਂ, ਇਹ ਫੁੱਲ ਐਂਡ ਫਾਈਨਲ ਨਹੀਂ ਹੈਗੀਆਂ, ਇਹਦੇ 'ਚ ਬਹੁਤ ਸਾਰੀ ਗੁੰਜਾਇਸ਼ ਹੈਗੀ ਆ। ਆਪਾਂ ਰਲ ਮਿਲ ਕੇ ਟਰਾਇਲ ਕਰਾਂਗੇ, ਕਿਉਂਕਿ ਜੀ ਮੈਂ ਤਾਂ ਜੀ ਸਿਰਫ 3 ਸਾਲ ਤੋਂ ਲੱਗਿਆ ਜੀ ਇਹਨਾਂ ਅਨਾਜਾਂ ਤੇ ਜੀ ਆਪ ਜੀ ਸਾਰੇ ਜਾਣਦੇ ਹੋ ਕਿ ਯੂਨੀਵਰਸਿਟੀ ਨੇ ਅਗਰ ਕੋਈ ਬੀਜ, ਡਾਕਟਰ ਹਰਨੇਕ ਸਿੰਘ ਰੋਡੇ ਜੀ ਬੈਠੇ ਨੇ, ਤੇ ਜੀ ਯੂਨੀਵਰਸਿਟੀ ਨੇ ਅਗਰ ਕੋਈ ਬੀਜ ਸਾਨੂੰ ਦੇਣਾ ਹੋਵੇ, ਉਹਨਾਂ ਨੂੰ 10 ਸਾਲ ਲੱਗ ਜਾਂਦੇ ਨੇ ਉਹਦੇ ਪੂਰੇ ਟਰਾਇਲ ਕਰਨ ਵਾਸਤੇ ਔਰ ਪੂਰੀ ਇਨ ਡੈਪਥ ਜਾਣ ਵਾਸਤੇ, ਨੌਲੇਜ ਲੈਣ ਲਈ। ਲੇਕਿਨ ਅਸੀਂ 3 ਸਾਲ 'ਚ ਤੁਹਾਨੂੰ ਪੂਰੀ ਨਹੀਂ ਗੱਲ ਦੱਸ ਪਾਵਾਂਗੇ ਕਿ ਕੁਝ ਇੱਕ ਗੱਲਾਂ ਅੱਗੇ ਚੱਲ ਕੇ ਹੋਰ ਆਉਣਗੀਆਂ, ਨਵੀਆਂ ਸਮੱਸਿਆਵਾਂ ਵੀ ਪੈਦਾ ਹੋ ਸਕਦੀਆਂ ਨੇ। ਬਿਲਕੁਲ ਆਉਂਦੀਆਂ ਜੀ, ਬਿਲਕੁਲ ਆਉਣਗੀਆਂ। ਤੇ ਇਹ ਖੁਰਾਕੀ ਤੱਤ ਵਾਲੀ ਜਿਹੜੀ ਸਮੱਸਿਆ ਵਾ, ਬਹੁਤ ਗੰਭੀਰ ਸਮੱਸਿਆ ਵਾ। ਕਿਉਂਕਿ ਮੈਂ ਤੁਹਾਨੂੰ ਦੱਸਦਾ ਜੀ, ਜਿਹੜੀ ਮੈਂ 4 ਸਾਲ ਤੋਂ ਰਾਗੀ ਲਾ ਰਿਹਾ ਹਾਂ ਜੀ, ਜਿਹਨੂੰ ਆਪਾਂ ਮੱਡਲ ਕਹਿੰਦੇ ਆ, ਜੀ ਉਸ ਖੇਤ ਵਿੱਚ ਸਮਝ ਲਓ ਵੀ 2 ਫਸਲਾਂ, ਜਿਹੜੀ ਮੈਂ ਕਣਕ ਬੀਜੀ ਜੀ ਉਹ ਵੀ ਮਾੜੀ ਹੋਈ, ਉਸ ਅੱਛਾ ਤੋਂ ਅੱਗੇ ਜਿਹੜੀ ਨੈਕਸਟ ਫਸਲ ਬੀਜਦੇ ਉਹ ਵੀ ਬਹੁਤ ਜਿਹੜੀ ਹਲਕੀ ਹੁੰਦੀ ਹੈ। ਇਸ ਚੀਜ਼ ਦਾ ਬਹੁਤ ਸਾਨੂੰ ਧਿਆਨ ਦੇ ਨਾਲ ਇਸ ਗੱਲ ਨੂੰ ਵਾਚਣਾ ਪਏਗਾ ਕਿ ਮਿਲਟਸ ਨੂੰ ਬਹੁਤ ਵੱਡੇ ਪੱਧਰ ਤੇ ਆਪਾਂ ਨਹੀਂ ਇੱਕਦਮ ਲੈ ਕੇ ਜਾਣਾ, ਇਹਨੂੰ ਅਜੇ ਟਰਾਇਲ ਫੇਸ ਵਿੱਚ ਰੱਖੀਏ। ਮੈਂ ਤੇ ਕਿਸਾਨਾਂ ਨੂੰ ਇਹ ਸਲਾਹ ਦਿਆਂਗਾ ਔਰ ਦਿੰਦਾ ਵੀ ਕਿਸਾਨਾਂ ਨੂੰ ਸਲਾਹ ਕਿ ਆਪਾਂ ਵੀਰ ਜੀ ਇਹਨਾਂ ਫਸਲਾਂ ਦਾ ਅਜੇ ਪਹਿਲੇ ਅਜੇ ਨਾ ਸੀਡ ਪ੍ਰੋਡਕਸ਼ਨ ਵਿੱਚ ਇਹਨੂੰ ਲਈਏ। ਅਜੇ ਇਹ ਜਿਹੜਾ ਪਹਿਲਾ ਫੇਸ ਹੈ ਨਾ ਸਾਡਾ, ਜੀ 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 ਇਹਨੂੰ ਅਜੇ ਸੀਡ ਪ੍ਰੋਡਕਸ਼ਨ ਵਿੱਚ ਲਈਏ ਤੇ ਨਾਲ ਹੀ ਇਹਨੂੰ ਆਪਾਂ ਇਹ ਜਿਹੜੇ ਸਾਡੇ ਟਰਾਇਲ ਆ, ਦੇਖੋ ਮੇਰੇ ਖੇਤ ਵਿੱਚ ਕਿੱਦਾਂ ਹੋਇਆ ਉਹ, ਤੇ ਮੇਰੇ ਖੇਤ ਵਿੱਚ ਆਪਣੇ ਤਰੀਕੇ ਨਾਲ ਮੈਂ ਉਹਨੂੰ ਦੇਖ ਲਿਆ ਨਾ, ਤੇ ਤੁਹਾਡੇ ਖੇਤਾਂ 'ਚ ਵੱਖ-ਵੱਖ ਮਿੱਟੀ ਆ, ਵੱਖ-ਵੱਖ ਤਰ੍ਹਾਂ ਦਾ ਵਾਤਾਵਰਨ ਹੈ ਤੁਹਾਡੇ ਖੇਤਾਂ ਦਾ ਨਾ ਸਾਰਿਆਂ ਦਾ। ਤੇ ਉਹ ਸਾਰਾ ਜਦੋਂ ਸਾਡੇ ਕੋਲ ਡਾਟਾ ਆ ਜਾਏਗਾ ਸਾਰਾ, ਉਹ ਫਿਰ ਸਾਨੂੰ ਜਿਹੜਾ ਵਾ, ਸਾਨੂੰ ਸਾਰੇ ਪੰਜਾਬ ਵਾਸਤੇ ਰਿਕਮੈਂਡੇਸ਼ਨ ਕਰ ਪਾਵਾਂਗੇ। ਇਸ ਸਮੇਂ ਆਪਾਂ ਕੋਈ ਐਸੀ ਕੋਈ ਰਿਕਮੈਂਡੇਸ਼ਨ ਨਹੀਂ ਕਰ ਪਾਵਾਂਗੇ। ਜਿਹੜੀ ਤੁਸੀਂ ਆਰਥਿਕ ਪੱਖ ਦੀ ਗੱਲ ਕੀਤੀ ਹੈ, ਜਿਹੜਾ ਤੇ ਦੇਖੋ ਸਾਊਥ ਵਿੱਚ ਆਣ ਕੇ ਇੱਥੇ ਵੇਖ ਰਿਹਾ ਪੰਜਾਬ 'ਚ, ਉਹ 100 ਤੇ 140 ਰੁਪਏ ਕਿਲੋ ਵੇਚਿਆ ਜਾ ਰਿਹਾ ਹੈ ਅਲੱਗ-ਅਲੱਗ ਤਰੀਕਿਆਂ ਨਾਲ ਜੀ। ਤੇ ਜਿਹੜਾ ਤੁਹਾਡਾ ਉੱਥੇ ਸਾਊਥ ਵਿੱਚ ਇਹਦੀ ਜਿਹੜੀ ਕੀਮਤ ਆ 80-90 ਰੁਪਏ ਕਿਲੋ ਰਾਈਸ ਦੀ ਇਹਦੀ ਮਿਲ ਜਾਂਦੀ ਹੈ। ਹਾਂਜੀ ਜੀ। ਤੇ ਇਹ ਦੇਖ ਲਓ ਕਿ ਅਗਰ ਆਪਾਂ ਪੰਜਾਬ 'ਚ ਇਹਨੂੰ ਪੈਦਾ ਕਰਦੇ ਆ, ਉਸ ਪੱਧਰ ਤੇ ਇਹਨੂੰ ਲੈ ਕੇ ਜਾਂਦੇ ਆ, ਤੇ ਸਾਡੇ ਮਿੱਟੀ ਤੇ ਕੀ ਪ੍ਰਭਾਵ ਪਵੇਗਾ, ਉਹਨੂੰ ਬਹੁਤ ਹੀ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ। ਇਸ ਗੱਲ ਨੂੰ ਮੈਂ ਇਸ ਗੱਲ ਤੇ ਜ਼ਿਆਦਾ ਜ਼ੋਰ ਤਾਂ ਦੇ ਰਿਹਾ ਹਾਂ ਕਿ ਆਪਾਂ ਸਿਰਫ ਇਹਦੀ ਕੀਮਤ ਵੱਲ ਦੇਖ ਕੇ ਔਰ ਇਹਨੂੰ ਕਮਰਸ਼ੀਅਲ ਐਂਗਲ ਤੋਂ ਬਹੁਤ ਵੱਡੇ ਪੱਧਰ ਤੇ ਲੈ ਜਾਈਏ, ਫਿਰ ਇਹ ਨਾ ਹੋਵੇ ਕਿ ਅਸੀਂ ਆਪਣੇ ਖੇਤਾਂ 'ਚ ਸਾਡੀ ਜਿਹੜੀ ਕਿਸਾਨੀ ਆ ਨਾ, ਉਹਨੂੰ ਇਹਦਾ ਰੁਝਾਨ ਹੈ 3 ਫਸਲਾਂ ਤੱਕ ਲਿਆਉਣ ਦਾ। ਇਹ ਸਾਡੀ ਫਸਲਾਂ, ਇਹਨੂੰ 3 ਫਸਲਾਂ ਨਹੀਂ ਆਉਣਗੀਆਂ। ਔਰ ਇਹ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸ ਦਿੰਦਾ ਹਾਂ, ਸਾਊਥ ਜਾਂ ਉਹ ਇਲਾਕਿਆਂ ਜਿੱਥੇ ਫਸਲਾਂ ਲੱਗਦੀਆਂ ਨੇ, ਉੱਥੇ ਕਰੀਬ ਇੱਕੋ ਹੀ ਫਸਲ ਲਈ ਜਾਂਦੀ ਹੈ ਸਾਲ ਦੀ, ਤੇ ਸਾਡੇ ਅਸੀਂ ਇੱਥੇ ਸਾਲ ਵਿੱਚ 2 ਜਾਂ 3 ਫਸਲਾਂ ਲੈਣ ਦੇ ਆਦੀ ਆ। ਇਹ ਨਾ ਹੋਵੇ ਕਿ ਆਪਾਂ ਜ਼ਮੀਨਾਂ ਬਰਬਾਦ ਕਰ ਬੈਠੀਏ, ਤੇ ਇਸ ਗੱਲ ਨੂੰ ਬਹੁਤ ਧਿਆਨ 'ਚ ਰੱਖੀਏ ਔਰ ਟਰਾਇਲ ਫੇਸ ਵਿੱਚ ਰੱਖੀਏ ਜੇ ਸਾਲ 2 ਸਾਲ ਇਹਨੂੰ। ਤੇ ਯਾਨੀ ਮੁੱਢਲੀਆਂ ਹਾਲਤਾਂ ਦੇ ਵਿੱਚ ਇਹਨੂੰ ਕਮਰਸ਼ੀਅਲਾਈਜੇਸ਼ਨ ਵਾਲੇ ਪਾਸੇ ਨੂੰ ਨਹੀਂ ਜਾਣਾ ਚਾਹੀਦਾ। ਇਹ ਨਹੀਂ ਜਾਣਾ ਚਾਹੀਦਾ। ਜੇ ਆਪਾਂ ਇਹ ਸੋਚਦੇ ਹਾਂ ਕਿ ਅਸੀਂ ਆਪਣੀ ਘਰੇਲੂ ਵਰਤੋਂ ਵਾਲੇ ਵਾਸਤੇ ਜਿਹੜਾ ਇਹਨੂੰ ਲੈ ਕੇ ਆਉਣਾ ਹੈ, ਤੇ ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਕਿੰਨੀ ਕੁ ਜ਼ਮੀਨ ਜਿਹੜੀ ਹੈ ਜਾਂ ਵਾਹਣ ਕਿੰਨਾ ਕੁ ਹੈ ਜਿਹੜਾ ਇਸ ਵਾਸਤੇ ਅਸੀਂ ਯੂਜ਼ ਕਰੀਏ ਕਿ ਸਾਡੇ ਪਰਿਵਾਰ ਵਾਸਤੇ ਜਿਹੜਾ ਮਿਲਟ ਹੈਗਾ ਉਹ ਸਫੀਸ਼ੀਐਂਟ ਹੋਵੇ? ਦੇਖੋ ਜੀ, ਪਹਿਲੀ ਤੇ ਗੱਲ ਇਹ ਹੈਗੀ ਆ ਕਿ ਇਹਦੇ 'ਚ ਫਸਲ ਜਿਹੜਾ ਇਹਦਾ ਆਪਾਂ ਪਰਿਵਾਰ ਦੀ ਜਿਹੜੀ ਤੁਹਾਡੀ ਆ ਮੈਂਬਰਾਂ ਦੀ ਗਿਣਤੀ ਬੜੀ ਆਪਾਂ ਯੂਨਿਟ ਲੈ ਲੈਣੇ ਕਿ ਇੱਕ 5 ਪਰਿਵਾਰ ਦਾ ਮੈਂਬਰ ਲੈ ਲਓ। ਹਾਂਜੀ, 5 ਮੈਂਬਰਾਂ ਦਾ ਪਰਿਵਾਰ ਲੈ ਲਓ। ਮੈਂ ਤੁਹਾਨੂੰ ਇੱਕ ਮੋਟਾ ਜਿਹਾ ਇਹਦਾ ਦੱਸ ਦਿੰਦਾ ਜੀ ਫਾਰਮੂਲਾ। ਉਹ ਇਹ ਹੈਗਾ ਵੀ ਅਗਰ ਸਾਡੇ ਘਰ 'ਚ 40 ਕਿਲੋ ਕਣਕ ਦਾ ਆਟਾ ਲੱਗਦਾ ਨਾ ਮਹੀਨੇ 'ਚ, ਅਗਰ ਆਪਾਂ ਮਿਲਟਸ ਖਾਂਦੇ ਆ, ਮਿਲਟਸ ਤੁਹਾਡੇ 25 ਤੋਂ 30 ਕਿਲੋ 25 ਕਿਲੋ ਦੇ ਕਰੀਬ ਆਪਾਂ ਫੜ ਲਈ ਅਗਰ,
ਇਹਦਾ ਇੰਨਾ ਡਿਫਰੈਂਸ ਆ ਜਾਂਦਾ ਵੀ ਅਗਰ ਤੁਸੀਂ 3 ਰੋਟੀਆਂ ਖਾਂਦੇ ਹੋ ਨਾ, ਤੁਸੀਂ 1-1.5 ਰੋਟੀ ਖਾ ਕੇ ਤੁਹਾਡਾ ਜਿਹੜਾ ਨਾ ਤਸੱਲੀ ਹੋ ਜਾਂਦੀ ਹੈ। 2 ਰੋਟੀਆਂ ਖਾ ਕੇ ਬਹੁਤ ਵਧੀਆ ਤੁਸੀਂ ਇੱਕਦਮ ਆਪਣੇ ਆਪ ਨੂੰ ਮਹਿਸੂਸ ਕਰਦੇ ਹੋ। ਡਾਕਟਰ ਅਮਰ ਸਿੰਘ ਆਜ਼ਾਦ ਜੀ ਬੈਠੇ ਨੇ, ਇਹਨਾਂ ਨੂੰ ਪਤਾ ਆ ਵੀ ਅਗਰ ਆਪਾਂ ਜਾਵਾਂਗੇ ਉਹਨਾਂ ਦੀ ਰਾਏ ਵੀ ਲਵਾਂਗੇ ਜੀ। ਪਹਿਲਾਂ ਤੁਹਾਡੇ ਤੋਂ ਇਹ ਲੱਗਦਾ ਕਿ ਸਾਰੀਆਂ ਗੱਲਾਂ ਤੁਹਾਡੇ ਤੋਂ ਪੁੱਛ ਲਈਏ, ਉਸ ਤੋਂ ਬਾਅਦ ਆਪਾਂ ਡਾਕਟਰ ਹਰਨੇਕ ਸਿੰਘ ਰੋਡੇ ਹੋਰਾਂ ਕੋਲੇ ਵੀ ਜਾਵਾਂਗੇ, ਡਾਕਟਰ ਅਮਰ ਸਿੰਘ ਆਜ਼ਾਦ ਹੋਰਾਂ ਕੋਲੇ ਵੀ ਜਾਵਾਂਗੇ। ਤੇ ਇਹ ਮੇਰੇ ਕਹਿਣ ਦਾ ਮਤਲਬ ਇਹ ਆ ਵੀ ਅਗਰ ਆਪਾਂ ਇਸ ਅਨਾਜ ਨੂੰ ਖਾਣਾ ਸ਼ੁਰੂ ਕਰਦੇ ਆ ਤੇ ਇਹਦੀ ਲਾਗਤ ਜਿਹੜੀ ਆ ਸਾਡੇ ਘੱਟੋ ਘੱਟ ਵੀ 35 ਤੋਂ 40% ਘਟ ਜਾਂਦੀ ਆ। ਤੇ ਉਸ ਚੀਜ਼ ਤੋਂ ਤੁਸੀਂ ਲੈਵਲ ਉਸ ਜਿਹੜੇ ਮੈਂ ਕਣਕ ਦੀ ਗੱਲ ਤੁਹਾਨੂੰ ਮੋਟੀ ਜੀ ਕੀਤੀ ਆ, ਉਹ ਤੋਂ ਆਪਾਂ ਅੰਦਾਜ਼ਾ ਕੱਢ ਸਕਦੇ ਆ। ਠੀਕ ਹੈ ਜੀ। ਤੇ ਜੇ ਸਾਡੇ ਘਰ 'ਚ 25-30 ਕਿਲੋ ਅਗਰ ਮਿਲਟਸ ਲੱਗਦੇ ਨੇ ਤੇ 5 ਕਿਸਮ ਦੇ ਮਿਲਟ ਅਗਰ ਸਾਨੂੰ 25-30 ਕਿਲੋ ਚਾਹੀਦੇ ਨੇ, ਬਾਹਰੋਂ ਤੇ 36 4 ਕੁਇੰਟਲ ਚਾਹੀਦੇ ਮੰਨ ਲਓ ਆਪਾਂ ਨੂੰ 4 ਕੁਇੰਟਲ ਪਰਿਵਾਰ ਲਈ। ਹਾਂਜੀ, ਇਹ ਮੋਟਾ ਜਿਹਾ ਅੰਦਾਜ਼ਾ ਆ ਜੀ ਜੀ। ਉਹ 4 ਕੁਇੰਟਲ ਸਾਨੂੰ 5 ਕਿਸਮ ਦੇ ਹੈਗੇ ਨੇ ਤੇ ਸਮਝ ਲਓ ਵੀ 8 ਪਾਇਆ 40 ਕੁਇੰਟਲ ਕਰੀਬ ਅੰਦਾਜ਼ਾ ਤੁਸੀਂ ਫੜ ਲਓ ਮੋਟੀ ਮੋਟੇ। ਜੀ 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 ਬਿਲਕੁਲ। ਕੁਇੰਟਲ ਇੱਕ ਅਨਾਜ ਹੋ ਜਾਵੇ ਤੇ ਉਹ ਫਿਰ ਇਹ ਦੇਖ ਲਓ ਵੀ ਇਹਦੀ ਜਿਹੜੀ ਆ ਜਿਹੜੇ ਤੇ ਹੈਗੇ ਨੇ ਸਵਾਂਗ ਤੇ ਕੁਟਕੀ, ਹਰੀ ਕੰਗਣੀ, ਇਹਨਾਂ ਵਾਸਤੇ ਮੈਂ ਅੰਦਾਜ਼ਾ ਲਾਉਣਾ ਵੀ 2-2 ਕਨਾਲਾਂ ਚੋਂ ਕੁਇੰਟਲ ਕਰੀਬ ਆਪਣੇ ਹੋ ਜਾਣਗੇ ਜੀ। ਹਾਂਜੀ। ਤੇ ਜਿਹੜੇ ਸਾਡਾ ਮੱਡਲ ਆ ਉਹ ਕੁਇੰਟਲ 1 ਕਨਾਲ 'ਚ ਹੋ ਜਾਂਦਾ ਆ। ਕੋਦਰਾ ਵੀ ਵਧੀਆ ਹੋ ਜਾਏਗਾ ਤੇ ਕੰਗਣੀ ਵੀ 1.5-2 ਕਨਾਲ ਦੀ ਲੋੜ ਪਏਗੀ ਲਾਉਣ ਦੀ ਜੀ। ਸਮਝ ਲਓ ਹੁਣ ਤੁਸੀਂ ਦੇਖੋ 3 ਦੁਣੀ 6 2 8 9 10 ਕਨਾਲਾਂ ਥਾਂ ਜਿਹੜਾ ਵਾ ਆਪਾਂ ਅਗਰ ਲਾਈਏ ਜੀ, ਜਿਨ੍ਹਾਂ ਦਾ ਝਾੜ ਘੱਟ ਆ 2-2 ਕਨਾਲਾਂ ਲਾ ਲਓ। ਕੋਦਰਾ ਤੇ ਇੱਕ ਮੱਡਲ, ਇਹਨਾਂ ਨੂੰ ਕਨਾਲ ਲਾ ਲਓ। ਠੀਕ ਹੈ ਜੀ। ਇਹਦੇ ਨਾਲ ਆਪਣੀ ਜਿਹੜੀ ਸਫੀਸ਼ੀਐਂਟ ਆਪਾਂ ਘਰ ਵਾਸਤੇ ਆਪਾਂ ਖਾਣ ਵਾਸਤੇ ਤਿਆਰ ਕਰ ਸਕਦੇ ਹਾਂ। ਔਰ ਉਹਦੇ 'ਚ ਕੰਡੀਸ਼ਨ ਫਿਰ ਇਹੀ ਆ, ਮੈਂ ਤੇ ਚਾਹਾਂਗਾ ਵੀ ਆਪਾਂ ਜਿਹੜਾ ਪੁਰਾਣਾ ਆਪਣਾ ਕਲਚਰ ਆ ਉਹਨੂੰ ਸਰਵਾਈਵ ਕਰੀਏ। ਦੇਖੋ ਲਾਕਡਾਊਨ ਨੇ ਨਾ ਸਾਨੂੰ ਬਹੁਤ ਸਾਰੇ ਜਿਹੜਾ ਵਾ ਨਾ ਗਿਆਨ ਦੇ ਜਾਣਾ ਆ। ਬਿਲਕੁਲ ਜੀ ਬਿਲਕੁਲ। ਅਜੇ ਇਹ ਬੜੀ ਲੰਮੀ ਗੱਲਬਾਤ ਆਪਾਂ ਅੱਗੇ ਵੀ ਇਸ ਚੈਨਲ ਦੇ ਮਾਧਿਅਮ ਤੋਂ ਹੀ ਹੋ ਚੁੱਕੀ ਆ। ਔਰ ਇਹ ਜਿਹੜਾ ਸਾਨੂੰ ਹੱਥੀਂ ਕੰਮ ਕਰਨ ਦੀ ਜਿਹੜੀ ਗੱਲ ਆ ਨਾ, ਉਸ ਪਾਸੇ ਨੂੰ ਵਧਣਾ ਚਾਹੀਦਾ ਆ। ਮੈਂ ਤੇ ਚਾਹਾਂਗਾ ਵੀ ਆਪਾਂ ਆਪਣੇ ਘਰਾਂ 'ਚ ਉਖਲੀਆਂ ਲਾਈਏ, ਉਖਲੀਆਂ ਰਾਹੀਂ ਇਸ ਅਨਾਜ ਨੂੰ ਕੁੱਟ ਕੇ ਖਾਈਏ ਤੇ ਇਸ ਅਨਾਜ ਦਾ ਜਿਹੜਾ ਅਸਰ ਵੀ ਸਾਡੇ ਸਰੀਰ ਤੇ ਚੰਗਾ ਪਏਗਾ। ਬਿਲਕੁਲ ਬਿਲਕੁਲ। ਜਾਣਦੇ ਹੀ ਆ ਵੀ ਜਿੰਨੀ ਆਪਾਂ ਲੇਬਰ ਕਰਾਂਗੇ ਉਹਨਾਂ ਵਧੀਆ ਜਿਹੜਾ ਸਾਡਾ ਜਿਹੜਾ ਸਰੀਰ ਵੀ ਚੱਲੇਗਾ ਔਰ ਅਸੀਂ ਉਹਦੇ 'ਚ એનર્ਜੀ ਸੇਵਿੰਗ, ਵਾਤਾਵਰਨ ਹਰ ਪੱਖ ਤੋਂ ਸਾਨੂੰ ਉਹਦਾ ਲਾਹੇਵੰਦਾ ਰਹੇਗਾ। ਤੇ ਇਹ ਸਾਰੇ ਸਿਲਸਿਲੇ ਵਿੱਚ ਮੈਂ ਗੱਲ ਹੋਰ ਕਹਿਣੀ ਚਾਹਾਂਗਾ ਵੀ ਇਹਨਾਂ ਅਨਾਜਾਂ ਤੱਕ ਆਪਾਂ ਤਾਂ ਪਹੁੰਚ ਸਕੇ ਆ ਕਿ ਮੈਂ ਪਿਛਲੇ ਕੁਝ 6-7 ਸਾਲ ਤੋਂ ਖੇਤੀ ਵਿਰਾਸਤ ਮਿਸ਼ਨ ਦੇ ਨਾਲ ਕੰਮ ਕਰ ਰਹੇ ਆ ਔਰ ਰਵਿੰਦਰ ਦੱਤ ਜੀ ਹੁਣਾਂ ਨੇ ਸਾਨੂੰ ਵੱਖ-ਵੱਖ ਟ੍ਰੇਨਿੰਗਸ ਦੇ ਭੇਜਦੇ ਰਹੇ ਨੇ ਔਰ ਉਹਨਾਂ ਸਾਰੇ ਬੀਜ ਮੁਹੱਈਆ ਕਰਾਏ ਨੇ ਸਾਨੂੰ, ਜਿਹਦੇ ਕਰਕੇ ਆਪਾਂ ਇਹ ਖੇਤੀ ਜਿਹੜੀ ਆ ਸੰਭਵ ਕਰ ਪਾਏ ਆ ਤੇ ਉਹਨਾਂ ਦਾ ਬਹੁਤ ਸਹਿਯੋਗ ਰਿਹਾ ਆ। ਤੇ ਸਾਡੇ ਇਸ ਪੰਜਾਬ ਦੇ ਵਿੱਚ ਮੈਂ ਗੱਲ ਕਰਾਂ ਕਿ ਜਿਹੜਾ ਆਪਣਾ ਜਿਹੜੀ ਮੁਹਿੰਮ ਚਲਾਈ ਹੋਈ ਆ ਆਪਾਂ ਕੋਧਰੇ ਦੀ ਖੇਤੀ ਦੇ ਸੰਬੰਧ 'ਚ, ਮੈਂ ਛੋਟੀ ਜਿਹੀ ਗੱਲ ਕਰਕੇ ਹੁਣ ਸਮਾਪਤ ਕਰਨਾ ਚਾਹਾਂਗਾ, ਬਹੁਤ ਲੰਮਾ ਹੀ ਗੱਲ ਹੋ ਚੁੱਕੀ ਹੈ। ਤੇ ਗੁਰੂ ਨਾਨਕ ਸਾਹਿਬ ਦੇ 550 ਸਾਲਾਂ ਦੇ ਮਨ 'ਚ ਇੱਕ ਵਿਚਾਰ ਆਇਆ ਵੀ ਆਪਾਂ ਬਾਬੇ ਨਾਨਕ ਦੇ ਸਿਧਾਂਤ ਨੂੰ ਤੇ ਇਹਨਾਂ ਨੇ ਨਹੀਂ ਮੰਨਿਆ, ਲੇਕਿਨ ਜਿਹੜਾ ਬਾਬੇ ਨਾਨਕ ਦਾ ਦਿੱਤਾ ਹੋਇਆ ਉਹ ਅਨਾਜ, ਬਾਬੇ ਨਾਨਕ ਦੇ ਨਾਂ ਦੇ ਨਾਲ ਜੁੜਿਆ ਆ ਉਹ ਅਨਾਜ ਜਿਹਦਾ ਬਾਬੇ ਨਾਨਕ ਦੇ ਨਾਲ ਜ਼ਿਕਰ ਹੁੰਦਾ ਆ, ਉਸ ਅਨਾਜ ਜਿਹੜਾ ਹੈਲਦੀ ਫੂਡ ਆ ਉਹਨੂੰ ਖਾਈਏ। ਤੇ ਉਸ ਦੇ ਵਜ੍ਹਾ ਕਰਕੇ ਮੈਂ ਜੀ ਇਸ ਸਾਲ 550 ਸਾਲਾਂ ਤੇ 5000 ਕਿਸਾਨ ਤੱਕ ਬੀਜ ਪਹੁੰਚਾਉਣ ਦਾ ਮਨ ਵਿੱਚ ਇੱਕ ਤਹੀਆ ਕੀਤਾ ਹੋਇਆ ਆ। ਬਹੁਤ ਅੱਛੀ ਗੱਲ ਹੈ ਜੀ। ਕਿਸਾਨ ਵੀਰਾਂ ਦੇ ਸਹਿਯੋਗ ਦੇ ਨਾਲ ਆਪਾਂ ਇਸ ਕੰਮ ਨੂੰ ਕਰਨਾ ਆ। ਲੇਕਿਨ ਇਹ ਜਿਹੜਾ ਲਾਕਡਾਊਨ ਆ ਇਹ ਬਹੁਤ ਵੱਡੀ ਸਮੱਸਿਆ ਬਣਿਆ ਹੋਇਆ ਆ ਤੇ ਕਿਉਂਕਿ ਇਹਦੀ ਜਿਹੜੀ ਬਿਜਾਈ ਦਾ ਸਮਾਂ ਬਿਲਕੁਲ ਆ ਪ੍ਰੋਪਰ ਚੱਲ ਰਿਹਾ। ਹੁਣ ਮਈ ਦੀ ਸ਼ੁਰੂਆਤ ਹੈ ਇਹਦੀ ਤੇ 20 ਮਈ ਤੱਕ ਬਹੁਤ ਸਹੀ ਸਮਾਂ ਵਾ। ਤੇ ਲੇਕਿਨ ਹੁਣ ਅਸੀਂ ਇਸ ਗੱਲ ਤੋਂ ਚਿੰਤਤ ਹਾਂ ਵੀ ਇਹ ਕਿਸਾਨਾਂ ਤੱਕ ਬੀਜ ਕਿਵੇਂ ਪਹੁੰਚੇ। ਅਸੀਂ ਉਹ ਵੱਖ-ਵੱਖ ਯਤਨ 'ਚ ਲੱਗੇ ਹੋਏ ਆ ਕਿ ਸਾਨੂੰ ਕਿਸੇ ਤਰੀਕੇ ਦੇ ਨਾਲ ਸਾਰੇ ਪੰਜਾਬ ਬੀਜ ਪਹੁੰਚਾਉਣ ਦਾ ਕੋਈ ਸਾਧਨ ਮਿਲ ਜਾਏ ਤੇ ਸਮੇਂ ਨਾਲ ਕਿਸਾਨਾਂ ਤੱਕ ਬੀਜ ਪਹੁੰਚੇ, ਜਿਹਦੇ 'ਚ ਅੱਜ ਤੱਕ ਮੇਰੇ ਕੋਲ ਕੋਈ 2000 ਦੇ ਕਰੀਬ ਨਾਮ ਜਿਹੜੇ ਆ ਚੁੱਕੇ ਨੇ। ਕੁਝ ਆਪਾਂ ਪਹਿਲਾਂ ਇੱਕ ਪ੍ਰੋਗਰਾਮ ਕੀਤਾ ਸੀਗਾ ਸੁਲਤਾਨਪੁਰ ਲੋਧੀ ਗੁਰੂ ਨਾਨਕ ਸਾਹਿਬ ਦੇ ਸਥਾਨ ਤੇ ਹੋਇਆ ਸੀ, ਬਿਲਕੁਲ ਹੋਇਆ ਸੀ, ਵੰਡਣ ਦੀ ਸ਼ੁਰੂਆਤ ਕਰ ਚੁੱਕੇ ਹਾਂ ਜੀ। ਜਿਹੜੇ ਕਿਸਾਨ ਰਹਿੰਦੇ ਨੇ ਉਹਨਾਂ ਕਿਸਾਨਾਂ ਤੱਕ ਬੀਜ ਪਹੁੰਚਾਉਣ ਵਾਸਤੇ ਆਪਾਂ ਯਤਨਸ਼ੀਲ ਹਾਂ ਜੀ। ਤੇ ਕੋਈ ਵੀ ਸਵਾਲ ਯਾਨੀ ਤੁਸੀਂ ਇੱਕ ਗੱਲ ਜਿਹੜੀ ਮੈਂ ਪੁੱਛਣੀ ਚਾਹੁੰਦਾ ਸੀ, ਤੁਸੀਂ ਆਪਣੇ ਆਪ ਹੀ ਦੱਸਤੀ ਕਿ ਬੀਜ ਜਿਹੜੇ ਨੇ ਉਹ ਤੁਹਾਡੇ ਕੋਲੇ ਅਵੇਲੇਬਲ ਹੈ ਤੇ ਉਹਨਾਂ ਦੀ ਡਿਲੀਵਰੀ ਵਾਸਤੇ ਅਸੀਂ ਯਤਨਸ਼ੀਲ ਹਾਂ। ਉਸ ਯਤਨ ਦੇ ਵਿੱਚ ਦਰਬਾਰੇ ਖਾਲਸਾ ਵੀ ਤੁਹਾਡੀ ਮਦਦ ਕਰੇਗਾ। ਅਸੀਂ ਇੱਕ ਰਸਤਾ ਅਜਿਹਾ ਅਪਣਾ ਲਾਂਗੇ ਲਾਕਡਾਊਨ ਦੇ ਚੱਲਦਿਆਂ ਕਿ ਸਾਡੇ ਕੋਲ ਕਰਫਿਊ ਪਾਸ ਜਿਹੜੇ ਨੇ ਉਹ ਸਾਨੂੰ ਅਵੇਲੇਬਲ ਹੋ ਸਕਣ
ਤੇ ਇਹ ਰਸਤੇ ਹੈਗੇ ਨੇ ਜੀ। ਇਸ ਵਾਸਤੇ ਸਾਡੀ ਮਦਦ ਜਿਹੜੀ ਹੈ ਉਹ ਡਾਕਟਰ ਹਰਨੇਕ ਸਿੰਘ ਰੋਡੇ ਹੋਰੀ ਜਿਹੜੇ ਕਿ ਚੀਫ ਐਗਰੀਕਲਚਰ ਆਫਿਸਰ ਹੈਗੇ ਨੇ ਫਰੀਦਕੋਟ ਦੇ ਵਿੱਚ, ਉਹ ਕਰ ਸਕਦੇ ਆ। ਹੁਣ ਮੈਂ ਜਾਣਾ ਚਾਹਾਂਗਾ ਡਾਕਟਰ ਹਰਨੇਕ ਸਿੰਘ ਰੋਡੇ ਹੋਰਾਂ ਕੋਲੇ। ਕੁਲਦੀਪ ਸਿੰਘ ਜੀ, ਉਹਨਾਂ ਨੂੰ ਅਨਮਿਊਟ ਕਰਿਆ ਜੇ ਤਾਂ ਕਿ ਅਸੀਂ ਉਹਨਾਂ ਤੋਂ ਇਹਦੇ ਬਾਰੇ ਜਾਣਕਾਰੀ ਕੁਝ ਹੋਰ ਲੈ ਸਕੀਏ ਤੇ ਬੀਜ ਅਸੀਂ ਕਿਸ ਤਰੀਕੇ ਨਾਲ ਕਿਸਾਨ ਵੀਰਾਂ ਤੱਕ ਰਪੜਦੇ ਕਰ ਸਕਦੇ ਹਾਂ, ਉਹਦੇ 'ਚ ਸਾਡੀ ਉਹ ਮਦਦ ਕਰ ਸਕਣਗੇ। ਬਾਕੀ ਇੱਕ ਹੋਰ ਹੈ ਜੀ, ਇਹ ਬਾਕੀ ਬੀਜ ਨਾ ਗੁਰਮੁਖ ਸਿੰਘ ਜੀ ਜਿਹੜਾ ਉਹਨਾਂ ਨੇ ਪ੍ਰੋਗਰਾਮ ਬਣਾ ਕੇ ਜਲਦੀ ਇੱਕ ਦੋ ਦਿਨਾਂ ਦੇ ਵਿੱਚ ਹੀ ਇਹਦਾ ਪ੍ਰਬੰਧ ਕਰਨਾ, ਜਿਵੇਂ ਦੱਸਿਆਗਾ। ਬਾਕੀ ਆਪਾਂ ਵੀ ਬੀਜ ਇਹਨਾਂ ਦੇ ਮੰਗਵਾਏ ਸੀਗੇ ਤੇ ਕੋਸ਼ਿਸ਼ ਕਰਾਂਗੇ ਕਿ ਉਹ, ਪਰ ਲਾਕਡਾਊਨ ਕਰਕੇ ਰਸਤੇ 'ਚ ਰੁਕੇ ਹੋਏ ਆ ਜੀ। ਬਾਕੀ ਇਹਦਾ ਪ੍ਰੋਗਰਾਮ ਜਲਦੀ ਕਰਾਂਗੇ। ਉਸੇ ਦੇ ਰਿਗਾਰਡਿੰਗ ਹੀ ਮੈਂ ਚਾਹੁੰਦਾ ਸੀ ਕਿ ਜਿਹੜਾ ਸਾਨੂੰ ਰੁਕਾਵਟ ਨਾ ਆਵੇ, ਅਸੀਂ ਬੀਜ ਕਿਸਾਨ ਵੀਰ ਤੱਕ ਰਪੜਦਾ ਕਰ ਸਕੀਏ ਤੇ ਇਸ ਨੂੰ ਕਿਸ ਤਰੀਕੇ ਨਾਲ ਸੁਚਾਰੂ ਰੂਪ ਚਲਾਇਆ ਜਾ ਸਕਦਾ ਹੈ। ਅਥਾਰਟੀਜ਼ ਸਾਡੀ ਮਦਦ ਕਰ ਸਕਦੀਆਂ ਨੇ, ਬੜੀ ਵੱਡੀ ਪਦਵੀ ਤੇ ਨੇ ਡਾਕਟਰ ਹਰਨੇਕ ਸਿੰਘ ਰੋਡੇ, ਉਹਨਾਂ ਕੋਲ ਮੈਂ ਜਾਣਾ ਚਾਹਾਂਗਾ। ਡਾਕਟਰ ਸਾਹਿਬ, ਸਵਾਗਤ ਹੈ ਜੀ ਤੁਹਾਡਾ ਦਰਬਾਰੇ ਖਾਲਸਾ ਦੇ ਸਮਾਗਮ ਤੇ। ਕੁਲਦੀਪ ਸਿੰਘ ਜੀ ਨੂੰ ਅਨਮਿਊਟ ਕਰਿਆ ਜੀ। ਹਾਂਜੀ, ਅਨਮਿਊਟ ਨੇ ਜੀ ਉਹ। ਹਾਂਜੀ ਡਾਕਟਰ ਸਾਹਿਬ, ਤੁਹਾਡਾ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ ਤੇ ਇਸ ਜਾਣਕਾਰੀ ਦੇ ਰਿਗਾਰਡਿੰਗ ਤੁਹਾਡੇ ਕੀ ਵਿਚਾਰ ਨੇ? ਤੁਸੀਂ ਕੀ ਕੁਝ ਹੋਰ ਗੱਲ ਕਰਨੀ ਚਾਹੁੰਦੇ ਹੋ? ਬੀਜ ਜਿਹੜੇ ਨੇ ਉਹ ਕਿਸ ਤਰੀਕੇ ਕਿਸਾਨਾਂ ਤੱਕ ਰਪੜਦੇ ਕੀਤੇ ਜਾ ਸਕਦੇ, ਇਸ ਵਿਸ਼ੇ ਤੇ ਸਾਨੂੰ ਜਾਣਕਾਰੀ ਦਿਓ ਜੀ। ਮੈਂ ਧੰਨਵਾਦ ਕਰਦਾ ਸਰਦਾਰ ਗੁਰਮੁਖ ਸਿੰਘ ਗੁਰਦਾਸਪੁਰ ਜੀ ਦਾ, ਜਿਨ੍ਹਾਂ ਨੇ ਬਹੁਤ ਹੀ ਡਿਟੇਲ ਦੇ ਵਿੱਚ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ। ਕਿਉਂਕਿ ਸਾਡੀ ਤਾਂ ਇਹ ਉਮਰ ਥੋੜੀ ਹੈ, ਕਿਉਂਕਿ ਇਹ ਜਿਹੜੀਆਂ ਸਾਨੂੰ ਵਿਰਾਸਤੀ ਫਸਲਾਂ ਬਾਰੇ, ਅਸੀਂ ਤਾਂ ਇਹਨਾਂ ਦੇ ਸੀਡ ਵੀ ਅਜੇ ਬਹੁਤ ਸਾਡੇ ਲੋਕਾਂ ਨੇ ਦੇਖੇ ਨਹੀਂ ਹੋਣੇ। ਇਹਦੀ ਜਿਹੜੀ ਜਰਮੀਨੇਸ਼ਨ ਹੈ, ਇਹਦਾ ਟਾਈਮ ਪੀਰੀਅਡ ਹੈ, ਇਹਦੀ ਪੂਰੀ ਜਿਹੜੀ ਫਸਲ ਦੀ ਗਰੋਇੰਗ ਹੈ ਵੀ ਕਿਸ ਤਰ੍ਹਾਂ ਕਰਨੀ ਹੈ। ਤੇ ਮੈਂ ਇਹਨਾਂ ਦਾ ਧੰਨਵਾਦ ਬਹੁਤ ਕਰਦਾ ਵੀ ਜਿਨ੍ਹਾਂ ਨੇ ਪਿਛਲੇ 3 ਸਾਲ ਤੋਂ ਇਸ ਖੇਤੀ ਦੇ ਮਗਰ ਤਜਰਬੇ ਕਰ ਰਹੇ ਆ। ਤੇ ਮੈਂ ਵੀ ਕਿਸਾਨ ਵੀਰਾਂ ਨੂੰ ਅਪੀਲ ਕਰੂੰਗਾ ਕਿ ਆਪਾਂ ਇਹਨੂੰ ਅਜੇ ਕਮਰਸ਼ੀਅਲ ਪੱਧਰ ਤੇ ਨਾਲ ਜਾਈਏ, ਇਹਨੂੰ ਆਪਾਂ ਛੋਟੇ ਪੱਧਰ ਤੇ ਲਿਜਾਈਏ, ਤਾਂ ਕਿ ਇਹਦੇ ਜਿੱਥੇ ਆਪਾਂ ਇਹ ਬੀਜਣੀ ਹੈ ਉਹਦੇ ਵਿੱਚ ਘੱਟੋ ਘੱਟ ਜਿਹੜੀ ਆਪਣੀ ਰੂੜੀ ਖਾਦ ਹੈ ਉਹਦਾ ਵੱਧ ਤੋਂ ਵੱਧ ਆਪਾਂ ਇਸਤੇਮਾਲ ਕਰੀਏ। ਕਿਉਂਕਿ ਜਿਵੇਂ ਨਿਊਟ੍ਰੀਸ਼ਨ ਵੈਲਿਊ ਇਹ ਜ਼ਿਆਦਾ ਮੋਟੇ ਅਨਾਜ ਜਿਹੜੀਆਂ ਫਸਲਾਂ ਲੈਂਦੀਆਂ, ਉਹਦੇ ਵਾਸਤੇ ਸਾਨੂੰ ਜਿਹੜੀ ਹੈ ਰੂੜੀ ਖਾਦ ਹੈ ਜਾਂ ਗੋਬਰ ਗੈਸ ਦੀ ਖਾਦ ਹੈ, ਸਾਨੂੰ ਵੱਧ ਤੋਂ ਵੱਧ ਜਿਹੜੀ ਉਹਦਾ ਇਸਤੇਮਾਲ ਕਰਨਾ ਚਾਹੀਦਾ। ਛੋਟੇ ਪੱਧਰ ਤੇ ਆਪਾਂ ਇਹਨੂੰ ਕਰੀਏ ਤਾਂ ਕਿ ਆਪਾਂ ਘਰ ਦੀਆਂ ਜਿਹੜੀਆਂ ਲੋੜਾਂ, ਉਹਦੀ ਨਿਊਟ੍ਰੀਸ਼ਨ ਵੈਲਿਊ ਕਿੰਨੀ ਹੈ, ਇਹ ਸਾਰੀ ਆਪਣੇ ਸਰਦਾਰ ਜੀ ਨੇ ਸਭ ਨੂੰ ਦੱਸੀ ਹੈ, ਉਸ ਪੱਖ ਤੋਂ ਆਪਾਂ ਲੈਣਾ ਚਾਹੀਦਾ। ਦੂਸਰੀ ਗੱਲ ਇਹਦੀ ਸੀਗੀ ਵੀ ਬੀਜ ਦੀ ਟਰਾਂਸਪੋਰਟੇਸ਼ਨ ਦਾ ਕਿੱਥੋਂ ਕਿੱਥੇ ਆਪਾਂ ਜਾ ਸਕਦੇ ਹਾਂ। ਪੰਜਾਬ ਸਰਕਾਰ ਵੱਲੋਂ ਜਿਹੜੀ ਕਿਸਾਨਾਂ ਦੀ ਟ੍ਰਾਂਜੈਕਸ਼ਨ ਹੈ, ਚਾਹੇ ਮੂਵਮੈਂਟ ਹੈ, ਉਹ ਫ੍ਰੀ ਆਫ ਕੀਤੀ ਹੋਈ ਹੈ। ਕੁਝ ਜਿਹੜੇ ਐਸੇ ਆ ਜਿੱਥੇ ਬੰਦਸ਼ਾਂ ਲੱਗੀਆਂ ਹੋਈਆਂ ਵੀ ਉੱਥੇ ਕੋਈ ਆ ਜਾ ਨਹੀਂ ਸਕਦਾ ਜੀ। ਤੇ ਮੈਨੂੰ ਤੁਸੀਂ ਉਹਨਾਂ ਦੀ ਲਿਸਟ ਦੇ ਦਿਓ ਵੀ ਕਿੱਥੇ ਕਿੱਥੇ ਆਪਾਂ ਚੀਜ਼ ਪਹੁੰਚਾਉਣੀ ਹੈ, ਤੇ ਉਹਦੇ ਵਿੱਚ ਮੈਂ ਪੰਜਾਬ ਸਰਕਾਰ ਵੱਲੋਂ ਤੁਹਾਡੀ ਹੈਲਪ ਕਰਾ ਸਕੂੰਗਾ। ਖੁਦ ਵੀ ਮੈਂ ਆਪਣੀ ਕਨਵੇਂਸ ਦੇ ਵਿੱਚ ਆਪਾਂ ਉਹ ਜਿਹੜਾ ਸੀਡ ਦੀ ਹੈ, ਬੜਾ ਵੱਡਾ ਮਸਲਾ ਜਿਹੜਾ ਬੜਾ ਵੱਡਾ ਸਵਾਲ ਸੀ ਗੁਰਮੁਖ ਸਿੰਘ ਹੋਰਾਂ ਵੱਲੋਂ ਆਇਆ ਸੀ, ਉਹ ਤੁਰੰਤ ਹੀ ਹੱਲ ਹੋ ਗਿਆ। ਬਹੁਤ ਧੰਨਵਾਦੀ ਹਾਂ ਤੁਹਾਡੇ। ਧੰਨਵਾਦ ਤੁਹਾਡੇ ਵੱਲੋਂ ਜੀ, ਸਾਡੇ ਵੱਲੋਂ ਧੰਨਵਾਦ ਤੁਹਾਡਾ ਜੀ ਡਾਕਟਰ ਸਾਹਿਬ। ਨਹੀਂ ਕੋਈ ਗੱਲ ਨਹੀਂ ਜੀ, ਸਾਡੀ ਵੀ ਡਿਊਟੀ ਬਣਦੀ ਹੈ ਤੇ ਉਹ ਤੁਸੀਂ ਮੈਨੂੰ ਲਿਸਟ ਪਹੁੰਚਾ ਦਿਓ ਜੀ, ਵੀ ਜਿਹੜੀ ਸਾਡੇ ਮਾਲਵਾ ਜ਼ੋਨ ਦੇ ਵਿੱਚ ਜਿੱਥੇ ਜਿੱਥੇ ਹੋਏਗੀ ਮੈਂ ਉੱਥੇ ਉਹਦੀ ਤੁਹਾਡੀ ਇਹਦੇ ਵਿੱਚ ਹੈਲਪ ਕਰਾ ਸਕੂੰਗਾ ਜੀ। ਠੀਕ ਹੈ ਵੀਰ ਜੀ, ਧੰਨਵਾਦ ਜੀ। ਹਾਂਜੀ ਹਾਂਜੀ। ਬਾਕੀ ਡਾਕਟਰ ਅਮਰ ਸਿੰਘ ਜੀ ਯਾਦ, ਉਹਨਾਂ ਕੋਲੇ ਵੀ ਬੀਜ ਆ ਜਿਹੜੇ ਪਏ ਆ ਤੇ ਉਹਨਾਂ ਨੂੰ ਵੀ ਆਪਾਂ ਲੈ ਗਏ ਜੀ ਫਿਰ। ਹਾਂਜੀ ਹਾਂ, ਅਸੀਂ ਸਮਾਪਤੀ ਤੋਂ ਪਹਿਲਾਂ ਡਾਕਟਰ ਅਮਰ ਸਿੰਘ ਆਜ਼ਾਦ ਹੋਰਾਂ ਦੇ ਵੀ ਕੁਝ ਵਿਚਾਰ ਜਾਣਨੇ ਚਾਹਾਂਗੇ ਕਿ ਜੇ ਕੋਈ ਗੱਲ ਇਹਦੇ ਚੋਂ ਰਹਿੰਦੀ ਹੈ ਤੇ ਉਹ ਕਾਈਂਡਲੀ ਸਾਡੇ ਨਾਲ ਜ਼ਰੂਰ ਸਾਂਝੀ ਕਰਨ। ਡਾਕਟਰ ਸਾਹਿਬ, ਸਵਾਗਤ ਹੈ ਤੁਹਾਡਾ, ਜੀ ਆਇਆਂ ਕਹਿੰਦੇ ਆ। ਸਤਿ ਸ਼੍ਰੀ ਅਕਾਲ ਜੀ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਬਹੁਤ ਵਧੀਆ ਢੰਗ ਨਾਲ ਗੁਰਮੁਖ ਸਿੰਘ ਹੋਰਾਂ ਨੇ ਜਿਹੜੀ ਸਾਰੀ ਗੱਲ ਰੱਖੀ ਹੈ ਤੇ ਬਹੁਤ ਸੁਲਝੇ ਹੋਏ ਕਿਸਾਨ ਨੇ ਔਰ ਬਹੁਤ ਸੁਲਝੇ ਹੋਏ ਇਨਸਾਨ ਵੀ ਨੇ। ਤਾਂ ਮੈਂ ਸਮਝਦਾ ਕਿ ਇਹਨਾਂ ਨੇ ਜਿਹੜੀਆਂ ਕਿਸਾਨਾਂ ਨੂੰ ਜਿਹੜੀ ਰਾਏ ਦਿੱਤੀ ਹੈ, ਬਹੁਤ ਹੀ ਆਪਣੀ ਗਹਿਰੀ ਸਮਝ ਚੋਂ ਔਰ ਸਿਆਣਪ ਚੋਂ ਦਿੱਤੀ ਹੈ। ਕੁਦਰਤੀ ਗੱਲ ਹੈ ਕਿ ਜਦੋਂ ਨਵੀਆਂ ਫਸਲਾਂ ਆਪਾਂ ਬਣਾਵਾਂਗੇ ਤਾਂ ਉਹਦੇ 'ਚ ਦਿੱਕਤਾਂ ਤਾਂ ਆਉਣਗੀਆਂ, ਕਿਉਂਕਿ ਅਸੀਂ ਖਾਸ ਕਿਸਮ ਦੀ ਫਸਲਾਂ ਉਗਾਉਣ ਦੇ ਆਦੀ ਹੋ ਚੁੱਕੇ ਹਾਂ ਜੀ। ਲੇਕਿਨ ਜਿਹੜੀ ਇਸ ਸਾਲ ਆ ਜਿਹੜਾ ਕਰੋਨਾ ਵਾਲਾ ਮਸਲਾ ਹੋਇਆ, ਇਹਨੇ ਜਿਹੜੀ ਇਹ ਜਿਹੜੀ ਲੋੜ ਹੈ ਸਾਡੀ ਹੋਰ ਵੀ ਜਿਹਨੂੰ ਕਹਿੰਦੇ ਕੇਂਦਰਿਤ ਕਰਤਾ ਕਿ ਸਾਨੂੰ ਹੈਲਦੀ ਸਿਹਤਮੰਦ ਫਸਲਾਂ ਅਡਾਪਟ ਕਰਨੀਆਂ ਬਹੁਤ ਜ਼ਰੂਰੀ ਨੇ।
ਕਿਉਂਕਿ ਜਿੰਨੀਆਂ ਆਉਣ ਵਾਲੇ ਸਮੇਂ 'ਚ ਜਿਹੜੀ ਕੋਈ ਕਰੋਨਾ ਵਾਇਰਸ ਦਾ ਮਸਲਾ ਨਾ ਤਾਂ ਨਵਾਂ ਹੈ ਤੇ ਨਾ ਇਹ ਕੋਈ ਖਤਮ ਹੋ ਜਾਣਾ। ਤਾਂ ਆਉਣ ਵਾਲੇ ਸਮੇਂ 'ਚ ਇਹੋ ਜਿਹੀਆਂ ਜਿਹੜੀਆਂ ਨੇ ਅਲਾਮਤਾਂ ਨੇ ਮਹਾਮਾਰੀਆਂ ਦੀ ਸ਼ਕਲ 'ਚ ਇਹ ਮੈਂ ਸਮਝਦਾ ਕਿ ਖਤਰਾ ਬਣੀਆਂ ਰਹਿਣੀਆਂ ਨੇ। ਜਿਸ ਕਿਸਮ ਦਾ ਸੰਸਾਰ ਦੇ ਅੰਦਰ ਜਿਹੜਾ ਪੋਲੀਟੀਕਲ ਬੈਲੈਂਸ ਬਣ ਰਿਹਾ ਹੈ, ਉਹਦੇ ਅੰਦਰ ਜਿਹੜੇ ਇਹੋ ਜਿਹੇ ਲੋਕ ਨੇ ਜਿਨ੍ਹਾਂ ਨੇ ਇਸ ਕਿਸਮ ਦੀਆਂ ਜਿਹਨੂੰ ਕਹਿੰਦੇ ਆ ਮਹਾਮਾਰੀਆਂ ਦੇ ਨਾਲ ਆਪਣੀ ਰਾਜਨੀਤੀ ਜੋੜ ਲਈ ਹੈ ਜਾਂ ਬਿਜ਼ਨਸ ਜੋੜ ਲਿਆ, ਉਹ ਉਸ ਮਨੁੱਖਤਾ ਦੀ ਇਹੋ ਜਿਹੀ ਸਮੱਸਿਆ ਜਿਹੜੀ ਹੈ ਕਿਸੇ ਨਾ ਕਿਸੇ ਸ਼ਕਲ 'ਚ ਖੜੀ ਕਰਕੇ ਵੀ ਰੱਖਣਗੀਆਂ। ਤੇ ਉਹਦੇ ਤੇ ਜਿਹੜੀ ਪਿਛਲੇ 3 ਮਹੀਨਿਆਂ 'ਚ ਇਹ ਗੱਲ ਜਿਹੜੀ ਸਪਸ਼ਟ ਹੋ ਰਹੀ ਹੈ ਕਿ ਕਿਸ ਢੰਗ ਦੇ ਨਾਲ ਉਹ ਸਾਨੂੰ ਖਾਸ ਦਿਸ਼ਾ 'ਚ ਲਿਜਾਣ ਦੀ ਕੋਸ਼ਿਸ਼ ਕਰ ਰਹੇ ਆ। ਉਸ ਤੋਂ ਵੀ ਸਾਨੂੰ ਬਹੁਤ ਜ਼ਰੂਰੀ ਹੈ ਕਿ ਅਸੀਂ ਪੰਜਾਬ 'ਚ ਕੰਮ ਕਰ ਰਹੇ ਹਾਂ, ਇਸ ਕਰਕੇ ਪੰਜਾਬੀਆਂ ਨੂੰ ਜ਼ਿਆਦਾ ਅਪੀਲ ਕਰਨੀ ਚਾਹੀਦੀ ਸਾਨੂੰ। ਤੇ ਕਿਉਂਕਿ ਸਾਡੀ ਜਿਹੜੀ ਵਿਊਅਰਸ਼ਿਪ ਹੈ ਜਾਂ ਸਾਡੀ ਜਿਹੜੀ ਲਿੰਕਸ ਨੇ ਜ਼ਿਆਦਾ ਪੰਜਾਬ 'ਚ ਨੇ, ਜਾਂ ਪੰਜਾਬੀ ਬੋਲਦੇ ਜਿਹੜੇ ਕੋਨੇ ਦੇ ਬਾਕੀ ਸੂਬਿਆਂ 'ਚ ਬੰਦੇ ਬੈਠੇ ਆ, ਤਾਂ ਉਹਦੇ 'ਚ ਮੈਂ ਸਮਝਦਾ ਕਿ ਇਹਨਾਂ ਫਸਲਾਂ ਨੂੰ ਅਡਾਪਟ ਕਰਨਾ ਤਾਂ ਬਹੁਤ ਜ਼ਰੂਰੀ ਹੈ। ਤੇ ਮੈਂ ਇਹਦੇ 'ਚ ਕਿਸੇ ਕਿਸਮ ਦਾ ਕੋਈ ਅਣਗਹਿਲੀ ਨਹੀਂ ਕਰਨੀ ਚਾਹੀਦੀ ਸਾਨੂੰ, ਕਿਉਂਕਿ ਸਾਨੂੰ ਸਿਹਤਮੰਦ ਰਹਿਣਾ ਜਿਹੜਾ ਹੈ ਇਹ ਸਭ ਤੋਂ ਸਾਨੂੰ ਪ੍ਰਾਇੋਰਟੀ ਦੇਣੀ ਚਾਹੀਦੀ ਹੈ। ਕਿਉਂਕਿ ਬਾਕੀ ਗੱਲਾਂ ਜਿਹੜੀਆਂ ਨੇ, ਜਿਵੇਂ ਗੁਰਮੁਖ ਸਿੰਘ ਕਹਿ ਰਹੇ ਸੀ ਕਿ ਜਿਹੜੀਆਂ ਅਸੀਂ ਫालतू ਦੇ ਖਰਚੇ ਖੜੇ ਕਰ ਲਏ ਹੋਏ ਆ, ਉਹਨਾਂ ਦੇ ਉੱਪਰ ਅਸੀਂ ਕੱਟ ਵੀ ਲਾਉਣਾ ਪਵੇ ਸਾਨੂੰ। ਵਿਆਹ ਸ਼ਾਦੀਆਂ ਔਰ ਮਰਨਿਆਂ ਦੇ ਉੱਪਰ ਜਿਹੜੇ ਵੱਡੇ ਅਸੀਂ ਇਕੱਠ ਕਰਦੇ ਹਾਂ ਔਰ ਫालतू ਦੇ ਅਸੀਂ ਕਈ ਵਾਰੀ ਐਸੇ ਫਜ਼ੂਲ ਦੇ ਖਰਚੇ ਕਰਦੇ ਹਾਂ, ਔਰ ਜਿਹੜਾ ਦਵਾਈਆਂ ਦੇ ਉੱਪਰ ਖਰਚਾ ਅਸੀਂ ਬਹੁਤ ਵੱਡੇ ਕਰਦੇ ਹਾਂ। ਬਿਲਕੁਲ ਕਰ ਰਹੇ ਹਾਂ ਜੀ। ਉਹ ਜੇ ਅਗਰ ਠੀਕ ਖੁਰਾਕ ਖਾਵਾਂਗੇ ਤਾਂ ਮੈਂ ਸਮਝਦਾ ਕਿ ਪਰਿਵਾਰਾਂ ਲਈ ਇੱਕ ਬਹੁਤ ਵੱਡਾ ਸਕੂਨ ਹੋਏਗਾ, ਕਿਉਂਕਿ ਦਵਾਈਆਂ ਜਿਹੜੀਆਂ ਨੇ ਤੁਹਾਡੇ ਪਰਿਵਾਰ ਦੀ ਆਰਥਿਕਤਾ ਨੂੰ ਤਬਾਹ ਕਰਦੀਆਂ ਨੇ। ਜਦੋਂ ਇੱਕ ਵੀ ਜੀਅ ਘਰ ਦਾ ਬਿਮਾਰ ਹੋ ਜਾਂਦਾ ਅਸੀਂ ਗੰਭੀਰ ਰੂਪ 'ਚ, ਤਾਂ ਪੂਰੇ ਦਾ ਪੂਰਾ ਸਮਾਜ ਆਰਥਿਕ ਤੌਰ ਤੇ ਜਿਹੜਾ ਉੱਜੜ ਜਾਂਦਾ ਹੈ, ਔਰ ਉਹਦੀ ਜਿਹੜੀ ਬਾਕੀ ਖੱਜਲ ਖੁਆਰੀ ਹੁੰਦੀ ਹੈ ਹਸਪਤਾਲਾਂ ਦੇ ਅੰਦਰ ਉਹ ਵੱਖਰੀ ਹੈ। ਤਾਂ ਇਹ ਜਿਹੜੇ ਫਸਲਾਂ ਨੂੰ ਅਡਾਪਟ ਕਰਨ ਦੀ ਬਾਰੇ ਤਾਂ ਮੈਨੂੰ ਲੱਗਦਾ ਕੋਈ ਦੋ ਰਾਇਆ ਨਹੀਂ ਕਿ ਆਪਾਂ ਨੂੰ ਇਹ ਫਸਲਾਂ ਜਿਹੜੀਆਂ ਨੇ ਆਪਣੇ ਭੋਜਨ ਦਾ ਹਿੱਸਾ ਬਣਾਉਣੀਆਂ ਚਾਹੀਦੀਆਂ ਨੇ। ਆਪਾਂ ਨੂੰ ਸਲੋ ਚੱਲਣ 'ਚ ਕੋਈ ਨੁਕਸਾਨ ਨਹੀਂ, ਕਿਉਂਕਿ ਇਹ ਦੱਖਣ ਭਾਰਤ 'ਚ ਆਪਣੇ ਦੋਸਤ ਹੈਗੇ ਨੇ, ਮਿੱਤਰ ਹੈਗੇ ਜਿਹੜੇ ਕਿ ਸਾਨੂੰ ਇਸ ਗੱਲ ਦਾ ਯਕੀਨ ਦਿਵਾ ਰਹੇ ਆ ਕਿ ਅਸੀਂ ਤੁਹਾਨੂੰ ਇਹਦੀ ਸਪਲਾਈ ਵੱਡੇ ਪੱਧਰ ਤੇ ਵੀ ਕਰ ਸਕਦੇ ਹਾਂ, ਕਿਉਂਕਿ ਸਾਡੇ ਅਸੀਂ ਖੁਸ਼ਕਿਸਮਤ ਹਾਂ ਜੀ ਉਸ ਦੇਸ਼ ਦੇ ਵਾਸੀ ਹਾਂ ਜਿਸ ਦੇਸ਼ ਦੇ ਅੰਦਰ ਜਿਹੜੀ ਵਿਭਿੰਨਤਾ ਬਹੁਤ ਹੈ ਔਰ ਬਹੁਤ ਮਿਹਨਤੀ ਲੋਕ ਨੇ ਔਰ ਬਹੁਤ ਸਾਇੰਟੀਫਿਕ ਜਿਹਨੂੰ ਕਹਿੰਦੇ ਮਾਈਂਡਡ ਲੋਕ ਵੀ ਜਿਹੜੇ ਬੈਠੇ ਆ, ਜਿਹੜੇ ਕਿ ਸਾਰੀ ਗੱਲ ਦੇ ਪਿੱਛੇ ਕਿਸੇ ਨਾ ਕਿਸੇ ਤਰੀਕੇ ਕਿਸਾਨਾਂ ਦੇ ਨਾਲ ਜੁੜੇ ਹੋਏ ਆ। ਉਹ ਜਿਹੜੇ ਦੋਸਤ ਨੇ ਸਾਡੇ, ਉਹ ਦੱਖਣ ਭਾਰਤ ਦੇ ਅੰਦਰ ਉਹਨਾਂ ਨੇ ਇੱਕ ਮੂਵਮੈਂਟ ਬਣਾਈ ਹੋਈ ਹੈ, ਖਾਦਰ ਵਾਲੀ ਜਿਵੇਂ ਲੀਡ ਕਰ ਰਹੇ ਆ, ਤਾਂ ਉਹਨਾਂ ਨੇ ਇੱਕ ਮੂਵਮੈਂਟ ਬਣਾਈ ਹੋਈ ਹੈ ਕਿ ਉੱਥੇ ਖਾਣ ਦੇ ਮਾਮਲੇ 'ਚ ਵੀ ਮੈਨੂੰ ਲੱਗਦਾ ਕੋਈ ਘਾਟ ਨਹੀਂ ਆਉਣ ਦੇਣਗੇ ਸਾਨੂੰ। ਉਹ ਜਿਹੜੀ ਬਹੁਤ ਵਧੀਆ ਜਿਹੜੀ ਉਪਰਾਲਾ ਹੈ ਉਹਨਾਂ ਦੋਸਤਾਂ ਦਾ, ਉਹ ਵੀ ਸਾਡੇ ਨਾਲ ਖੜਾ ਹੈ। ਸਾਨੂੰ ਜਿਵੇਂ ਉਹਨਾਂ ਨੇ ਬੀਜ ਉਪਲਬਧ ਕਰਾਏ ਆ ਜਾਂ ਖਾਣ ਵਾਸਤੇ ਅਨਾਜ ਉਪਲਬਧ ਕਰਾਉਣਗੇ, ਤਾਂ ਉਹ ਵੀ ਬਹੁਤ ਉੱਤਮ ਗੱਲ ਹੈ। ਖੇਤੀ ਵਿਰਾਸਤ ਮਿਸ਼ਨ ਦੇ ਰਾਹੀਂ ਮਿੰਦਰ ਜੀ ਦੇ ਰਾਹੀਂ ਅਸੀਂ ਉਹਨਾਂ ਦੋਸਤਾਂ ਦੇ ਲਗਾਤਾਰ ਉਹਦੇ 'ਚ ਤਾਲਮੇਲ 'ਚ। ਇਸ ਕਰਕੇ ਮੈਂ ਸਾਰੇ ਪੰਜਾਬੀਆਂ ਨੂੰ, ਸਾਰੇ ਦੋਸਤਾਂ ਨੂੰ ਯਕੀਨ ਦਿਵਾਉਣਾ ਕਿ ਜਦ ਤੱਕ ਆਪਾਂ ਆਪਣੇ ਕੋਲ ਖਾਣ ਨੂੰ ਨਹੀਂ ਹੈਗੇ ਪੈਦਾ ਕਰਦੇ ਆਪਾਂ, ਤਾਂ ਅਸੀਂ ਖਾਣ ਵਾਸਤੇ ਵੀ ਪੂਰੇ ਪੰਜਾਬ ਦੇ ਅੰਦਰ ਸਪਲਾਈ ਜਾਰੀ ਰੱਖਣ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਉਹਦੇ ਵਿੱਚ ਕਾਫੀ ਕਾਮਯਾਬੀ ਹੋਏ ਆ। ਆਹ ਜਿਹੜੇ ਲਾਕਡਾਊਨ ਨੇ ਥੋੜਾ ਜਿਹਾ ਡਿਸਟਰਬ ਕੀਤਾ ਸਾਨੂੰ, ਕਦੋਂ ਟਰਾਂਸਪੋਰਟ ਬੰਦ ਹੋ ਗਿਆ, ਨਹੀਂ ਤਾਂ ਪਟਿਆਲੇ ਦੇ ਅੰਦਰ ਅਸੀਂ ਇਹ ਲਗਾਤਾਰਤਾ ਬਣਾ ਕੇ ਰੱਖੀ ਹੈ ਪਿਛਲੇ 3-4 ਮਹੀਨੇ ਤੋਂ, ਅਸੀਂ ਉਹਨੂੰ ਖਤਮ ਨਹੀਂ ਹੋਣ ਦਿੱਤਾ। ਤਾਂ ਸਾਡੇ ਉਹ ਦੋਸਤਾਂ ਦੀ ਅਸੀਂ ਮਦਦ ਵੀ ਲੈ ਰਹੇ ਹਾਂ ਜਿਹੜੇ ਕਿ ਆਰਥਿਕ ਤੌਰ ਤੇ ਸੰਪੰਨ ਨੇ, ਜਿਹੜੇ ਕਿਉਂਕਿ ਉਹਦੀ ਪੇਮੈਂਟ ਥੋੜੀ ਐਡਵਾਂਸ ਕਰਨੀ ਪੈਂਦੀ ਕਈ ਵਾਰੀ। ਜਿਹੜੇ ਆਰਥਿਕ ਤੌਰ ਤੇ ਸੰਪੰਨ ਦੋਸਤ ਨੇ ਸਾਡੇ, ਉਹ ਵੀ ਸਾਡੇ ਨਾਲ ਖੜੇ ਆ। ਜਿਵੇਂ ਪ੍ਰਗਟ ਜੀ ਨੇ ਇੱਥੇ ਪਟਿਆਲੇ 'ਚ, ਉਹਨਾਂ ਨੇ ਆਪਣੇ ਪੱਲਿਓਂ ਪੈਸੇ ਖਰਚ ਕੇ ਪੂਰੇ ਦਾ ਪੂਰਾ ਜਿਹੜਾ ਸਾਰਾ ਸਾਨੂੰ ਮੰਗਾ ਕੇ ਦਿੱਤੇ, ਅਨਾਜ ਵੀ ਮੰਗਾਏ ਔਰ ਬੀਜ ਵੀ ਮੰਗਾਏ। ਅਸੀਂ ਇਹੋ ਜਿਹੇ ਲੋਕਾਂ ਦੇ ਵੀ ਜਿਹੜੇ ਧੰਨਵਾਦੀ ਵੀ ਹਾਂ, ਤੇ ਅਸੀਂ ਇਹੋ ਜਿਹੇ ਦੋਸਤਾਂ ਨੂੰ ਅਪੀਲ ਵੀ ਕਰਦੇ ਹਾਂ ਇਸ ਲਹਿਰ ਦੇ ਵਿੱਚ ਸਾਡੇ ਨਾਲ ਸ਼ਾਮਿਲ ਹੋਣ, ਕਿਉਂਕਿ ਉਹ ਜਿਹੜੀ ਆਰਥਿਕ ਸੰਪੰਨਤਾ ਹੈ ਉਹਨਾਂ ਦੀ ਜਿਹੜੀ ਆ, ਉਹ ਕਿਉਂਕਿ ਜਿਹੜੀ ਜਥੇਬੰਦੀਆਂ ਹੁੰਦੀਆਂ ਉਹ ਖੇਤੀ ਵਿਰਾਸਤ ਮਿਸ਼ਨ ਦੀ ਆਪਣੀ ਸਮਰੱਥਾ ਤਾਂ ਹੈ ਨਹੀਂ ਕਿ ਉਹ ਇੰਨੇ ਬੀਜ ਐਡਵਾਂਸ ਜਾਂ ਖਾਣ ਵਾਲੇ ਅਨਾਜ ਐਡਵਾਂਸ ਮੰਗਾ ਸਕੇ। ਤਾਂ ਉਹ ਇਹੋ ਜਿਹੇ ਦੋਸਤਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਜਿਹੜੇ ਆਰਥਿਕ ਤੌਰ ਤੇ ਸੰਪੰਨ ਦੋਸਤ ਨੇ ਸਾਡੇ, ਉਹ ਸਾਡੀ ਮਦਦ ਕਰਨ, ਕਿਉਂਕਿ ਐਡਵਾਂਸ ਪੇਮੈਂਟਸ ਲਈ ਸਾਨੂੰ ਜਿਹੜੀ ਆ ਪੈਸਿਆਂ ਦੀ ਵੀ, ਸਾਧਨਾਂ ਦੀ ਵੀ ਲੋੜ ਹੁੰਦੀ ਹੈ। ਇਹ ਜਿਹੜਾ ਸਾਰਾ ਰਲ ਮਿਲ ਕੇ ਆਪਾਂ ਇੱਕ ਐਸੀ ਲਹਿਰ ਜਿਹੜੀ ਚਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਤੇ ਮੈਨੂੰ ਬਹੁਤ ਆਸਮੰਦ ਹੈ ਮੈਂ, ਕਿਉਂਕਿ ਸਾਡੇ 'ਚ ਬਹੁਤ ਸੁਲਝੇ ਹੋਏ ਕਿਸਾਨ ਵੀ ਨੇ ਸਾਡੇ ਵਿੱਚ, ਜਿਹਨੂੰ ਕਹਿੰਦੇ ਆ ਜਿਨ੍ਹਾਂ ਦੇ ਦਿਲ 'ਚ ਲੋਕਾਂ ਦਾ ਪਿਆਰ ਹੈ, ਲਗਨ ਹੈ, ਇਸ਼ਕ ਹੈ ਮਨੁੱਖਤਾ ਦਾ। ਉਹ ਲੋਕ ਵੀ ਕਾਫੀ ਗਿਣਤੀ 'ਚ ਨੇ, ਹਾਲੇ ਬਹੁਤ ਜ਼ਿਆਦਾ ਨਾ ਵੀ ਹੋਣ, ਲੇਕਿਨ ਉਹ ਇੱਕ ਵੀ ਇਹੋ ਜਿਹਾ ਬੰਦਾ ਜਿਹੜਾ ਇਨਸਾਨ ਹੁੰਦਾ ਆਪਣੇ ਆਪ 'ਚ ਕੇਂਦਰ ਬਣ ਜਾਂਦਾ, ਜਿਹੜਾ ਮਨੁੱਖਤਾ ਦੀ ਦਰਦ ਲੈ ਕੇ ਬੈਠਾ ਹੁੰਦਾ। ਉਹ ਦਰਦ ਜਿਹੜਾ ਨੇ ਪਾਲਿਆ ਹੋਇਆ ਲੋਕਾਂ ਨੇ, ਉਹ ਵੀ ਸਾਡੇ ਕੋਲ ਹੈਗੇ ਨੇ। ਤੇ ਇਸ ਕਰਕੇ ਮੈਂ ਬਹੁਤ ਆਸਮੰਦ ਹਾਂ ਕਿ ਆਪਾਂ ਇਹ ਜਿਹੜੀ ਮੁਹਿੰਮ ਸ਼ੁਰੂ ਕੀਤੀ ਹੈ ਕਿ ਸਿਹਤਮੰਦ ਭੋਜਨ ਨੂੰ ਅਪਣਾਉਣਾ, ਜਿਹਦੇ 'ਚ ਸਬਜ਼ੀਆਂ, ਫਲ ਔਰ ਜਿਹੜੇ ਇਹ ਮੂਲ ਅਨਾਜ ਨੇ, ਇਹ ਤਿੰਨ ਜਿਹੜੇ ਉਹਦੇ ਥੰਮ ਨੇ, ਸਬਜ਼ੀਆਂ, ਫਲ ਔਰ ਮੂਲ ਅਨਾਜ ਉਹਦੇ ਥੰਮ ਨੇ ਉਸ ਸਿਹਤਮੰਦ ਅਨਾਜ ਦੇ। ਉਹ ਜਿਹੜੀ ਮੂਵਮੈਂਟ ਹੈ ਸਾਡੀ, ਉਹ ਆਉਣ ਵਾਲੇ ਸਮੇਂ 'ਚ ਬੜਾ ਸੀ ਵੱਡਾ ਜਿਹਨੂੰ ਕਹਿੰਦੇ ਲਹਿਰ ਬਣਾਉਣ ਦੀ ਜਿਹੜੀ ਕੋਸ਼ਿਸ਼ ਕਰ ਰਹੇ ਹਾਂ, ਉਹਦੀ ਕਾਮਯਾਬ ਹੋਵਾਂਗੇ।
ਔਰ ਉਹਦੇ ਪੂਰੀਆਂ ਅਲਾਮਤਾਂ ਮੈਨੂੰ ਦਿਖ ਰਹੀਆਂ ਨੇ। ਦੋਸਤਾਂ ਦੇ ਅੰਦਰ ਜੋਸ਼ ਹੈ ਪੂਰਾ, ਔਰ ਉਸ ਦੇ ਜਿਹੜੇ ਕਿਸਾਨ ਨੇ ਗੁਰਮੁਖ ਸਿੰਘ ਹੋਰੀ ਸਾਡੇ ਵੀਰ ਨੇ ਜਿਹੜੇ ਲੀਡ ਕਰ ਰਹੇ ਸਾਨੂੰ ਇਸ ਮੂਲ ਅਨਾਜਾਂ ਦੀ ਖੇਤੀ 'ਚ, ਇਹ ਵੀ ਜਿਹੜੇ ਨੇ ਬਹੁਤ ਜੋਸ਼ 'ਚ ਨੇ। ਕੋਈ ਐਸੀ ਮਾਯੂਸੀ ਵਾਲੀ ਗੱਲ ਨਹੀਂ ਹੈ। ਲੇਕਿਨ ਦਿੱਕਤਾਂ ਜਿਹੜੀਆਂ ਜ਼ਰੂਰ ਆਉਣਗੀਆਂ ਸ਼ੁਰੂ 'ਚ, ਨਵੀਂ ਚੀਜ਼ ਅਡਾਪਟ ਕਰਾਂਗੇ ਆਪਾਂ ਤਾਂ ਉਹਨਾਂ ਦਿੱਕਤਾਂ ਬਿਲਕੁਲ ਦਿੱਕਤਾਂ ਨੂੰ ਅਣਗੌਲਿਆ ਨਹੀਂ ਕਰ ਸਕਦੇ। ਔਰ ਮਿੰਦਰ ਜੀ ਕੋਸ਼ਿਸ਼ ਕਰ ਰਹੇ ਹੈ ਕਿ ਅਸੀਂ ਜਿਹੜੀ ਪ੍ਰੋਸੈਸਿੰਗ ਕਰਨੀ ਹੈ ਡੀਐਸਕਿੰਗ ਵਾਲੀ, ਸ਼ੈਲਿੰਗ ਵਾਲੀ, ਉਹਦੇ ਅੰਦਰ ਵੀ ਜਿਹੜੇ ਸਾਡੇ ਬਿਜ਼ਨਸਮੈਨ ਦੋਸਤ ਨੇ ਉਹ ਵੀ ਕਰ ਰਹੇ ਆ। ਮੈਂ ਮਿੰਦਰ ਜੀ ਨੂੰ ਥੋੜਾ ਟਾਈਮ ਦਿਓ, ਮਿੰਦਰ ਜੀ ਬਿਲਕੁਲ ਜੀ ਬਿਲਕੁਲ ਦੱਸਣਗੇ ਕਿ ਉਹ ਕੀ ਕੋਸ਼ਿਸ਼ ਕਰ ਰਹੇ ਹੈ। ਕਿ ਡੀਐਸਕਿੰਗ ਵਾਲੀ ਪ੍ਰੋਬਲਮ ਤੋਂ ਘਬਰਾਉਣ ਦੀ ਲੋੜ ਨਹੀਂ ਹੈ। ਕਿ ਹਰ ਲੈਵਲ ਦੀ ਉਖਲੀ ਤੋਂ ਲੈ ਕੇ ਵੱਡੇ ਸ਼ੈਲਿੰਗ ਤੱਕ ਜਿਹੜੇ ਨੇ ਉਹ ਮਸ਼ੀਨਾਂ ਉਪਲਬਧ ਨੇ। ਉਖਲੀ ਸਾਡੇ ਕੋਲ ਹੈਗੀ ਹੈ। ਫਿਰ ਜਿਹੜੀ ਡਾਕਟਰ ਖਾਦਰ ਵਾਲੀ ਨੇ ਮਿਕਸੀ ਬਣਾਈ ਹੈ ਉਹ ਮੋਡੀਫਾਈ ਕਰਕੇ ਉਹ ਹੈਗੀ ਹੈ, ਔਰ ਉਹ ਇੱਕ ਔਰਤ ਜਿਹੜੀ ਹੈ 50 ਕਿਲੋ ਤੱਕ ਅਨਾਜ ਕਿਤੇ ਚ ਪੈਦਾ ਬਣਾ ਲੈਂਦੀ ਹੈ। ਕਮਾਲ ਇਹ ਹੈ, ਉਹ ਏਡਾ ਵੀ ਇੱਕ ਦਿਨ ਚ ਹਾਂ 50 ਕਿਲੋ ਇੱਕ ਜਿਹੜੀ ਔਰਤ ਜਿਹੜੀ ਲੱਗ ਜਾਵੇ ਉਹ ਬੈਠ ਕੇ ਸਾਰਾ ਦਿਨ ਸਵੇਰੇ 10 ਘੰਟੇ ਕੰਮ ਕਰੇ ਤਾਂ 50 ਕਿਲੋ ਅਨਾਜ ਵੀ ਜਿਹੜੀ ਹੈ ਉਹ ਬਣਾ ਦਿੰਦੀ ਹੈ। ਇਸ ਕਰਕੇ ਕੋਈ ਐਸੀ ਘਬਰਾਉਣ ਵਾਲੀ ਗੱਲ ਨਹੀਂ ਹੈ। ਨਵੀਂ ਗੱਲ ਨੂੰ ਸਿੱਖਣ ਦਾ ਪੈਂਦਾ ਹੀ ਹੈ, ਉਹ ਸਿੱਖਾਂਗੇ। ਔਰ ਅਸੀਂ ਜਿਹੜੇ ਹੈ ਪੰਜਾਬ ਦੇ ਅੰਦਰ ਜੋ ਜਿਸ ਕਿਸਮ ਦੀ ਮਾਰੂ ਸਾਡੇ ਉੱਪਰ ਪ੍ਰਭਾਵ ਪੈ ਰਿਹਾ ਹੈ, ਇਸ ਜਿਹੜੀ ਸੋ ਕਾਲਡ ਅਖੌਤੀ ਜਿਹੜੀ ਵਿਕਾਸ ਹੈ, ਜਿਹਦੇ ਅੰਦਰ ਸਾਨੂੰ ਮਿੱਟੀ ਪਾਣੀ ਸਾਡਾ ਖਰਾਬ ਹੋ ਰਿਹਾ ਹੈ, ਵਾਤਾਵਰਨ ਖਰਾਬ ਹੋ ਰਿਹਾ ਹੈ, ਇਕੋਲੋਜੀ ਸਾਡੀ ਜਿਹੜੀ ਹੈ, ਕੁਦਰਤ ਜਿਹੜੀ ਤਬਾਹ ਹੋ ਰਹੀ ਹੈ, ਔਰ ਮਨੁੱਖੀ ਸਿਹਤਾਂ ਤਬਾਹ ਹੋ ਰਹੀਆਂ ਨੇ, ਉਹਦੇ ਵਿੱਚ ਅਸੀਂ ਜਿਹੜੇ ਬਹੁਤ ਜ਼ਿਆਦਾ ਅਸੀਂ ਜਿਹਨੂੰ ਕਹਿੰਦੇ ਆ ਉਲਝ ਗਏ ਆ। ਉਹਦੇ 'ਚੋਂ ਅਸੀਂ ਆਪਣੇ ਬਲਬੂਤੇ ਤੇ ਔਰ ਆਪਣੀ ਸੱਭਿਅਤਾ ਦੇ, ਆਪਣੇ ਗੁਰੂਆਂ ਦੇ, ਆਪਣੇ ਜਿਹੜੀ ਜੋ ਗੁਰਬਾਣੀ ਸਾਨੂੰ ਸੇਧ ਦੇ ਰਹੀ ਹੈ, ਉਹਦੇ ਸਿਰ ਤੇ ਅਸੀਂ ਇਹਨੂੰ ਬਹੁਤ ਹੀ ਕਾਮਯਾਬੀ ਨਾਲ, ਬਹੁਤ ਚੜ੍ਹਦੀ ਕਲਾ 'ਚ ਰਹਿ ਕੇ ਇਸ ਵਰਤਾਰੇ 'ਚੋਂ ਬਾਹਰ ਨਿਕਲਾਂਗੇ। ਮੈਂ ਪੂਰਾ ਬਹੁਤ ਧੰਨਵਾਦ ਡਾਕਟਰ ਸਾਹਿਬ ਤੁਹਾਡਾ। ਰੁਪਿੰਦਰ ਜੀ ਇੱਕ ਮਿੰਟ ਲੈਣਾ, ਆਪਣੇ ਨਾਲ ਨਾ ਅਮਿੰਦਰ ਦੱਤ ਜੀ ਜੁੜ ਚੁੱਕੇ ਨੇ, ਜੋ ਕਿ ਬਹੁਤ ਸਾਰਾ ਜਿਹੜਾ ਉਹਨਾਂ ਕੋਲ ਚੱਲਦੇ ਜੀ, ਉਹਨਾਂ ਕੋਲ ਚੱਲਦੇ ਆ ਜੀ, ਉਹਨਾਂ ਕੋਲ ਚੱਲਦੇ ਆ ਜੀ। ਨਾ ਬੇਨਤੀ ਕਰਨਾ ਅਮਿੰਦਰ ਜੀ, ਤੁਸੀਂ ਮੈਂ ਤਾਂ ਤੁਹਾਨੂੰ ਅਨਮਿਊਟ ਕਰਤਾਗਾ, ਤੁਸੀਂ ਜਿਹੜਾ ਹੈਗਾ ਆਪਣੇ ਆਪ ਨੂੰ ਅਨਮਿਊਟ ਕਰ ਲਓ, ਤੁਹਾਡੀ ਆਵਾਜ਼ ਫੇਰ ਆਊਗੀ। ਮੇਰੇ ਵੱਲੋਂ ਕੀਤਾ ਹੋਇਆ ਤੁਹਾਨੂੰ, ਤੁਸੀਂ ਆਪਣੇ ਅਨਮਿਊਟ ਕਰ ਲਓ ਜੀ। ਤੁਹਾਡੀ ਜਿਹੜੇ ਮੋਬਾਈਲ ਤੇ ਚੱਲ ਰਹੇ ਹੋ ਤਾਂ ਉੱਤੇ ਇੱਕ ਮਿਊਟ ਦਾ ਆਪਸ਼ਨ ਆ, ਖੱਬੇ ਹੱਥ ਮੋਬਾਈਲ ਦੇ ਖੱਬੇ ਹੱਥ ਥੱਲੜੇ ਕਾਰਨਰ ਦੇ ਵਿੱਚ ਇੱਕ ਮਾਈਕ ਬਣਿਆ, ਉੱਥੇ ਤੁਸੀਂ ਉਹਨੂੰ ਕਲਿੱਕ ਕਰੋ ਤੇ ਅਨਮਿਊਟ ਹੋ ਜਾਓਗੇ ਜੀ। ਹਾਂਜੀ ਹੋ ਗਏ ਜੀ, ਹੋ ਗਏ ਜੀ, ਚਲੋ ਸ਼ੁਕਰੀਆ। ਅਮਰਿੰਦਰ ਦੱਤ ਜੀ ਤੁਹਾਡਾ ਸਵਾਗਤ ਹੈ। ਤੁਸੀਂ ਦਰਬਾਰੇ ਖਾਲਸਾ ਦੇ ਇਸ ਪ੍ਰੋਗਰਾਮ 'ਚ ਅੱਜ ਸ਼ਾਮਲ ਹੋਏ ਹੋ, ਬੜੇ ਦਿਨਾਂ ਤੋਂ ਤੁਹਾਨੂੰ ਉਡੀਕ ਰਹੇ ਸੀਗੇ। ਸੋ ਅੱਜ ਮੈਂ ਹੁਣ ਰੈਗੂਲਰ ਹੋਇਆ ਕਰਾਂਗਾ, ਰੂਬਰੂ ਹੋਣ ਦਾ ਮੌਕਾ ਮਿਲਿਆ, ਮੈਨੂੰ ਬੜੀ ਖੁਸ਼ੀ ਹੈ ਜੀ। ਦਰਬਾਰੇ ਖਾਲਸਾ ਨੂੰ ਵਧਾਈ ਦਿੰਦਾ ਵਾਂ, ਬਹੁਤ ਧੰਨਵਾਦ, ਬਹੁਤ ਵਧਾਈ ਦੇਣਾ ਕਿ ਤੁਸੀਂ ਨਾ ਲਾਕਡਾਊਨ ਦਾ ਬੜਾ ਸਦਉਪਯੋਗ ਸਤਸੰਗ ਦੇ ਰੂਪ 'ਚ ਕੀਤਾ ਹੈ। ਕੁਦਰਤੀ ਖੇਤੀ ਦਾ ਸਤਸੰਗ ਜਾਂ ਸਿਹਤ ਦਾ, ਸਮਾਜ ਦੇ ਲੋਕ ਕਲਿਆਣ ਦਾ ਸਤਸੰਗ ਕੀਤਾ, ਤੁਸੀਂ ਬਹੁਤ ਵਧੀਆ ਕੀਤਾ। ਤੇ ਡਾਕਟਰ ਆਜ਼ਾਦ ਜੋ ਗੱਲ ਕਹਿ ਰਹੇ ਸੀ ਜੀ, ਉਸੇ ਗੱਲ ਨੂੰ ਮੈਂ ਜੋੜਦਾ ਹੋਇਆ ਕਿ ਹਜੇ ਮਿਲਟਸ ਨੂੰ ਉਗਾਉਣ ਦੇ ਬਾਰੇ ਬੜੇ ਖਦਸ਼ੇ ਪ੍ਰਗਟ ਕੀਤੇ ਜਾ ਰਹੇ ਨੇ। ਤੇ ਗੁਰਮੁਖ ਜੀ ਨੇ ਗੱਲ ਕੀਤੀ ਹੋਣੀ ਕਿਸੇ ਹੋਰ ਵਿਦਵਾਨ ਨਾਲ, ਉਸ ਵਿਦਵਾਨ ਨੇ ਵੀ ਅੱਜ ਗੱਲ ਕਹੀ ਹੈ। ਅਸੀਂ ਸਾਨੂੰ ਲੱਗਦਾ ਕਿ ਸਾਨੂੰ ਸਲੋ ਜਾਣਾ ਚਾਹੀਦਾ ਹੈ, ਕਿਉਂਕਿ ਪੰਜਾਬ ਦੇ ਲੋਕ ਫਿਰ ਜ਼ਿਆਦਾ ਉਤਸ਼ਾਹ 'ਚ ਤੱਤੇ ਹੋ ਕੇ ਭਜਦੇ ਵੀ ਨੇ। ਤੇ ਜੇ ਉਦੋਂ ਇਹ ਤਾਂ ਹੈਗਾ ਇਕੱਲੇ ਆਪਣੇ ਖਾਣ ਵਾਸਤੇ ਫਿਰ ਤਾਂ ਦਿੱਕਤ ਹੈ, ਪਰ ਜੇ ਵੱਡੇ ਪੈਮਾਨੇ ਤੇ ਉਗਾ ਕੇ ਅਸੀਂ ਬਿਜ਼ਨਸ ਕਰਨ ਦੇ ਚੱਕਰ 'ਚ ਪੈਂਦੇ ਹਾਂ ਔਰ ਉਹਦੇ 'ਚ ਰਿਜ਼ਲਟ ਪ੍ਰੋਪਰ ਨਹੀਂ ਨਿਕਲਦੇ, ਫਿਰ ਦਿੱਕਤ ਆ ਸਕਦੀ ਹੈ, ਫਿਰ ਲੋਕੀ ਨਿਰਾਸ਼ ਹੋ ਸਕਦੇ ਆ। ਅਸੀਂ ਜੋ ਕਹਿ ਰਹੇ ਹਾਂ ਕਿ ਸਾਰੇ ਲੋਕ ਲਗਾਈਏ, ਜ਼ਿਆਦਾ ਲੋਕ ਲਗਾਈਏ, ਆਪਣੇ ਖਾਣ ਵਾਸਤੇ ਇੱਕ ਕਨਾਲ ਜ਼ਮੀਨ 'ਚ ਲਗਾਓ, 2 ਕਨਾਲ ਲਗਾਓ, ਜ਼ਿਆਦਾ ਨਾ ਲਗਾਓ। ਅਸੀਂ ਗੱਲ ਕਹਿੰਦੇ ਹਾਂ ਲੋਕਾਂ ਨੂੰ ਬਾਰ-ਬਾਰ ਜੀ। ਦੂਜਾ ਹੈ ਕਿ ਇਹਦੇ ਲਈ ਜ਼ਮੀਨ ਤਿਆਰ ਕਰਨੀ ਪਏਗੀ, ਇੰਟੈਂਸਿਵ ਥੋੜੀ ਜਿਹੀ ਮਿਹਨਤ ਕਰਨੀ ਪਏਗੀ, ਕਿਉਂਕਿ ਜਿਹੜੇ ਮਿਲਟਸ ਹੁੰਦੇ ਨੇ, ਮਿਲਟਸ ਜ਼ਮੀਨ ਦੇ ਵਿੱਚੋਂ ਤਾਕਤ ਜ਼ਿਆਦਾ ਖਿੱਚਦੇ ਨੇ। ਇਹ ਮਿਲਟਸ ਦੀ ਇੱਕ ਹੈਗਾ ਨੇਚਰ ਹੈਗੀ ਉਹਨਾਂ ਦੀ। ਸੋ ਮੈਂ ਕਹਾਂਗਾ ਕਿ ਬਈ ਇਹਦੇ ਤੇ ਵੀ ਮਿੱਟੀ ਤੇ ਵੀ ਕੰਮ ਕਰਨਾ ਪਏਗਾ ਆਪਾਂ ਨੂੰ। ਔਰ ਤੀਸਰੀ ਜਿਹੜੀ ਚੀਜ਼ ਹੈਗੀ ਹੈ, ਇਹਨਾਂ ਦੀ ਕੁਕਿੰਗ ਦੀ ਕਲਾਸਾਂ ਲਗਾਉਣੀਆਂ ਅੱਗੇ। ਮੈਨੂੰ ਲੱਗਦਾ ਕਿ ਉਹ ਟਾਈਮ ਆ ਜਾਏਗਾ। ਅਸੀਂ ਕੋਸ਼ਿਸ਼ ਕਰਾਂਗੇ ਕਿ ਲਾਕਡਾਊਨ ਜਾਂ ਖੁੱਲ ਜਾਵੇ, ਫਿਰ ਕੁਕਰੀ ਕਲਾਸਿਸ ਜਿਹੜੀਆਂ ਅੱਡ ਚੀਜ਼ਾਂ ਬਣ ਤਰ੍ਹਾਂ ਦੀਆਂ, ਨਹੀਂ ਤਾਂ ਲੋਕੀ ਇਕੱਲਾ ਪੁਲਾਓ ਬਣਾ ਕੇ ਜਾਂ ਰੋਟੀ ਬਣਾ ਕੇ ਬੋਰ ਹੋ ਜਾਂਦੇ ਆ। ਇਹਦਾ ਬਹੁਤ ਕੁਝ ਬਣ ਸਕਦਾ ਹੈਗਾ, 400, 500, 700 ਚੀਜ਼ਾਂ ਬਣ ਸਕਦੀਆਂ ਨੇ, ਤੇ ਪੰਜਾਬੀ ਟੇਸਟ ਤੋਂ ਲੈ ਕੇ ਸਾਊਥ ਇੰਡੀਅਨ ਟੇਸਟ ਤੱਕ। ਤੇ ਉਹ ਕੋਸ਼ਿਸ਼ ਕਰਾਂਗੇ ਆਪਾਂ ਕਿ ਉਹ ਕੁਕਰੀ ਕਲਾਸਿਸ ਵਾਲੇ ਜਿਹੜੇ ਵਿਦਵਾਨ ਨੇ ਉਹ ਕੁਝ ਬੈਠਣ। ਕੁਝ ਬੀਬੀਆਂ ਪੰਜਾਬ ਦੀਆਂ ਟ੍ਰੇਨਡ ਆਲਰੇਡੀ ਹੋ ਚੁੱਕੀਆਂ ਨੇ,
ਉਹਨਾਂ ਭੈਣਾਂ ਨੂੰ ਵੀ ਬੇਨਤੀ ਕਰਾਂਗੇ ਉਹ ਅੱਡ ਜਗ੍ਹਾ ਮਤਲਬ ਅਗਰ ਦਰਬਾਰੇ ਖਾਲਸਾ ਕੀ ਅਰੇਂਜ ਕਰੇ ਕਿ ਇੱਕ ਜਗ੍ਹਾ ਸੰਗਤ ਨੂੰ ਵੀ ਆਪਣੇ ਪਰਿਵਾਰ ਦੀ ਬੀਬੀਆਂ ਇਕੱਠੀਆਂ ਕਰੋ, ਕਿਉਂਕਿ ਰਸੋਈ ਚ ਬਣਾਉਣਾ ਤਾਂ ਬੀਬੀਆਂ ਨੇ ਨਾ, ਬੀਬੀਆਂ ਨੇ, ਫਿਰ ਬੀਬੀਆਂ ਕਿਹਨੂੰ ਟ੍ਰੇਨਿੰਗ ਦੇ ਦੇਣਗੀਆਂ ਉਹਨਾਂ ਨੂੰ ਉੱਥੇ। ਹਾਂ, ਤੇ ਉਹ ਜਿਹੜੀ ਖੇਤੀ ਵੈਸੇ ਮਿਸ਼ਨ ਜੁੜੀਆਂ ਕੁਝ ਬੀਬੀਆਂ ਨੇ, ਬੀਬੀ ਅਮਰਜੀਤ ਕੌਰ ਹੈਗੇ ਨੇ ਉੱਥੇ, ਉਹ ਜਿਵੇਂ ਪਿੰਡ ਦੇ ਜਾਂ ਜਲੰਧਰ ਚ ਵੀ ਕੁਝ ਲੋਕ ਹੈਗੇ ਨੇ, ਤੇ ਫਿਰ ਉਹ ਆਪਾਂ ਜਿਹੜਾ ਹੈਗਾ ਕੁਕਰੀ ਕਲਾਸਿਸ ਲਗਾ ਸਕਦੇ ਹਾਂ। ਔਰ ਚੌਥੀ ਚੀਜ਼ ਜਿਹੜੀ ਹੈਗੀ ਆ, ਇਹਦੇ ਹੈਲਥ ਦੇ ਇੰਪੈਕਟ ਡਾਕਟਰ ਆਜ਼ਾਦ ਵੀ ਦੱਸ ਸਕਦੇ ਨੇ, ਡਾਕਟਰ ਖਾਦਰ ਵਾਲੀ ਦੱਸਦੇ ਹੀ ਨੇ। ਇਹਦੀ ਹੈਲਥ ਵਾਲੀ ਜਿਹੜੀ ਚੀਜ਼ ਹੈਗੀ ਹੈ ਉਹ ਆਪਾਂ ਬਾਰ-ਬਾਰ ਗੱਲ ਕਰਦੇ ਰਵਾਂਗੇ। ਵਿਚਕਾਰੀ ਗੱਲ ਹੈਗੀ ਹੈ ਇਹਦੀ ਜਿਹਨੂੰ ਕਹਿੰਦੇ ਆ ਪ੍ਰੋਸੈਸਿੰਗ ਵਾਲੀ, ਤੇ ਗੁਰਮੁਖ ਜੀ ਦਿਖ ਰਹੇ ਨੇ ਮੈਨੂੰ, ਤੇ ਗੁਰਮੁਖ ਜੀ ਜਿਹੜਾ ਇਸ ਮੁੱਦੇ ਤੇ ਪ੍ਰੋਸੈਸਿੰਗ ਵਾਲਾ ਜਿਹੜਾ ਕੰਮ ਹੈਗਾ ਉਹਨੂੰ ਢਿੱਲਾ ਨਾ ਪੈਂਦੇ ਜੀ ਆਪਾਂ। ਇਹਨੇ ਡਿਸਟਰਬ ਕਰਤਾ ਆਪਾਂ ਨੂੰ, ਮਹੀਨਾ ਆਪਣਾ ਖਰਾਬ ਕਰਤਾ ਲਾਕਡਾਊਨ ਕੋਰੋਨਾ ਵਾਇਰਸ ਨੇ, ਤੇ ਉਹ ਆਪਾਂ ਹੁਣ ਟਾਈਮ ਆਪਾਂ ਨੂੰ ਘੱਟ ਰਹਿ ਗਿਆ, ਮਹੀਨਾ ਹੋ ਗਿਆ ਵੇਸਟ ਆਪਣਾ, ਤੇ ਆਪਾਂ ਨੂੰ ਹੁਣ ਜ਼ਿਆਦਾ ਮਿਹਨਤ ਕਰਕੇ ਉਹ ਜਲਦੀ ਪ੍ਰੋਸੈਸਿੰਗ ਵਾਲਾ ਕੰਮ ਜਿਹੜਾ ਹੈ ਉਹ ਕਰਨਾ ਪਏਗਾ ਆਪਾਂ ਨੂੰ। ਬਿਲਕੁਲ ਕਰਾਂਗੇ। ਤੇ ਜੇ ਪ੍ਰੋਸੈਸਿੰਗ ਇਹ ਖੁੱਲ ਜਾਂਦਾ ਹੈ ਕੋਰੋਨਾ ਵਾਇਰਸ ਦਾ ਲਾਕਡਾਊਨ ਜਾਂ 3 ਤਰੀਕ ਤੋਂ ਬਾਅਦ, ਤੇ ਠੀਕ ਹੈ। ਅਗਰ ਨਹੀਂ ਖੁੱਲਦਾ ਤੇ ਤਾਂ ਵੀ ਬਸ ਪਰਮਿਸ਼ਨ ਲੈ ਕੇ ਆਪਾਂ ਜਿੱਥੋਂ ਮਸ਼ੀਨਾਂ ਲੈ ਕੇ ਆਉਣੀਆਂ ਨੇ, ਜੋ ਕਰਨਾ ਹੈਗਾ ਉਹ ਕੰਮ ਸ਼ੁਰੂ ਕਰੀਏ। ਉਹ ਮਸਲਾ ਆਪਣਾ ਆਲਮੋਸਟ ਹੱਲ ਹੋ ਗਿਆ ਜੀ। ਆਪਣੇ ਨਾਲ ਡਾਕਟਰ ਹਰਨੇਕ ਸਿੰਘ ਰੋਡੇ ਜਿਹੜੇ ਚੀਫ ਐਗਰੀਕਲਚਰ ਆਫਿਸਰ ਹੈਗੇ ਨੇ, ਉਹਨਾਂ ਨੇ ਇਹ ਗੱਲ ਕਹਿਤੀ ਕਿ ਸਾਨੂੰ ਲਿਸਟ ਦਿਓ ਜਿੱਥੇ ਜਿੱਥੇ ਤੁਸੀਂ ਇਹਦਾ ਬੀਜ ਪੜਾਉਣਾ, ਉਹਦੀ ਲਾਕਡਾਊਨ ਦੀ ਕੋਈ ਚਿੰਤਾ ਨਹੀਂ ਜੀ ਉੱਥੇ। ਠੀਕ ਹੈ, ਠੀਕ ਹੈ, ਠੀਕ ਹੈ, ਉਹ ਕਰ ਲੈਂਦੇ ਆ, ਕੋਈ ਗੱਲ ਨਹੀਂ, ਉਹ ਕਰ ਲੈਂਦੇ। ਤੇ ਮੈਨੂੰ ਲੱਗਦਾ ਕਿ ਬਹੁਤ ਵਧੀਆ ਉਪਰਾਲਾ ਹੈਗਾ। ਆਪਾਂ ਨੂੰ ਮਿਲ ਕੇ ਸਹਿਜੇ ਜਰਾ ਸੋਚ ਕੇ ਤਿਆਰੀ ਕਰਨੀ ਪਏਗੀ ਜੀ, ਔਰ ਇੱਕ ਹੋਲਿਸਟਿਕ ਮਾਡਲ ਦੀ ਗੱਲ ਕਰਨੀ ਪਏਗੀ। ਮੈਂ ਵੀ ਕਹਾਂਗਾ ਕਿ ਇਹ ਜਿਹੜੇ ਫਰੂਟਸ ਵਾਲੀ ਗੱਲ ਹੈਗੀ ਹੈ ਕਿ ਜਿਹੜੇ ਉਹਨੂੰ ਫਰੂਟ ਫੋਰੈਸਟ ਵੀ ਕਹਿੰਦੇ ਆ, ਫੂਡ ਫੋਰੈਸਟ ਵੀ ਕਹਿੰਦੇ ਆ ਜੀ, ਇਸ ਵੱਲ ਵੀ ਅੱਗੇ ਵਧਣ ਦੀ ਲੋੜ ਹੈਗੀ ਹੈ। ਔਰ ਜੰਗਲ ਤਾਂ ਲੋਕਾਂ ਨੇ ਲਗਾਏ ਨੇ, ਪਿੱਛੇ ਸਾਲ ਤੁਸੀਂ ਵੀ ਸ਼ਾਇਦ ਕੁਝ ਜੰਗਲ ਲਗਵਾਏ ਨੇ ਮੇਰਾ ਖਿਆਲ ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਇਹ ਜਿਹੜੇ ਜੰਗਲ, ਫਲਾਂ ਦਾ ਜੰਗਲ ਜਿਹੜਾ ਲਗਾਉਣ ਦੀ ਕਲਪਨਾ ਹੈਗੀ ਹੈ, ਫਲਾਂ ਦੇ ਜੰਗਲ ਨੂੰ ਲਗਾਉਣ ਦੀ ਕਲਪਨਾ ਤੇ ਵੀ ਅੱਗੇ ਵਧਾਉਣਾ ਚਾਹੀਦਾ। ਸਾਡੇ ਕੋਲ ਕਈ ਇਹਦੇ ਮਾਹਿਰ ਹੈਗੇ ਨੇ, ਔਰ ਥੋੜੀ ਜਗ੍ਹਾ ਦੇ ਵਿੱਚ ਢੇਰ ਸਾਰੇ ਤਰ੍ਹਾਂ ਦੇ ਫਲ ਲਗਾਉਣੇ ਇਹ ਸ਼ੁਰੂ ਕਰਨਾ ਚਾਹੀਦਾ। ਸਾਡੀ ਖੁਰਾਕ ਇੱਕ ਸਮੁੱਚਤਾ ਦੇ ਵਿੱਚ ਇੱਕ ਹੋਲਿਸਟਿਕ ਢੰਗ ਨਾਲ ਆਪਣੀ ਖੁਰਾਕ ਦੇ ਬਾਰੇ ਸੋਚਣਾ ਸ਼ੁਰੂ ਕਰੀਏ, ਉਹ ਠੀਕ ਰਹੇਗਾ। ਬਾਕੀ ਇਹ ਮਿਲਟਸ ਵਾਲਾ ਜਿਹੜਾ ਕੰਮ ਹੈਗਾ, ਮੈਨੂੰ ਲੱਗਦਾ ਕਿ ਮਿਲਟਸ ਦੀ ਮੀਟਿੰਗਾਂ ਹੋਣਗੀਆਂ ਤੇ ਖੁੱਲ ਜਾਵੇ ਕਰਫਿਊ ਜਾਂ ਇਸ ਤੋਂ ਬਾਅਦ ਮਿਲਟਸ ਦੀਆਂ ਥਾਂ ਤੇ ਮੀਟਿੰਗਾਂ ਕਰਾਂਗੇ। ਬੀਜ ਪਹੁੰਚਾਉਣ ਦੀ ਜਿਹੜੀ ਗੱਲ ਹੈਗੀ, ਤੁਸੀਂ ਕਹਿ ਰਹੇ ਹੋ ਕਿ ਅੱਜ ਅਸੀਂ ਵੀ ਪਰਮਿਸ਼ਨ ਇੱਕ ਵਾਰੀ ਗੱਲ ਕਰ ਲੈਂਦੇ ਹਾਂ, ਗੱਲ ਕੀਤੀ ਹੋਈ ਹੈ, ਤੇ ਬੀਜ ਜਿੱਥੇ ਜਾ ਸਕਦੇ ਨੇ ਉੱਥੇ ਬੀਜ ਪਹੁੰਚਾ ਦਿੰਦੇ ਜੀ। ਹੋਰ ਕੋਈ ਸਵਾਲ ਤੁਹਾਡੇ ਮਨ ਚ ਹੋਵੇ ਇਹਦੇ ਬਾਰੇ ਤੇ ਉਹ ਦੱਸੋ। ਸਵਾਲ ਮੈਨੂੰ ਲੱਗਦਾ ਘੱਟ ਹੋਏਗਾ, ਮੈਨੂੰ ਲੱਗਦਾ ਬੀਜ ਜ਼ਿਆਦਾ ਨਹੀਂ ਉੱਪਰ। ਸਵਾਲ ਜਵਾਬ ਦਾ ਸੈਸ਼ਨ ਆ ਜਿਹੜਾ ਆਪਾਂ ਲੈ ਲਈਏ ਜੀ, ਤੇ ਜਿਹੜੇ ਹੈਗੇ ਵੀਰ ਇੱਕ ਤਾਂ ਬੇਨਤੀ ਹੈ ਜਿਹੜੇ ਵੀਰ ਜੁੜੇ ਹੋਏ ਸਵਾਲ ਕਰਨਾ ਚਾਹੁੰਦੇ ਆ, ਉਹ ਆਪਣੇ ਮੋਬਾਈਲ ਦੇ ਮੋਰ ਆਪਸ਼ਨ ਆ ਥੱਲੇ ਜਾ ਕੇ, ਜਦੋਂ ਮੋਰ ਆਪਸ਼ਨ ਤੇ ਕਲਿੱਕ ਕਰਦੇ ਤਾਂ ਹੈਂਡ ਰੇਜ ਦਾ ਜਿਹੜਾ ਹੈਗਾ ਉਹ ਆ ਜਾਂਦਾ, ਤੁਸੀਂ ਉੱਥੋਂ ਹੈਂਡ ਰੇਜ ਕਰ ਦਿੰਦੇ ਆ ਤਾਂ ਤੁਹਾਡਾ ਜਿਹੜਾ ਹੱਥ ਆ ਉਹ ਖੜਾ ਹੋ ਜਾਂਦਾ, ਸਾਨੂੰ ਪਤਾ ਲੱਗ ਜਾਂਦਾ ਕਿ ਤੁਸੀਂ ਸਵਾਲ ਕਰਨਾ ਚਾਹੁੰਦੇ ਆ। ਅਮਰਜੀਤ ਸਿੰਘ ਜੀ ਭੰਗੂ ਜੋ ਗੰਨੇ ਦੇ ਵਿੱਚ ਸਫਲ ਕਾਸ਼ਤਕਾਰ ਨੇ, ਉਹ ਸਾਡੇ ਨਾਲ ਜੁੜੇ ਹੋਏ ਨੇ, ਉਹਨਾਂ ਦੀ ਵੀਡੀਓ ਨੇ ਉਹਨਾਂ ਨੇ ਆਪਣੀ ਉਹ ਜਿਹੜੀ ਮਿਊਟ ਕੀਤੀ ਗਈ, ਤੇ ਮੈਂ ਉਹਨਾਂ ਨੂੰ ਅਨਮਿਊਟ ਕਰਦਾ, ਉਹਨਾਂ ਨੇ ਵੀ ਆਵਾਜ਼ ਤਾਂ ਆਊਗੀ ਉਹਨਾਂ ਦੀ। ਮੈਂ ਅਮਰਜੀਤ ਸਿੰਘ ਜੀ ਭੰਗੂ, ਵੀਰ ਜੀ ਆ ਰਹੀ ਹੈ ਆਵਾਜ਼? ਹਾਂਜੀ ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ, ਆ ਰਹੀ ਆਵਾਜ਼ ਜੀ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਹਾਂਜੀ, ਮੈਂ ਅਮਰਜੀਤ ਸਿੰਘ ਭੰਗੂ ਕੁਦਰਤੀ ਖੇਤੀ ਫਾਰਮ ਪਿੰਡ ਚਾੜਕੇ ਤੋਂ ਜੀ। ਤੇ ਤੁਸੀਂ ਦਿੱਤਾ ਕਿਉਂਕਿ ਅਸੀਂ ਜ਼ਿਆਦਾ ਗੰਨੇ ਦਾ ਕੰਮ ਕਰਦੇ ਹਾਂ, ਗੁੜ ਬਣਾਉਣ ਦਾ ਜੀ, ਆਪਣਾ ਗੁੜ, ਹਲਦੀ ਤੇ ਦਾਲਾਂ ਤੇ ਸਰੋਂ ਦਾ ਤੇਲ ਵਗੈਰਾ ਆਪ ਹੀ ਅਸੀਂ ਮਾਰਕੀਟਿੰਗ ਕਰਦੇ ਹਾਂ। ਸੋ ਬਹੁਤ ਵਧੀਆ ਤਰੀਕੇ ਨਾਲ ਚੱਲ ਰਿਹਾ। ਤੇ ਸੋ ਮੇਰਾ ਸਵਾਲ ਇਹ ਸੀ, ਭਾਜੀ ਗੁਰਮੁਖ ਸਿੰਘ ਜੀ ਹੋਣੀ ਇਹਦਾ ਉੱਤਰ ਦੇਣ ਕਿ ਮੈਨੂੰ ਇੱਥੇ ਕਿਸਾਨ ਪੁੱਛਦੇ ਨੇ ਇਹਦੇ ਸੀਡ ਬਾਰੇ ਤੇ ਨਾਲੇ ਜ਼ਮੀਨ ਬਾਰੇ, ਵੀ ਜ਼ਮੀਨ ਕਿਹੋ ਜਿਹੀ ਹੋਣੀ ਚਾਹੀਦੀ ਹੈ। ਥੋੜਾ ਜਿਹਾ ਇਹਦੇ ਬਾਰੇ, ਕਿਉਂਕਿ ਮੈਂ ਪੂਰਾ ਪ੍ਰੋਗਰਾਮ ਨਹੀਂ ਸੁਣ ਸਕਿਆ, ਵੀ ਜ਼ਮੀਨ ਕੋਈ ਖਾਸ ਕਿਸਮ ਦੀ ਇਹਦੇ ਲਈ ਹੋਣੀ ਚਾਹੀਦੀ ਆ ਜਿਹਦੇ ਵਿੱਚ ਮਿਲਟਸ ਹੋ ਜਾਂਦੇ, ਕਿ ਜਾਂ ਕਿਸੇ ਵੀ ਜ਼ਮੀਨ 'ਚ ਆਪਾਂ ਬੀਜ ਸਕਦੇ ਹਾਂ। ਤੇ ਬਾਕੀ ਟੰਕੇ ਜਿਹੜੇ ਆ, ਕਿਉਂਕਿ ਅਜੇ ਆਪਾਂ ਥੋੜਾ ਹੀ ਸਾਰਿਆਂ ਨੂੰ ਕਹਿ ਰਹੇ ਕਿ ਬੀਜੋ, ਜਿਵੇਂ ਤੁਸੀਂ ਵੀ ਇਹਦੇ ਵਿੱਚ ਦੱਸਿਆ। ਸੋ ਕਾਫੀ ਕਿਸਾਨ ਇੱਥੇ ਸੀਡ ਮੰਗਦੇ ਆ। ਕੱਲ ਭਾਜੀ ਨਾਲ ਗੱਲ ਵੀ ਹੋਈ ਸੀ, ਗੁਰਮੁਖ ਭਾਜੀ ਨਾਲ। ਥੋੜਾ ਜਿਹਾ ਇਹ ਸਵਾਲ ਦਾ ਜਵਾਬ ਜਿਹੜਾ ਨਾ ਦੱਸਿਓ ਜ਼ਮੀਨ ਦਾ। ਹਾਂਜੀ ਵੀਰ ਅਮਰਜੀਤ ਸਿੰਘ ਭੰਗੂ ਜੀ, ਸਤਿ ਸ੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ, ਸਤਿ ਸ਼੍ਰੀ ਅਕਾਲ।
ਬੇਨਤੀ ਆ ਵੀ ਆਪਾਂ ਜਿਹੜਾ ਕਰਦੇ ਆ ਨਾ ਖੇਤ ਦੀ ਗੱਲ ਆਪਾਂ ਜੀ ਨੇ, ਸਭ ਤੋਂ ਪਹਿਲਾਂ ਜਿਹੜੀ ਉਹਦੀ ਸਿਲੈਕਸ਼ਨ ਉਹਦੀ ਇਹ ਹੈਗੀ ਆ ਵੀ ਖੇਤ ਵਿੱਚ ਪਾਣੀ ਰੁਕਣਾ ਨਹੀਂ ਚਾਹੀਦਾ ਬਰਸਾਤ ਵਾਲਾ। ਸਭ ਤੋਂ ਜਿਹੜਾ ਜ਼ਰੂਰੀ ਪੱਖ ਆ। ਜਿਹੜੀ ਮਿੱਟੀ ਦੀ ਗੱਲ ਕਰਦੇ ਆ, ਮੈਂ ਤੇ ਆਪਣੇ ਖੇਤ ਦੀ ਮਿੱਟੀ ਦੀ ਗੱਲ ਕਰ ਸਕਦਾ ਕਿਉਂਕਿ ਮੈਂ ਸਾਰੇ ਪੰਜਾਬ ਦਾ ਮੇਰੇ ਕੋਲ ਡਾਟਾ ਨਹੀਂ ਹੈਗਾ, ਤੇ ਇਹਦੇ ਖੇਤ ਦਾ ਤੁਹਾਨੂੰ ਟ੍ਰਾਇਲ ਕਰਨ ਤੋਂ ਬਾਅਦ ਵਿੱਚ ਸਹੀ ਪਤਾ ਲੱਗੇਗਾ ਵੀ ਕਿਹੋ ਜਿਹੀ ਮਿੱਟੀ 'ਚ ਹੋ ਸਕਦਾ ਹੈ। ਲੇਕਿਨ ਖੇਤ ਦੀ ਸਿਲੈਕਸ਼ਨ ਜਿਹੜੀ ਉਹ ਕਰਨੀ ਹੈ, ਜਿਹੜੇ ਖੇਤ ਉੱਚਾ ਹੋਵੇ, ਬਰਸਾਤ ਦਾ ਪਾਣੀ ਰੁਕਦਾ ਨਾ ਹੋਵੇ, ਤੇ ਮੈਨੂੰ ਲੱਗਦਾ ਵੀ ਹਰ ਕਿਸਮ ਦੀ ਮਿੱਟੀ 'ਚ ਹੋ ਸਕਦਾ ਆ, ਲੇਕਿਨ ਟ੍ਰਾਇਲ ਕਰਨ ਤੋਂ ਬਾਅਦ ਸਹੀ ਪਤਾ ਲੱਗੇਗਾ ਵੀ ਕਿਹੜੀ ਮਿੱਟੀ ਵਿੱਚ ਸਹੀ ਹੁੰਦਾ ਹੈ ਜੀ। ਇਹ ਤੇ ਸਾਰੇ ਟ੍ਰਾਇਲ ਤੋਂ ਬਾਅਦ ਪਤਾ ਲੱਗੇਗਾ ਜੀ। ਬਾਕੀ ਇਹ ਜਿਹੜੇ ਖੇਤ 'ਚ ਆਪਾਂ ਲਾਉਣਾ ਵਾ ਉਹਦੇ 'ਚ ਚੰਗੀ ਗਲੀ ਸੜੀ ਮਿੱਟੀ ਪਾਈ ਹੋਵੇ, ਲੱਗਦਾ ਵੀ ਇਹ ਹੋ ਸਕਦਾ ਹੈ ਸਬਜੈਕਟ। ਠੀਕ ਹੈ ਜੀ। ਹੋਰ ਕਿਸੇ ਦਾ ਸਵਾਲ ਹੋਵੇ ਤਾਂ ਉਹ ਹੈਂਡ ਰੇਜ ਕਰ ਸਕਦੇ ਆ ਜੀ। ਮੈਂ ਦੁਬਾਰਾ ਫੇਰ ਦੱਸਦੇ ਆ, ਮੋਬਾਈਲ ਦੇ ਸੱਜੇ ਹੱਥ ਥੱਲੜੇ ਕਾਰਨਰ ਦੇ ਵਿੱਚ ਇੱਕ ਮੋਰ ਦੀ ਆਪਸ਼ਨ ਹੁੰਦੀ ਹੈ। ਜਦ ਤੁਸੀਂ ਉਸ ਆਪਸ਼ਨ ਤੇ ਆਪਣੀ ਉਂਗਲ ਟੱਚ ਕਰੋਗੇ ਤੇ ਉਦੋਂ ਅੱਗੇ ਆਪਸ਼ਨਸ ਖੁੱਲਦੀਆਂ ਨੇ, ਜਿਨ੍ਹਾਂ ਦੇ ਵਿੱਚ ਇੱਕ ਹੈਂਡ ਰੇਜ ਦੀ ਆਪਸ਼ਨ ਆਉਂਦੀ ਹੈ। ਤੁਸੀਂ ਹੈਂਡ ਰੇਜ ਕਰਕੇ ਆਪਣੇ ਸਵਾਲ ਦੇ ਸਕਦੇ ਹੋ। ਬਾਕੀ ਅਸਲ ਵਿੱਚ ਇਹ ਪ੍ਰੋਬਲਮ ਆ ਕਿ ਫੋਨ ਆਉਂਦੇ ਰਹਿੰਦੇ ਆ ਬਹੁਤ ਸਾਰੇ ਵੀਰਾਂ ਨੂੰ। ਇਹ ਜਿਹੜੀ ਹੈਗੀ ਆ ਐਪ ਆ ਹਜੇ ਚਲਾਉਣ ਦਾ ਪਤਾ ਨਹੀਂ ਹੁੰਦਾਗਾ, ਉਹ ਆਪਾਂ ਮੋਬਾਈਲ ਦੇ ਵਿੱਚ ਵੀ ਸਪੈਸ਼ਲ ਵੀ ਇਹਦੇ ਵਾਸਤੇ ਟਾਈਮ ਲਾ ਲਾਂਗੇ। ਪੂਰੀ ਇਹਦੀ ਜਾਣਕਾਰੀ ਆ ਉਹ ਆਪਾਂ ਟਾਈਮ ਰੱਖ ਸਕਦੇ ਆ ਤੇ ਸਾਰੇ ਵੀਰਾਂ ਨੂੰ ਸਿਖਾ ਵੀ ਸਕਦੇ ਆ। ਇੱਕ ਤਾਂ ਇਹ, ਦੂਜਾ ਇਹ ਆ ਵੀ ਜਿਹੜੀ ਇਹ ਸਾਡੀ ਰਿਕਾਰਡਿੰਗ ਆ ਇਹ ਆਪਣੀ ਦਰਬਾਰੇ ਖਾਲਸਾ ਦਾ ਚੈਨਲ ਆ, ਉਹਦੇ ਤੇ ਆਪਾਂ ਪਾ ਦਿੰਦੇ ਆ, ਉਹਦਾ ਲਿੰਕ ਵਿੱਚ ਭੇਜ ਦਿੰਦੇ ਹੁੰਦੇ ਆ। ਉਹਦੀ ਸਬਸਕ੍ਰਾਈਬ ਵੀ ਕਰ ਲਓ। ਉਹਦੇ ਨਾਲ ਇਹ ਹੋ ਜਾਂਦਾ ਕਿ ਜਦੋਂ ਵੀ ਆ ਤੇ ਵੀਡੀਓ ਅਪਲੋਡ ਹੁੰਦੀ ਆ ਨਾਲ ਦੀ ਨਾਲ ਹੀ ਤੁਹਾਨੂੰ ਜਿਹੜੀ ਹੈਗੀ ਆ ਤਾਂ ਨੋਟੀਫਿਕੇਸ਼ਨ ਮਿਲ ਜਾਂਦਾ ਗਾ, ਤੇ ਉਸ ਦੇ ਨਾਲ ਜਿਹੜਾ ਤੁਹਾਨੂੰ ਵੀਡੀਓ ਆ ਤੁਸੀਂ ਉਹ ਦੇਖ ਸਕੋਗੇ। ਇਹ ਸਾਰਾ ਪ੍ਰੋਗਰਾਮ ਹੈ ਜਿਹੜਾ ਉਹ ਅੱਜ ਸ਼ਾਮ ਤੱਕ ਹੀ ਆਪਣੇ ਚੈਨਲ ਤੇ ਹੀ ਪੈ ਜਾਊਗਾ, ਲਿੰਕ ਹੀ ਆ ਜਾਊਗਾ, ਉੱਥੋਂ ਤੁਸੀਂ ਇਹਨੂੰ ਸੁਣ ਲਓਗੇ। ਬਾਕੀ ਸਵਾਲ ਸੀ ਜਿਹੜੇ ਜ਼ਰੂਰੀ ਉਹ ਜੇ ਕਿਸੇ ਵੀਰ ਨੇ ਕਰਨੇ ਆ ਫਿਰ ਵੀ ਜੇ ਹਾਲੇ ਸਵਾਲ ਕਿਸੇ ਤਰੀਕੇ ਤੁਸੀਂ ਨਹੀਂ ਦੇ ਪਾ ਰਹੇ ਤੇ ਇੱਕ WhatsApp ਨੰਬਰ ਨੋਟ ਕਰ ਲਓ। ਉਸ ਨੰਬਰ ਤੇ ਵੀ ਤੁਸੀਂ ਜੇ ਕੋਈ ਵੀਰ WhatsApp ਗਰੁੱਪ 'ਚ ਨਹੀਂ ਸ਼ਾਮਲ ਹੈ ਤੇ ਉਹ WhatsApp ਨੰਬਰ ਤੇ ਵੀ ਉਹ ਸਵਾਲ ਆਪਣੇ ਭੇਜ ਸਕਦਾ ਹੈ। 97806 32000। ਕੁਲਦੀਪ ਸਿੰਘ, ਇਹ ਸਹੀ ਨੰਬਰ ਬੋਲਿਆ ਜੀ ਮੈਂ? ਹਾਂਜੀ। ਦੁਬਾਰਾ ਫਿਰ ਬੋਲਦਾ, 97806 ਉਸ ਤੋਂ ਬਾਅਦ 32 ਤੇ 3 ਵਾਰ 0। ਅੰਗਰੇਜ਼ੀ 'ਚ ਮੈਂ ਇਹਨੂੰ ਪ੍ਰੋਨਾਉਂਸ ਕਰਦਾ 9780632000। ਇਹ WhatsApp ਨੰਬਰ ਹੈ। ਇਸ ਨੰਬਰ ਤੇ ਜਾ ਕੇ ਤੁਸੀਂ ਸਾਨੂੰ WhatsApp ਤੇ ਆਪਣੇ ਸਵਾਲ ਕਰ ਸਕਦੇ ਹੋ ਤੇ ਉਹਨਾਂ ਦੇ ਜ਼ਰੀਏ ਵੀ ਤੁਹਾਨੂੰ ਜਿਹੜੇ ਤੁਹਾਡੇ ਸਵਾਲਾਂ ਦੇ ਜਵਾਬ ਨੇ ਉਹ ਬੇਸ਼ੱਕ ਤੁਸੀਂ ਆਡੀਓ ਮੈਸੇਜ ਭੇਜੋ, ਰਿਟਨ ਮੈਸੇਜ ਭੇਜੋ, ਉਸੇ ਤਰੀਕੇ ਨਾਲ ਤੁਹਾਨੂੰ ਜਵਾਬ ਜਿਹੜਾ ਹੈ ਜਿਸ ਤਰੀਕੇ ਨਾਲ ਸੂਟੇਬਲ ਸਮਝਿਆ ਜਾਊਗਾ ਉਹਨਾਂ ਦੇ ਜਵਾਬ ਜਿਹੜੇ ਤੁਹਾਨੂੰ ਦਿੱਤੇ ਜਾਣਗੇ। ਸੋ ਇਸ ਦੇ ਨਾਲ ਅੱਜ ਦਾ ਗੁਰਮੀਤ ਸਿੰਘ ਜੀ ਆਏ ਨੇ, ਉਹਨਾਂ ਨੂੰ ਮੈਂ ਅਨਮਿਊਟ ਕੀਤਾ ਜੀ। ਗੁਰਮੀਤ ਗੱਲ ਜੀ। ਹਾਂਜੀ ਵੀਰ ਜੀ, ਮੇਰਾ ਇਹੀ ਸਵਾਲ ਆ ਜੀ ਵੀ ਇਹਦਾ ਹੁਣ ਬੀਜ ਕਿੱਥੋਂ ਮਿਲੂਗਾ ਜੀ? ਹਾਂਜੀ, ਬੀਜ ਆਪਾਂ ਸਾਰੇ ਰਲ ਮਿਲ ਕੇ ਪਹੁੰਚਾਉਣ ਦਾ ਯਤਨ ਕਰਾਂਗੇ ਜੀ। ਮਹਿੰਦਰ ਜੀ ਬੈਠੇ ਨੇ ਇੱਥੇ ਜੈਤੋਂ, ਵੀਰ ਕੁਲਦੀਪ ਸਿੰਘ ਨੇ ਬੈਠੇ ਨੇ। ਆਪਾਂ ਯਤਨ ਕਰਦੇ ਹਾਂ, ਸਾਰੇ ਰਲ ਮਿਲ ਕੇ ਆਪਾਂ ਯਤਨ ਕਰਦੇ ਹਾਂ, ਜ਼ਰੂਰ ਪਹੁੰਚੇਗਾ ਜੀ। ਤੁਸੀਂ ਆਪਣਾ ਪਿੰਡ ਲੋਕੇਸ਼ਨ ਜਿਹੜੀ ਹੈ ਇਸ WhatsApp ਨੰਬਰ ਤੇ ਭੇਜੋ, ਤੁਹਾਡੇ ਕੋਲ ਬੀਜ ਅੱਪੜ ਦਾ ਹੋਏਗਾ ਜੀ। ਹਾਂਜੀ, ਮੇਰਾ ਪਿੰਡ ਰਾਮੂ ਵਾਲਾ ਕਲਾਂ ਜੀ, ਜ਼ਿਲ੍ਹਾ ਮੋਗਾ ਜੀ। ਗੁਰਮਤ ਸਿੰਘ ਕੋਲੇ ਐਡ ਕਰਾਇਆ ਵਾ ਜੀ। ਠੀਕ ਹੈ ਜੀ, ਠੀਕ ਹੈ। ਤੁਹਾਡੇ ਕੋਲੇ ਕੁਲਦੀਪ ਸਿੰਘ ਹੀ ਬੀਜ ਅੱਪੜ ਦਾ ਕਰ ਦੇਣਗੇ, ਚਿੰਤਾ ਨਾ ਕਰੋ। ਤੁਹਾਡੇ ਨੇੜੇ ਬੈਠੇ ਨੇ, ਰਾਮੂ ਵਾਲੇ ਦੇ ਮਧੇਕੇ ਪਿੰਡ ਹੈ ਇਹਨਾਂ ਦਾ। ਠੀਕ ਹੈ ਜੀ, ਧੰਨਵਾਦ ਜੀ। ਮੈਂ ਕਹਿੰਦਾ ਕਰ ਲਈ ਆਪਾਂ ਸਮਾਪਤੀ ਵਾਲੇ ਪਾਸੇ। ਹਾਂਜੀ। ਤੇ ਮੈਂ ਬਹੁਤ ਧੰਨਵਾਦੀ ਹਾਂ ਜੀ। ਸਾਡੇ ਮਾਰਗਦਰਸ਼ਕ ਮਹਿੰਦਰ ਜੀ ਵੀ ਆ ਗਏ ਨੇ ਜੀ, ਹੁਣ ਸ਼ਾਮਲ ਹੋ ਜਾਣੇ। ਤੇ ਮੈਂ ਇਹਨਾਂ ਦਾ ਧੰਨਵਾਦੀ ਹਾਂ ਜੀ। ਡਾਕਟਰ ਅਮਰ ਸਿੰਘ ਆਜ਼ਾਦ, ਇਹਨਾਂ ਤੋਂ ਅਸੀਂ ਬੜੀ ਪ੍ਰੇਰਨਾ ਲੈਂਦੇ ਰਹਿੰਦੇ ਹਾਂ। ਮੇਰਾ ਵੀਰ ਅਮਰਜੀਤ ਸਿੰਘ ਭੰਗੂ, ਇਹ ਵੀ ਅਸੀਂ ਕਾਫੀ ਇਹਨਾਂ ਕੋਲ ਸਿੱਖਦੇ ਰਹਿੰਦੇ ਹਾਂ। ਹਰਪਿੰਦਰ ਸਿੰਘ ਵੀ ਬਰਾੜ ਜੀ ਤੇ ਕੁਲਦੀਪ ਸਿੰਘ ਜੀ, ਤੁਹਾਡਾ ਵੀ ਬਹੁਤ ਧੰਨਵਾਦ ਤੇ ਸਮੁੱਚੇ ਟੀਮ ਦਾ ਧੰਨਵਾਦ। ਦਰਬਾਰੇ ਖਾਲਸਾ ਜਿਹੜਾ ਹੈਗਾ ਆਪਣਾ ਚੈਨਲ, ਇਹਦਾ ਵੀ ਧੰਨਵਾਦ ਜਿਨ੍ਹਾਂ ਨੇ ਯਤਨ ਕੀਤਾ। ਔਰ ਮੈਂ ਇੱਕ ਬੇਨਤੀ ਹੋਰ ਕਰਨੀ ਚਾਹਾਂਗਾ ਕਿ ਅਗਰ ਹੋਰ ਕੋਈ ਇਸ ਵੇਲੇ ਵੀ ਕੋਈ ਵੀਰ ਕੋਈ ਸੁਣਦਾ ਹੋਵੇ ਤੇ ਬੀਜ ਦੀ ਉਹਨੂੰ ਲੋੜ ਹੋਵੇ ਤੇ ਉਹ ਮੇਰੇ ਨਾਲ ਵੀ ਸੰਪਰਕ ਕਰ ਸਕਦਾ ਆ, ਤੇ ਕੁਲਦੀਪ ਸਿੰਘ ਨਾਲ ਵੀ ਸੰਪਰਕ ਕਰ ਸਕਦਾ। ਮਹਿੰਦਰ ਜੀ ਬੈਠੇ ਨੇ, ਡਾਕਟਰ ਅਮਰ ਸਿੰਘ ਆਜ਼ਾਦ ਜੀ ਬੈਠੇ ਨੇ। ਮੇਰਾ ਨੰਬਰ ਕੋਈ ਨੋਟ ਕਰਨਾ ਚਾਹੁੰਦਾ ਕਰ ਸਕਦਾ ਆ, 9876 64 242 98765 24292। ਇਹ ਮੇਰਾ ਨੰਬਰ ਆ। ਔਰ ਕਿਸੇ ਵੀ ਵੀਰ ਨੂੰ ਬੀਜ ਦੀ ਲੋੜ ਹੋਵੇ
तो मेरे को बीज का जोड़ा इंतजाम कर सकता वा। मैं एक लिंक जोड़ा ये वास्ते तैयार करके दिता किसी वीर ने, वो मैं वीर कुलदीप सिंह नूं लिंक सेंड कर देंगा, जिन्हें कुछ लोड़ हो बीज की उस लिंक पे भी क्लिक करके जोड़ा वा ना अपना रिक्वायरमेंट दे सकते हैं। बहुत बहुत धन्यवाद जी। साਰਿਆਂ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਇਸ ਦੇ ਨਾਲ ਮੈਂ ਅੱਜ ਦੀ ਇਸ ਵਿਚਾਰ ਚਰਚਾ 'ਚ ਜੁੜੇ ਸਾਰੀਆਂ ਸ਼ਖਸੀਅਤਾਂ ਸਤਿਕਾਰਯੋਗ ਸਰਦਾਰ ਗੁਰਮੁਖ ਸਿੰਘ ਬਟਾਲਾ, ਸਰਦਾਰ ਅਮਰਜੀਤ ਸਿੰਘ ਭੰਗੂ, ਡਾਕਟਰ ਹਰਨੇਕ ਸਿੰਘ ਰੋਡੇ, ਡਾਕਟਰ ਅਮਰ ਸਿੰਘ ਆਜ਼ਾਦ, ਸ਼੍ਰੀ ਓਮਿੰਦਰ ਦੱਤ ਜੀ, ਇਹਨਾਂ ਸਾਰੀਆਂ ਸ਼ਖਸੀਅਤਾਂ ਦਾ ਇਸ ਵਿਚਾਰ ਚਰਚਾ 'ਚ ਜੁੜਨ ਦੇ ਧੰਨਵਾਦ ਕਰਦਾ, ਜਿਨ੍ਹਾਂ ਨੇ ਆਪਣੇ ਸਮੇਂ ਦੇ ਵਿੱਚੋਂ ਸਮਾਂ ਕੱਢਿਆ। ਤੇ ਖਾਸ ਕਰ ਧੰਨਵਾਦੀ ਹਾਂ ਡਾਕਟਰ ਅਮਰ ਸਿੰਘ ਆਜ਼ਾਦ ਹੋਰਾਂ ਦਾ, ਜਿਨ੍ਹਾਂ ਜਿਹੜੇ ਪਿਛਲੇ ਅਣਗਿਣਤ ਦਿਨਾਂ ਤੋਂ, ਕਈ ਦਿਨਾਂ ਤੋਂ ਸਾਨੂੰ ਆਪਣਾ ਉਹ ਸਮਾਂ, ਇਹ ਉਹ ਸ਼ਖਸੀਅਤ ਹੈ ਜਿਨ੍ਹਾਂ ਦਾ ਇੱਕ ਇੱਕ ਪਲ ਬਹੁਤ ਕੀਮਤੀ ਹੈ ਤੇ ਇਹ ਲਗਾਤਾਰ ਕਰੀਬ 2 ਘੰਟੇ ਸਾਨੂੰ ਦਿੰਦੇ ਨੇ। ਸੋ ਬਹੁਤ ਬਹੁਤ ਧੰਨਵਾਦ ਕਰਦਾ ਉਹਨਾਂ ਦਾ ਵੀ। ਸਾਰੀਆਂ ਸ਼ਖਸੀਅਤਾਂ ਦਾ ਅੱਜ ਦੇ ਇਸ ਵਿਚਾਰ ਚਰਚਾ 'ਚ ਜੁੜਨ ਤੇ ਧੰਨਵਾਦੀ ਹਾਂ। ਤੇ ਅਖੀਰ ਦੇ ਵਿੱਚ ਅਪੀਲ ਕਰਾਂਗਾ ਕਿ ਦਰਬਾਰੇ ਖਾਲਸਾ YouTube ਚੈਨਲ ਹੈ, ਉਹਨੂੰ ਪੰਜਾਬੀ ਦੇ ਵਿੱਚ ਤੁਸੀਂ ਲਿਖ ਕੇ ਦਰਬਾਰੇ ਖਾਲਸਾ ਸਰਚ ਕਰ ਸਕਦੇ ਆ ਤੇ ਉਹ ਚੈਨਲ ਸਬਸਕ੍ਰਾਈਬ ਕਰੋ, ਤਾਂ ਕਿ ਇਹ ਸਮੁੱਚੀ ਜਿਹੜੀ ਵਿਚਾਰ ਚਰਚਾ ਹੈ ਇਨ ਫਿਊਚਰ ਤੁਹਾਨੂੰ ਕਿਤੇ ਵੀ ਲੋੜ ਪੈਂਦੀ ਹੈ ਤਾਂ ਤੁਸੀਂ ਕਿਸੇ ਵੀ ਸਮੇਂ ਕੱਢ ਕੇ ਉਹਨੂੰ ਸੁਣ ਸਕਦੇ ਆ। ਇਸ ਦੇ ਨਾਲ ਆਗਿਆ ਚਾਹੁੰਦੇ ਆ, ਕੱਲ ਫਿਰ ਨਵੇਂ ਮੁੱਦੇ ਦੇ ਨਾਲ, ਨਵੇਂ ਜੋਸ਼ ਦੇ ਨਾਲ ਦੁਬਾਰਾ ਜੁੜਾਂਗੇ। ਫਤਿਹ ਦਾ ਜਵਾਬ ਫਤਿਹ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।